ਜਾਖੜ ਸਾਹਿਬ ਵਿਰੋਧੀ ਧਿਰ ਦਾ ਅਹੁਦਾ ਵੀ ਛੱਡ ਜਾਂਦੇ ਆ, ਪ੍ਰਧਾਨਗੀ ਵੀ ਛੱਡ ਜਾਂਦੇ ਆ, ਉਹਦੇ ਤੋਂ ਬਾਅਦ ਮੁੱਖ ਮੰਤਰੀ ਵੀ ਨਹੀਂ ਬਣਾਉਂਦੇ, ਤਾਂ ਟਿਕੇ ਤੁਸੀਂ ਅਜੇ ਵੀ ਪਾਰਟੀ 'ਚੋਂ। ਗੱਲ ਕੀ ਹੈ, ਤਸੱਲੀ ਨਹੀਂ ਹੈ ਕਿੱਦਾਂ? ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੈਣ ਵਾਲੀਆਂ ਵੋਟਾਂ ਤੱਕ ਸਾਰੇ ਇਕੱਠੇ ਰਹਿ ਜਾਓਗੇ, ਟੱਬਰ ਦਾ ਟੱਬਰ? ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਸੰਵਿਧਾਨ ਦੀਆਂ ਧੱਜੀਆਂ ਤਾਂ ਰਲ ਮਿਲ ਕੇ ਸਾਰਿਆਂ ਨੇ ਉਡਾਈਆਂ ਕਿ ਐਮਐਲਏ ਨਹੀਂ ਚੁਣਨਗੇ। ਆਪਾਂ ਪਹਿਲਾਂ ਹੀ ਦੇਖ ਲੈਂਦੇ ਆ ਕਿ ਭਾਈ ਐਮਐਲਏ ਜਿਹੜਾ ਬੰਦਾ ਮਰਜ਼ੀ ਬਣੇ, ਥੋੜੇ ਹੁਣ ਬਹੁਤੇ, ਹੁਣ ਮੁੱਖ ਮੰਤਰੀ ਸਾਡੇ ਵੱਲੋਂ ਆ ਹੋਊਗਾ ਵੀ ਜਿਹੜਾ ਕੰਮ AK-47 ਦੀ ਗੋਲੀਆਂ ਨਹੀਂ ਕਰ ਸਕੀਆਂ, ਜਿਹੜਾ ਕੰਮ ISI ਨਹੀਂ ਕਰ ਸਕੀ ਪੰਜਾਬ 'ਚ, ਜਿਹੜੇ ਸਾਡਾ ਸਾਂਝ ਹੈ, ਭਾਈਚਾਰਕ ਸਾਂਝ ਹੈ, ਉਹਨੂੰ ਨਹੀਂ ਉਸ 'ਚ ਦਰਾੜ ਪਾ ਸਕੀ। ਉਹ ਇੱਕ ਇਹਨਾਂ ਨੇ ਚੰਦ ਲੋਕਾਂ ਨੇ, ਤਿੰਨ ਚਾਰਾਂ ਨੇ ਰਲ ਕੇ ਉਹ ਆਪਣੀ ਜ਼ੁਬਾਨ ਨਾਲ ਕਰਤਾ। ਮੈਂ ਕਿ ਜਿਹੜੇ ਬੰਦੇ ਮੈਨੂੰ ਐਂ ਦੇਖਦੇ ਐ ਵੀ ਆ ਪੰਜਾਬ 'ਚ ਅੱਗ ਲਾ ਦੂਗਾ, ਉਹ ਜੇ ਬੰਦਿਆਂ ਨਾਲ ਮੈਂ ਕੰਮ ਨਹੀਂ ਕਰ ਸਕਦਾ ਸਾਹਿਬ, ਸੌਰੀ। ਕੱਲੇ ਸਿੱਖੀ ਸਰੂਪ ਨਾਲ ਸਿੱਖ ਨਹੀਂ ਬਣਦੇ, ਗੁਰੂ ਮਹਾਰਾਜ ਦੇ ਕਦਮਾਂ ਤੇ ਚੱਲਣਾ ਸਿੱਖੋ ਸਾਹਿਬ। ਆ ਭੁੱਲ ਗਏ ਜਿਹੜੇ ਪੰਜਾਬ ਨੂੰ ਵੰਡੀ ਜਾਂਦੇ ਆ ਪਰਸੈਂਟੇਜ ਦੇ ਵਿੱਚ। ਨੋ ਆਮ ਰੀਅਲੀ ਸੌਰੀ। ਕਹਿੰਦਾ ਚੱਲ ਬੁੱਲਿਆ ਕਿਤੇ ਹੋਰ ਚੱਲੀਏ, ਨਾ ਜਿੱਥੇ ਨਾ ਕੋਈ ਤੇਰੀ ਜਾਤ ਪਛਾਣੇ, ਨਾ ਤੈਨੂੰ ਪੁੱਛੇ ਤੇ ਨਾ ਤੇਰੀ ਜਾਤ ਪਛਾਣੇ। ਮੈਂ ਤਾਂ ਆ ਕਹਿੰਦਾ ਵੀ ਹੁਣ ਬਸ ਜਾਤ ਜੁਤ ਪਛਾਣਨ ਵਾਲਾ ਜਦੋਂ ਗੱਲਾਂ ਹੋਣ ਲੱਗੀਆਂ ਤੇ ਇੱਥੇ ਗੱਲ ਬਣਨੀ ਨਹੀਂ ਸਭ। ਇਸ ਗੱਲ ਦੇ ਉੱਤੇ ਤਾਂ ਚਰਚਾ ਹੁੰਦੀ ਹੈ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਾ ਜਾਂ ਕਿਹਨੂੰ ਨਹੀਂ ਬਣਾਇਆ ਗਿਆ, ਪਰ ਜਿਹੜੇ ਲੁਧਿਆਣੇ ਦੇ ਵਿੱਚ ਬੈਠ ਕੇ ਅੱਜ ਕਾਂਗਰਸ ਪਾਰਟੀ ਨੇ ਚਰਚਾ ਕੀਤੀ ਹੈ, ਉਸ ਲੁਧਿਆਣੇ ਦੇ ਨੇੜਿਓਂ ਬੁੱਢਾ ਨਾਲਾ ਲੰਘਦਾ ਹੈ, ਉਹਨੂੰ ਸਾਫ਼ ਕਿੱਦਾਂ ਕਰਨਾ, ਉਹ ਇੱਕ ਇਸ਼ੂ ਹੈ, ਬਿਲਕੁਲ ਡਿਸਕਸ ਨਹੀਂ ਹੋ ਰਿਹਾ। ਕਿ ਬੁੱਢੇ ਨਾਲੇ ਦੀ ਗੱਲ ਕੀਤੀ ਸਾਹਿਬ, ਮੇਰੀ ਤਾਂ ਤੁਸੀਂ ਉਹ ਕਹਿੰਦੇ ਨਾ ਦੁੱਖ ਦੀ ਰਗ ਦੇ ਉੱਤੇ ਹੱਥ ਧਰਤਾ। ਬੁੱਢੇ ਨਾਲੇ ਦਾ ਪਾਣੀ ਪੀਂਦਾ ਕੌਣ ਹੈ ਜੀ? ਪਰ ਜੇ ਆਪਾਂ ਪਾਰਟੀਆਂ ਬਚਾਉਣ ਦੇ ਲਈ ਜ਼ੁਬਾਨ ਨਹੀਂ ਖੋਲਾਂਗੇ ਤਾਂ ਕਿਤੇ ਨਾ ਕਿਤੇ ਪੰਜਾਬੀ ਨਾਲ ਧੋਖਾ ਤਾਂ ਨਹੀਂ। ਇਟ ਇਜ਼ ਆਲ ਅ ਫਿਕਸਡ ਮੈਚ ਸਾਹਿਬ। ਤਿੰਨੋਂ ਇਕੱਠੇ ਹੋਏ ਹੈ, ਜਿੱਥੇ ਕਿਸਾਨਾਂ ਵਾਲੇ ਮਸਲੇ 'ਚ ਇਕੱਠੇ ਹੈ, ਉੱਥੇ ਇੱਥੇ ਇਕੱਠੇ ਹੈ। ਮਸਲਾ ਹੈ ਵੀ ਇਹਨੂੰ ਠੋਕ ਲਓ, ਆਹ ਬੰਦਾ ਸਾਡੇ ਵਾਸਤੇ ਖਤਰਾ ਹੈ। that you will not tie up with BJP after the election। ਉਹਨਾਂ ਦਾ ਪੜ੍ਹਿਓ ਤੁਸੀਂ ਆਨਸਰ। ਸੁਖਬੀਰ ਜੀ ਕਹਿੰਦੇ we are separate right now but who can say about future। ਇਸ ਤੋਂ ਵੱਡਾ ਹੋਰ ਕੀ ਤੁਹਾਡੇ ਸਾਹਮਣੇ ਹੈ ਸਾਹਿਬ? ਇੱਕੋ ਇੱਕ ਫਸਮਾ ਮੁਕਾਬਲਾ ਹੈ। ਵਿਕਰਮ ਸਿੰਘ ਮਜੀਠੀਆ ਸਾਹਿਬ ਤੁਹਾਡੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਖਿਲਾਫ ਆਏ ਚੋਣ ਲੜਨ, ਤੇ ਇੱਕ ਵੀ ਕਾਂਗਰਸ ਪਾਰਟੀ ਦਾ ਲੀਡਰ ਪੱਟ ਤੇ ਥਾਪੀ ਮਾਰ ਕੇ ਇਹ ਕਹਿਣ ਨਹੀਂ ਆਇਆ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਘਬਰਾਉਣਾ ਨਹੀਂ ਹੈ, ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਉਹਨਾਂ ਨੇ ਚਾਲੂ ਕੀਤਾ ਸੀ 1000 ਤੋਂ 1000 2000, ਮੇਰੇ ਸ਼ੇਰ ਅਕਾਲੀ 3000 ਤਾਈਂ ਲੈ ਗਏ। ਪੈਸੇ ਕਿੱਥੋਂ ਆਣਗੇ ਸਾਹਿਬ? ਆ ਜਿਹੜਾ ਪੇ ਕਮਿਸ਼ਨ ਲਾਗੂ ਕਰਵਾਉਣ ਦੀ ਗੱਲ ਕਰ ਰਹੇ ਹੋ, ਆ ਕੋਈ ਚੰਨੀ ਸਾਹਿਬ ਨੇ ਜਾਂ ਸੁਖਬੀਰ ਜੀ ਨੇ ਜਾਂ ਕੇਜਰੀਵਾਲ ਸਾਹਿਬ ਨੇ ਜੇਬ ਚੋਂ ਨਹੀਂ ਦੇਣਾ, ਤੁਹਾਡੇ ਚੋਂ ਕੱਢਣਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਢੋਲ ਦੇ ਉੱਤੇ ਡਗਾ ਲੱਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੈ, ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ, ਤੀਸਰੇ ਪਾਸੇ ਕਿਸਾਨ ਜਥੇਬੰਦੀਆਂ ਦਾ ਇਕੱਠ ਹੈ, ਤੇ ਚੌਥੇ ਪਾਸੇ ਪੰਜਾਬ ਦੀ ਮੌਜੂਦਾ ਸੱਤਾਧਾਰੀ ਧਿਰ ਜਿਨ੍ਹਾਂ ਨੇ ਕਿ 5 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ, ਉਹ ਕਾਂਗਰਸ ਪਾਰਟੀ ਹੈ। ਬਾਕੀ ਸਾਰੀਆਂ ਧਿਰਾਂ ਤਕਰੀਬਨ ਕਲੀਅਰ ਸੀ। ਭਾਜਪਾ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਦੇ ਗੱਠਜੋੜ ਨੇ ਕਹਿਤਾ ਸੀ ਕਿ ਅਸੀਂ ਮੁੱਖ ਮੰਤਰੀ ਦਾ ਦਾਅਵੇਦਾਰ ਕੋਈ ਨਹੀਂ ਐਲਾਨਣਾ। ਕਾਂਗਰਸ ਪਾਰਟੀ ਦੇ ਉੱਤੇ ਨਜ਼ਰਾਂ ਟਿਕੀਆਂ ਸੀ ਕਿ 5 ਸਾਲ ਰਾਜ ਕੀਤਾ ਤੇ ਅਗਲਾ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੋਏਗਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਇਸ ਗੱਲ ਦੀ ਉਡੀਕ ਦੇ ਵਿੱਚ ਸੀ ਕਿ ਕਾਂਗਰਸ ਪਾਰਟੀ ਇਹ ਫੈਸਲਾ ਲਵੇ, ਕਾਂਗਰਸ ਪਾਰਟੀ ਦੇ ਅੰਦਰ ਪਟਾਕੇ ਪੈਣ, ਲੀਡਰ ਟੁੱਟ ਭੱਜ ਜਾਣ ਤੇ ਸਾਡੇ ਲਈ ਰਾਹ ਸੁਖਾਲਾ ਹੋ ਜਾਏ। ਅੱਜ ਅਸੀਂ ਸੁਨੀਲ ਜਾਖੜ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ, ਵੱਖ-ਵੱਖ ਅਹੁਦਿਆਂ ਤੇ ਰਹੇ ਨੇ, ਵੱਖ-ਵੱਖ ਚੋਣਾਂ ਜਿੱਤ ਕੇ ਕਦੇ ਵਿਧਾਨ ਸਭਾ ਤੇ ਕਦੇ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਜਿਹੜੀ ਉਹ ਚੁੱਕਦੇ ਰਹੇ ਨੇ। ਹੁਣ ਪੰਜਾਬ ਦੀ ਆਵਾਜ਼ ਤਾਂ ਚੁੱਕਦੇ ਰਹੇ ਨੇ, ਪਰ ਕਾਂਗਰਸ ਪਾਰਟੀ ਦੇ ਅੰਦਰਲੇ ਪਾਸੇ ਜਿਹੜੀਆਂ ਆਵਾਜ਼ਾਂ ਨੇ ਉਹ ਬੜੀਆਂ ਅਜੀਬੋ-ਗਰੀਬ ਕਿਸਮ ਦੀਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਰਹੀਆਂ। ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਜਾਖੜ ਸਾਹਿਬ, ਪ੍ਰਾਈਮ ਏਸ਼ੀਆ TV ਤੇ ਤੁਹਾਡਾ ਸਵਾਗਤ ਹੈ। ਧੰਨਵਾਦ ਬਾਦ ਸਾਹਿਬ, ਤੁਹਾਡੇ ਰਾਹੀਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਾਵਾਂ ਨੂੰ ਮੇਰਾ ਫਤਿਹ ਅਰਜ਼ ਕਰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਾਖੜ ਸਾਹਿਬ, ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਪੁੱਛਣੀ ਹੈ ਕਿ ਆਪਾਂ ਸਾਰੇ ਪੰਜਾਬੀ ਹਾਂ ਤੇ ਪਿੰਡ ਦੇ ਵਿੱਚ ਕਈ ਵਾਰੀ ਲੰਬੜਦਾਰੀਆਂ ਦੇ ਕੇਸ ਵੀ 20-20 ਸਾਲ ਆਪਾਂ ਲੜੀ ਦੇ ਆ, ਕੁਰਸੀ ਨਹੀਂ ਛੱਡੀ ਦੀ। ਐਂ ਲੱਗਦਾ ਕਿ ਇੱਕ ਵਾਰੀ ਹੱਥ ਪਾ ਲਈਏ ਤਾਂ ਫਿਰ ਗੱਲ ਕਿਹੜੀ ਆ। ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਕਿ ਤੁਸੀਂ ਸੂਬਾ ਕਾਂਗਰਸ ਦੇ ਪ੍ਰਧਾਨ ਸੀ,
ਅਗਲਿਆਂ ਆਖਿਆ ਤੁਸੀਂ ਕਿਹਾ ਜੀ ਆ ਚੱਕੋ ਕੁਰਸੀ। ਫਿਰ ਆ ਮੁੱਖ ਮੰਤਰੀ ਦੀ ਚਰਚਾ ਚੱਲੀ, ਇਹ ਵੀ ਤੁਸੀਂ ਖੁਦ ਇੱਕ ਜਗ੍ਹਾ ਦੇ ਉੱਤੇ ਸੰਬੋਧਨ ਕਰਦੇ ਦੱਸ ਦਿੱਤਾ ਕਿ ਸਭ ਤੋਂ ਵੱਧ ਕਾਂਗਰਸ ਪਾਰਟੀ ਦੇ ਐਮਐਲਏ ਚਾਹੁੰਦੇ ਸੀ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਈਏ, ਪਰ ਸੁਨੀਲ ਜਾਖੜ ਸਾਹਿਬ ਨਾ ਤਾਂ ਮੁੱਖ ਮੰਤਰੀ ਨੇ, ਨਾ ਵਿਰੋਧੀ ਧਿਰ ਦੇ ਨੇਤਾ ਨੇ, ਨਾ ਐਮਐਲਏ ਨੇ, ਤੇ ਸਭ ਤੋਂ ਵੱਡੀ ਗੱਲ ਚੋਣ ਵੀ ਨਹੀਂ ਲੜ ਰਹੇ। ਇਹ ਕੀ ਕਾਰਨ ਹੈ ਕਿ ਜਦੋਂ ਹਰ ਇੱਕ ਬੰਦਾ ਕਹਿੰਦਾ ਜੀ ਮੈਨੂੰ ਵੀ ਟਿਕਟ ਦੇ ਦਿਓ, ਘਰ ਵਾਲੀ ਨੂੰ ਵੀ ਦੇ ਦਿਓ, ਬੇਟੇ ਨੂੰ ਵੀ ਟਿਕਟ ਦੇ ਦਿਓ, ਤੇ ਜਾਖੜ ਸਾਹਿਬ ਵਿਰੋਧੀ ਧਿਰ ਦਾ ਅਹੁਦਾ ਵੀ ਛੱਡ ਜਾਂਦੇ ਆ, ਪ੍ਰਧਾਨਗੀ ਵੀ ਛੱਡ ਜਾਂਦੇ ਆ, ਉਹਦੇ ਤੋਂ ਬਾਅਦ ਮੁੱਖ ਮੰਤਰੀ ਵੀ ਨਹੀਂ ਬਣਾਉਂਦੇ, ਤਾਂ ਟਿਕੇ ਤੁਸੀਂ ਅਜੇ ਵੀ ਪਾਰਟੀ 'ਚੋਂ। ਗੱਲ ਕੀ ਹੈ, ਤਸੱਲੀ ਨਹੀਂ ਹੈ ਕਿੱਦਾਂ? ਦੇਖੋ, ਬੰਦੇ ਨੂੰ ਕਿਤੇ ਨਾ ਕਿਤੇ ਸਬਰ ਕਰਨਾ ਚਾਹੀਦਾ ਹੈ। ਬਾਦ ਸਾਹਿਬ, ਮੇਰਾ ਮੰਨਣਾ ਹੈ ਤੇ ਸਿਰਫ ਉਹਦੇ ਕਮਾਈ ਨਹੀਂ ਹੁੰਦੀ। ਜਦੋਂ ਪੰਜਾਬ ਦੇ ਲੋਕ, ਤੇ ਖਾਸ ਤੌਰ ਤੇ ਜਦੋਂ ਮੈਂ ਗੁਰਦਾਸਪੁਰ ਤੋਂ ਜਿਮਨੀ ਚੋਣ ਲੜੀ ਹੈ, ਉੱਥੇ ਗੁਰਦਾਸਪੁਰ ਦੇ ਲੋਕਾਂ ਨੇ ਇੱਕ ਨਾਰਾ ਦਿੱਤਾ ਸੀਗਾ, ਸਾਡਾ ਜਾਖੜ। तो जदों साडा कहते हैं ना जी, उदों के जब तुम मुझे अपना कहते हो तो चेहरे पे नूर छा जाता है, आंखों में खुशी आ जाती है। वो गल है साहब, एडा वड्डा मान पंजाब दे लोकां ने मेरे वर्गे एक निमाणे जे आदमी नूं बख्शिया है। 20 साल मैनूं ढोया। मैं एक्टिव पॉलिटिक्स बाद साहब 2002 च ज्वाइन की, जदों पहली बारी MLA बनया, ਤੇ ਉਹਦੇ ਬਾਅਦ ਮੈਂ ਤਾਂ ਪੰਜਾਬ ਦੇ ਲੋਕਾਂ ਨੇ ਹੁਣ ਜੇ ਕਿਸਮ ਦੀਆਂ ਗੱਲਾਂ ਆ ਰਹੀਆਂ ਵੀ ਇਹ ਪਤਾ ਨਹੀਂ ਕੇਸ ਧਾਰੀ ਹੈ ਨਹੀਂ, ਆ ਸਿੱਖ ਹੈ ਨਹੀਂ, ਆ ਹਿੰਦੂ ਹੈ, ਕੋਈ ਜਾਤ ਪਾਤ ਦੀਆਂ ਗੱਲਾਂ ਕਰਨ ਲੱਗੇ। ਮੈਨੂੰ ਤਾਂ ਕਿਤੇ ਪੰਜਾਬ 'ਚ ਮੈਂ ਨੈਵਰ ਐਵਰ ਫੈਲਟ ਲਾਈਕ ਆ ਮੈਂ ਸੈਕੰਡ ਕਲਾਸ ਸਿਟੀਜ਼ਨ ਸਾਹਿਬ। ਕਿਸੇ ਹੋਰ ਨੂੰ ਵਹਿਮ ਹੋਣਾ ਹੈ, ਕਿਸੇ ਨੂੰ ਹੋਰ ਨੂੰ ਆਪਣਾ ਪਾਲਾ ਹੋਣਾ ਹੈ ਵੀ ਮੈਂ ਮੁੱਖ ਮੰਤਰੀ ਬਣ ਜਾਂਦੀ ਜੇ ਮੈਂ ਹਿੰਦੂ ਨਾ ਹੁੰਦੀ। ਮਨ ਤਾਂ ਕਿਤੇ ਹੈ ਨਹੀਂ ਸਾਹਿਬ। ਜੇ ਮੇਰੇ 'ਚ ਕਿਤੇ ਮਾੜਾ ਮੋਟਾ ਤਿੱਪਾ ਹੁੰਦਾ ਤੇ ਮੈਨੂੰ ਲੋਕਾਂ ਨੇ ਬਣਾ ਦਿੰਦੇ ਕਿ ਨਾ ਬਣਾ ਦਿੰਦੇ। ਪਰ ਚੀਫ ਮਿਨਿਸਟਰ ਇਜ਼ ਨਾਟ ਦਾ ਐਂਡ ਐਂਡ ਆਲ ਆਫ ਐਵਰੀਥਿੰਗ। ਦਿਸ ਇਜ਼ ਓਕੇ, ਐਵਰੀਬਡੀ ਇਜ਼ ਐਂਬੀਸ਼ੀਅਸ। ਹਰੇਕ ਬੰਦੇ ਦਾ ਇੱਕ ਭਾਵਨਾ ਹੁੰਦੀ ਹੈ, ਜਿਹੜੇ ਕੰਮ 'ਚ ਲੱਗਦੇ ਹੋ ਵਧੀਆ ਕਰੀਏ। ਪਰ ਮੈਂ ਸਮਝਦਾ ਵੀ ਵਧੀਆ ਦਾ ਪੈਮਾਨਾ ਜਿਹੜਾ ਹੈ, ਲੋਕਾਂ ਦਾ ਪਿਆਰ, ਆਦਰ, ਸਤਿਕਾਰ, ਮੈਂ ਤਾਂ ਇਸੇ ਨਾਲ ਮੈਨੂੰ ਇਹਦੀ ਬਹੁਤ ਖੁਸ਼ੀ ਹੈ। ਤੇ ਜਿੱਥੇ ਤਾਈਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਅੰਦਰ ਬੈਠ ਕੇ ਤੇ ਚਿਮੜੇ ਨਹੀਂ ਕੁਰਸੀ ਨੂੰ, ਤਾਂ ਮੇਰਾ ਕਿਸੇ ਨਾਲ ਕਾਹਦਾ ਗਿਲਾ ਹੈ। ਅੱਜ ਜੇ ਤੁਹਾਡੇ ਨਾਲ ਵੀ ਗੱਲ ਹੋ ਰਹੀ ਹੈ, ਬਿਕੋਜ਼ ਨਾਟ ਬਿਕੋਜ਼ ਆਮ ਮਾਈ ਫਾਦਰ ਸਨ, ਵੀ ਜਾਖੜ ਸਾਹਿਬ ਦਾ ਮੁੰਡਾ, ਇਸ ਕਰਕੇ ਗੱਲ ਹੋ ਰਹੀ ਹੈ। ਮੈਨੂੰ ਪਾਰਟੀ ਨੇ ਉਹਦੇ ਬਾਅਦ, ਠੀਕ ਹੈ, ਮੇਰਾ ਉਹ ਕਹਿੰਦੇ ਨਾ ਫੁੱਟ ਇਨ ਦਾ ਡੋਰ, ਜਿਵੇਂ ਅਮਰੀਕਾ ਜਾਣ ਦਾ ਵੀਜ਼ਾ ਇੱਕ ਹੋਰ ਹੁੰਦਾ ਜੀ, ਵੀਜ਼ਾ ਤਾਂ ਮੈਨੂੰ ਮਿਲ ਗਿਆ ਰਾਜਨੀਤੀ ਦਾ, ਕਿਉਂਕਿ ਮੈਂ ਚੌਧਰੀ ਬਲਰਾਮ ਜਾਖੜ ਦਾ ਬੇਟਾ ਹਾਂ, ਇਸ ਕਰਕੇ। ਪਰ ਵੀਜ਼ਾ ਦੇ ਬਾਅਦ ਉੱਥੇ ਜਾ ਕੇ ਤੁਸੀਂ ਬਰਤਨ ਮਾਂਜਦੇ ਹੋ, ਤੁਸੀਂ ਜਾ ਕੇ ਆਪਣੀ ਕੰਪਨੀ ਖੋਲ ਕੇ ਮਾਈਕਰੋਸਾਫਟ ਦੇ ਨਾਲ ਜੱਫਾ ਪਾ ਲੈਂਦੇ ਹੋ, ਉਹ ਡਿਪੈਂਡਸ ਔਨ ਯੂ। ਉਹ ਲੋਕਾਂ ਦੇ ਪਿਆਰ ਨਾਲ ਮੈਨੂੰ ਬਹੁਤ ਆਦਰ ਸਤਿਕਾਰ। ਮੈਂ ਚੌਧਰੀ ਬਲਰਾਮ ਜਾਖੜ ਦਾ ਨਾਮ ਤੇ ਕੋਈ ਧੱਬਾ ਨਹੀਂ ਲੱਗਣ ਦਿੱਤਾ। ਮੇਰੀ ਆਹ ਕਮਾਈ ਹੈ ਬਾਦ ਸਾਹਿਬ ਜੀ। ਜਾਖੜ ਸਾਹਿਬ, ਮੈਨੂੰ ਇੱਕ ਗੱਲ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਿਓ। ਸਿਆਸੀ ਪਾਰਟੀਆਂ ਟੁੱਟਦੀਆਂ ਦੇਖੀਆਂ, ਬੰਦੇ ਨੂੰ ਟਿਕਟ ਨਾ ਦਿਓ, ਰਾਤੋਂ ਰਾਤ ਛਾਲ ਮਾਰ ਕੇ ਦੂਸਰੀ ਧਿਰ ਦੇ ਨਾਲ ਰਲ ਜਾਂਦੇ ਆ। ਬਹੁਤ ਕੁਛ ਐਤਕੀ ਪੰਜਾਬ ਦੇ ਲੋਕਾਂ ਨੇ ਹੱਡੀ ਹੰਡਾਇਆ। ਇੱਕ ਪਾਸੇ ਲੋਕ ਨੇ, ਦੂਜੇ ਪਾਸੇ ਤੁਹਾਡਾ ਸਾਰੀਆਂ ਪਾਰਟੀਆਂ ਦਾ ਰਾਜਨੀਤਿਕ ਪਰਿਵਾਰ ਹੈ। ਥੋੜੇ ਘੰਟੇ ਪਹਿਲਾਂ ਤੱਕ ਇਹ ਖਬਰਾਂ ਪਤਾ ਨਹੀਂ ਕਿੱਧਰਲੇ ਪਾਸਿਓਂ ਆ ਗਈਆਂ ਸੀ ਕਿ ਜਾਖੜ ਸਾਹਿਬ ਤੱਕ ਗਏ। ਜਾਖੜ ਸਾਹਿਬ ਕਾਂਗਰਸ ਦੀ ਕਿਸ਼ਤੀ ਦੇ ਵਿੱਚੋਂ ਮਾਰ ਕੇ ਛਾਲ ਤੇ ਉਹਨਾਂ ਨੇ ਕਿਸੇ ਹੋਰ ਬੂਹੇ ਨੂੰ ਹੱਥ ਪਾ ਲੈਣਾ। ਅਚਾਨਕ ਕੀ ਹੋ ਗਿਆ ਕਿ ਰਾਹੁਲ ਗਾਂਧੀ ਹੋਰਾਂ ਦੀ ਕਾਰ ਵੀ ਤੁਸੀਂ ਚਲਾਓ, ਜਿਹੜੀ 2-3 ਘੰਟੇ ਮੀਟਿੰਗ ਹੁੰਦੀ ਆ ਮੁੱਖ ਮੰਤਰੀ ਦਾ ਨਾਮ ਐਲਾਨਣ ਤੋਂ ਪਹਿਲਾਂ, ਜਿਹਦੇ ਵਿੱਚ ਲੱਗਦਾ ਸੀ ਕਿ ਭਾਈ ਦੋਨਾਂ ਧਿਰਾਂ ਦੇ ਵਿੱਚੋਂ ਇੱਕ ਅੱਧਾ ਬੰਦਾ ਤਾਂ ਭੱਜਿਆ ਲਾਓ। ਇਹ ਜਾਨੀ ਕਹਾਣੀ ਕਿੱਦਾਂ ਬਦਲੀ? ਪਹਿਲਾਂ ਜਾਖੜ ਸਾਹਿਬ ਦੇ ਬਾਰੇ ਚਰਚਾ ਸੀ ਕਿ ਪਾਰਟੀ ਛੱਡ ਕੇ ਇੱਧਰ ਉੱਧਰ ਹੋ ਸਕਦੇ ਆ ਕਿਉਂਕਿ ਉਹ ਗੁੱਸੇ ਬਹੁਤ ਨੇ, ਨਾਰਾਜ਼ ਬਹੁਤ ਨੇ ਕਿ MLAs ਹੋਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ। ਫਿਰ ਕਾਰ ਦਾ ਸਟੀਅਰਿੰਗ ਵੀ ਤੁਹਾਡੇ ਕੋਲੇ, ਤਾਂ ਜਿੱਦਾਂ ਦਾ ਤੁਸੀਂ ਉੱਥੇ ਭਾਸ਼ਣ ਦਿੱਤਾ ਲੁਧਿਆਣੇ ਸਟੇਜ ਤੋਂ, ਉਹ ਤੋਂ ਲੱਗਦਾ ਸੀ ਕਿ ਭਾਈ ਜੱਫੀਆਂ ਵੀ ਤੁਸੀਂ ਪਵਾਈਆਂ। WhatsApp ਆ ਜਿਹੜੀ ਚਰਚਾ ਤੁਸੀਂ ਅੱਜ ਵਾਲੀ ਕਰਦੇ ਹੋ, ਅੱਜ ਦੀ ਨਹੀਂ, ਕਈ ਦਿਨਾਂ ਦੀ ਪੁਰਾਣੀ ਚਰਚਾ ਹੈ। ਉਹ ਤਾਂ ਮੇਰੇ ਖਿਆਲ ਮਹੀਨੇ ਕੁ ਪਹਿਲਾਂ ਵੀ ਜਾਖੜ ਸਾਹਿਬ ਬੜੇ ਨਾਰਾਜ਼ ਹੈ ਜੀ, ਚੱਲੇ ਹੈ ਜੀ, ਇੱਧਰ ਚੱਲੇ ਹੈ, ਉੱਧਰ ਚੱਲੇ, ਪਹਿਲਾਂ ਵੀ ਚੱਲੀ। ਤੇ ਜਿਹੜੀ ਕਈ ਦਿਨਾਂ ਤੋਂ ਇੱਕ ਮੇਰੇ ਉੱਥੇ ਮੇਰੇ ਆਪਣੇ ਜੱਦੀ ਪਿੰਡ ਮੌਜਗੜ੍ਹ ਦੇ ਵਿੱਚ ਕਿਤੇ ਵਰਕਰਾਂ ਨੇ, ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਜਦੋਂ ਕਈ ਦਿਨਾਂ ਬਾਅਦ ਮੈਂ ਗਿਆ ਸੀਗਾ ਤੇ ਉੱਥੇ ਜਾ ਕੇ ਸਾਰੇ ਬਹੁਤ ਮਾੜਾ ਹੋਇਆ ਜੀ, ਤੁਹਾਨੂੰ ਮੁੱਖ ਮੰਤਰੀ ਬਣਾਉਣਾ ਸੀ। ਇੱਕ ਦੇ ਬਾਅਦ ਇੱਕ 3-4 ਨੇ ਜਦੋਂ ਕਹਿਤਾ ਤੇ ਫਿਰ ਮੇਰੇ ਤੋਂ ਵੀ ਰਿਹਾ ਨਹੀਂ ਗਿਆ। ਮੈਂ ਕਿਹਾ ਕਾਹਦੀ ਨਾਰਾਜ਼ਗੀ ਕਰੀ ਜਾਂਦੇ ਹੋ? ਆਪਾਂ ਨੂੰ ਦੇਖੋ, ਬਿਨਾਂ MLA ਹੋਏ ਆਪਾਂ ਨੂੰ 42 MLA ਨੇ ਐਡਾ ਆਪਣੇ ਤੇ ਵਿਸ਼ਵਾਸ ਜਤਾਇਆ। ਮੈਂ ਕਿਹਾ ਆਹ ਕਮਾਈ ਹੈ। ਤੁਸੀਂ ਆਹ ਦੇਖੋ ਵੀ 42 ਬੰਦਿਆਂ ਨੇ ਇੱਕ, ਜਿਵੇਂ ਬਾਦ ਸਾਹਿਬ ਆਪਣੇ ਪੰਜਾਬ 'ਚ ਕਹਿੰਦੇ ਨਾ, ਪੰਜਾਬ 'ਚ ਤਾਂ ਰਿਟਾਇਰ ਪਟਵਾਰੀ ਨੂੰ ਚਾਹ ਨਹੀਂ ਪੈਂਦਾ, ਤੇ ਵਿਸ਼ਵਾਸ ਉਹਦੇ ਤੇ ਵਿਅਕਤ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਮੁੱਖ ਮੰਤਰੀ ਬਣਾਉਣ ਲਾਇਕ। ਉਸ ਤੋਂ ਵੱਡੀ ਹੋਰ ਫਿਰ ਕੀ ਭਾਲਦੇ ਹੋ? ਮੈਂ ਕਿਹਾ ਤੁਸੀਂ ਇਸ ਗੱਲ ਦਾ ਮਾੜਾ ਮੋਟਾ ਚਿੰਤਾ ਕਰੋ ਵੀ ਚਰਨਜੀਤ ਚੰਨੀ ਹੋਰਾਂ ਨੇ ਮੁੱਖ ਮੰਤਰੀ ਬਣਨ ਦੇ ਬਾਅਦ ਆਪਣੇ ਹਲਕਾ ਜਿਹੜਾ ਚਮਕੌਰ ਸਾਹਿਬ, ਉਹਦੇ ਵਿੱਚ 1000 ਕਰੋੜ ਰੁਪਏ ਦੇ ਕੰਮ ਚਾਲੂ ਕਰਾਏ ਹੈ ਹੁਣ।
ਤੇ ਮੈਂ ਕਿਹਾ ਮੈਂ ਬਿਨਾਂ ਐਮਐਲਏ ਰਹੇ 4 ਸਾਲ ਦੇ ਅੰਦਰ 4.5 ਸਾਲ ਦੇ ਅੰਦਰ ਬੋਰ ਦੇ ਅੰਦਰ 750 ਕਰੋੜ ਰੁਪਏ ਲਾਈ ਬੈਠਾ। ਮੈਂ ਕਿਹਾ ਮਨ ਤਾਂ ਜੇ ਆ ਹੈ ਵੀ ਜੇ ਕਿਤੇ ਸਿੰਘਾਂ ਨੂੰ ਹੱਥ ਪੈ ਜਾਂਦਾ ਤੇ 250 ਕਰੋੜ ਦਾ ਫਰਕ ਨਹੀਂ 1000 'ਚ, ਮੈਂ ਪਤਾ ਨਹੀਂ 2500 ਕਰੋੜ ਲਿਆ ਕੇ ਇੱਥੇ ਲਾ ਦਿੰਦਾ। ਆ ਤੁਸੀਂ ਕਰੋ, ਇਸ ਗੱਲ ਦਾ ਅਫਸੋਸ ਨਾ ਮਨਾਓ। ਉਸ ਗੱਲ ਨੂੰ ਲੋਕਾਂ ਨੇ ਪੜਾ ਚੜਾ ਕੇ ਵੀ ਜਾਖੜ ਦਾ ਦਰਦ ਛਲਕਿਆ। ਦਰਦ ਨਹੀਂ ਸਾਹਿਬ, ਮੈਂ ਇੱਕੋ ਹੀ ਕਰੈਕਸ਼ਨ ਕੀਤੀ ਹੈ ਜਿਹੜੀ 19 ਸਤੰਬਰ ਨੂੰ ਮੇਰੇ ਬਿਆਨ ਤੁਸੀਂ ਬਾਕੀ ਸਾਰੇ ਚੈਨਲ ਲੋਕਲ ਪੰਜਾਬ ਦੇ ਕੱਢ ਲਓ। ਉਦੋਂ ਮੈਂ ਨਹੀਂ, ਲੋਕਾਂ ਨੇ ਕਿਹਾ ਸੀਗਾ ਵੀ ਸੁਨੀਲ ਜਾਖੜ ਨੂੰ 40 ਵੋਟਾਂ ਪਈਆਂ। ਮੈਂ ਤਾਂ ਤਰਮੀਮ ਕੀਤੀ ਹੈ ਵੀ 40 ਨਹੀਂ, ਮੈਨੂੰ 42 ਪਈਆਂ ਸੀਗੀਆਂ। ਇੱਕ ਮੈਂ ਕਲੈਰਿਟੀ ਕੀਤੀ ਹੈ। ਉਸ ਦਿਨ ਵੀ ਮੈਂ ਆਏ ਕਿਹਾ ਸੀ ਵੀ ਇੱਕ ਦਿੱਲੀ 'ਚ ਬੈਠੀ ਜਿਹੜੀ ਬਹੁਤ ਸੀਨੀਅਰ ਲੀਡਰ ਹੈ ਸਾਡੀ ਅੰਬਿਕਾ ਸੋਨੀ ਜੀ, ਉਹਨਾਂ ਨੇ ਮੈਂ ਕਿਹਾ ਪੰਜਾਬੀਅਤ ਦਾ ਤੁਸੀਂ ਬਹੁਤ ਵੱਡਾ, ਮੈਂ ਕਿਹਾ ਪੰਜਾਬੀਅਤ ਦੇ ਪਿੱਠ 'ਚ ਛੁਰਾ ਮਾਰਿਆ। ਉਹਨਾਂ ਨੇ ਕਹਿ ਕੇ ਵੀ ਪੰਜਾਬ ਦੇ ਅੰਦਰ ਇੱਕ ਪਰਟੀਕੂਲਰ ਜਮਾਤ ਦਾ ਜਾਂ ਸਿਰਫ ਸਿੱਖ ਹੀ ਚਿਹਰਾ ਬਣੂਗਾ। ਮੈਂ ਕਿਹਾ ਇੱਥੇ ਤਾਂ ਐਡੀ ਕੋਈ ਸੋਚ ਹੈ ਨਹੀਂ, ਉਹਨਾਂ ਦੀ ਸੋਚ ਹੋਣੀ ਹੈ। ਜਾਂ ਇੱਥੇ ਪੰਜਾਬ 'ਚ ਕੋਈ 2-4 ਜਿਹੜੇ ਲੀਡਰ ਹੈ ਬਸ ਬਚਕਣਾ ਕਈਆਂ ਨੇ ਬਣਾ ਰੱਖੀਆਂ ਸੀਗੀਆਂ ਵੀ ਜਾ ਕੇ ਸਿੱਧੇ ਓਥ ਲਵਾਂਗੇ। ਉਹਨਾਂ ਨੇ ਉਹ ਜਿਹੜਾ ਗੰਦ ਹੈ, ਉਹ ਜਿਹੜਾ ਵਾਤਾਵਰਣ ਦੂਸ਼ਿਤ ਕੀਤਾ ਪੰਜਾਬ ਦਾ ਕਹਿ ਕੇ ਸਿੱਖ ਨੌਨ ਸਿੱਖ ਹਿੰਦੂ ਵਾਲੀ ਵੀ ਹਿੰਦੂ ਨੂੰ ਬਣਾਤਾ ਤਾਂ ਜੀ ਪੰਜਾਬ 'ਚ ਅੱਗ ਲੱਗ ਜੂਗੀ। ਮੈਂ ਉਦੋਂ ਵੀ ਕਿਹਾ ਸੀ ਭੱਟ ਸਾਹਿਬ ਵੀ ਜਿਹੜਾ ਕੰਮ AK-47 ਦੀ ਗੋਲੀਆਂ ਨਹੀਂ ਕਰ ਸਕੀਆਂ, ਜਿਹੜਾ ਕੰਮ ISI ਨਹੀਂ ਕਰ ਸਕੀ ਪੰਜਾਬ 'ਚ, ਜਿਹੜੇ ਸਾਡਾ ਸਾਂਝ ਹੈ, ਭਾਈਚਾਰਕ ਸਾਂਝ ਹੈ, ਉਹਨੂੰ ਨਹੀਂ ਉਸ 'ਚ ਦਰਾੜ ਪਾ ਸਕੀ। ਉਹ ਇੱਕ ਇਹਨਾਂ ਨੇ ਚੰਦ ਲੋਕਾਂ ਨੇ 3-4 ਨੇ ਰਲ ਕੇ ਉਹ ਆਪਣੀ ਜ਼ੁਬਾਨ ਨਾਲ ਕਰਤਾ। ਉਹਦਾ ਮੈਂ ਜ਼ਰੂਰ ਗੱਲ ਉਦੋਂ ਵੀ ਕੀਤੀ, ਆਹੀ ਗੱਲ ਮੈਂ 4 ਮਹੀਨੇ ਬਾਅਦ ਕੀਤੀ। ਪਤਾ ਨਹੀਂ ਹੁਣ ਇਲੈਕਸ਼ਨ ਕਿਉਂਕਿ ਚੱਲੀ ਜਾਂਦੇ, ਇਸ ਗੱਲ ਨੂੰ ਉਹਨਾਂ ਨੇ ਵੜਾ ਚੜਾ ਕੇ ਕਹਿਤਾ। ਕੋਈ ਵੀ ਨਵੀਂ ਗੱਲ ਅਦਰ ਦੈਨ 40 ਦਾ ਮੈਂ 42 ਦੱਸਿਆ, ਬਿਕੋਜ਼ ਆਈ ਨੋ ਫॉर ਫੈਕਟ ਕੌਣ ਸੀਗਾ, ਕਿਹਨੂੰ ਵੋਟਾਂ ਕਿੰਨੀਆਂ ਪਈਆਂ, ਮੈਂ ਸਾਰੀਆਂ ਗਿਣਾਤੀਆਂ। ਕੋਈ ਇਸ 'ਚ ਨਵੀਂ ਗੱਲ ਨਹੀਂ। ਨਾ ਹੀ ਤਾਂ ਸੁਨੀਲ ਕਦੋਂ ਉਦੋਂ ਚੱਲਿਆ ਸੀ, ਉਦੋਂ ਵੀ ਮੈਂ ਕਿਹਾ ਸੀ ਹੁਣ ਮੇਰੇ ਤਾਂ ਹੱਥ ਖੜੇ, ਕਿਉਂਕਿ ਮੈਨੂੰ ਉਦੋਂ ਤੁਹਾਨੂੰ ਯਾਦ ਹੋਵੇ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਪਹਿਲਾਂ ਇੱਥੇ 3 ਜਿਹੜੇ ਆਬਜ਼ਰਵਰ ਆਏ ਸੀ, ਉਸੇ ਦਿਨ ਮੇਰੇ ਕੋਲ ਫੋਨ ਆ ਗਿਆ ਵੀ ਤੁਹਾਨੂੰ ਇੱਕ ਜ਼ਿੰਮੇਵਾਰੀ ਦੇਣ ਲੱਗਿਆ। ਮੈਂ ਕਾਹਦੀ ਜ਼ਿੰਮੇਵਾਰੀ? ਕਹਿੰਦਾ ਜੀ ਤੁਹਾਨੂੰ ਡਿਪਟੀ CM ਬਣਾਉਣ। ਮੈਂ ਕਿਹਾ ਨਹੀਂ ਸਾਹਿਬ ਸੌਰੀ, ਮੈਂ ਕੋਈ ਮੈਂ ਕੋਈ ਦੂਜੇ ਦਰਜੇ ਦਾ ਨਾਗਰਿਕ ਨਹੀਂ ਵੀ ਮੈਂ ਤੂੰ CM ਨਹੀਂ ਬਣ ਸਕਦਾ, ਤੈਨੂੰ ਆਹ ਦੇ ਦੇਣੇ, ਮੈਨੂੰ ਕਾਹਦਾ ਕੰਸੋਲੇਸ਼ਨ ਪ੍ਰਾਈਜ਼ ਦੇ ਰਹੇ ਹੋ ਤੁਸੀਂ? ਮੈਂ ਤਾਂ MLA ਹੀ ਨਹੀਂ, ਨਾ ਮੈਂ ਤੁਹਾਡੇ ਤੋਂ ਮੰਗਿਆ, ਨਾ ਮੈਂ ਕਿਸੇ ਨੂੰ ਕਿਹਾ। ਆਈ ਡੋਂਟ ਵਾਂਟ ਟੂ ਬੀ ਕੰਸੀਡਰਡ ਐਜ਼ ਅ ਸੈਕੰਡ ਕਲਾਸ ਸਿਟੀਜ਼ਨ। ਮੈਂ ਕਿਸ ਗੱਲ ਦਾ ਤੁਹਾਡੇ ਨਾਲ? ਮੈਂ ਕਿਹਾ ਬਾਕੀ ਰਾਹੁਲ ਜੀ ਨੇ ਮੈਨੂੰ ਬੁਲਾ ਕੇ ਕਿਹਾ ਕਿ ਸੁਨੀਲ ਵਾਈ ਆਰੰਟ ਯੂ ਐਕਸੈਪਟਿੰਗ ਦਿਸ ਪੋਜੀਸ਼ਨ। ਮੈਂ ਕਿਹਾ ਜਿਹੜੇ ਬੰਦੇ ਮੈਨੂੰ ਐਂ ਦੇਖਦੇ ਐ ਵੀ ਆ ਪੰਜਾਬ 'ਚ ਅੱਗ ਲਾ ਦੂਗਾ, ਉਹ ਜੇ ਬੰਦਿਆਂ ਨਾਲ ਮੈਂ ਕੰਮ ਨਹੀਂ ਕਰ ਸਕਦਾ ਸਾਹਿਬ, ਸੌਰੀ। ਮੈਂ ਕਿਹਾ ਕੱਲ ਤੁਸੀਂ ਆਪਣੀ ਸਰਕਾਰ ਚਲਾਣੀ ਹੈ, ਕੱਲ ਮੈਂ ਜਫੋ ਜਫੀ ਹੋਈ ਜਾਵਾਂ ਉੱਥੇ ਬੈਠਾ, ਸੌਰੀ, ਆਮ ਵਿਦ ਦਾ ਪਾਰਟੀ। ਮੈਂ ਉਹਨਾਂ ਨੂੰ ਵੀ ਕਲੀਅਰ ਕਰਕੇ ਆਇਆ ਸੀ। ਸੋ ਕਹਿੰਦੇ ਨੈਵਰ ਫॉर ਅ ਮੋਮੈਂਟ ਚਲਾਉਣ ਨੂੰ ਲੋਕ ਕੁਛ ਕਹੀ ਜਾਣ, ਕਿਹਦਾ ਜ਼ਬਾਨ ਆਪਾਂ ਪਕੜਾਂਗੇ। ਬਟ ਰਾਹੁਲ ਗਾਂਧੀ ਹੈਡ ਆਲਵੇਜ਼ ਹੈਡ ਫੁੱਲ ਫੇਥ ਇਨ ਮੀ। ਤੇ ਮੈਂ ਜਿਹੜਾ ਤੁਸੀਂ ਕਹਿੰਦੇ ਨੂੰ ਕੀ ਕਾਰਨ ਹੈ ਤੁਸੀਂ ਅਜੇ ਵੀ ਪਾਰਟੀ 'ਚ ਬਣੇ ਬੈਠੇ ਹੋ? ਹਾਂ ਸਾਹਿਬ, ਟੂ ਅ ਲਾਰਜ ਐਕਸਟੈਂਟ ਦੇਖੋ, ਅਦਰਵਾਈਜ਼ ਤਾਂ ਸਾਨੂੰ ਵਿਰਾਸਤ 'ਚ ਮਿਲੀ ਹੈ ਜਾਖੜ ਸਾਹਿਬ ਤੋਂ। ਉਹਨਾਂ ਨੂੰ ਜਿਹੜਾ ਆਦਰ ਸਤਿਕਾਰ ਇਹਨਾਂ ਨੇ ਪਾਰਟੀ ਨੇ ਦਿੱਤਾ, ਹਰੇਕ ਅਹੁਦਾ ਉਹਨਾਂ ਨੇ ਕਿੱਥੋਂ ਲੈ ਕੇ ਚੱਲੇ, ਇੱਥੋਂ ਪੰਜਾਬ ਤੋਂ ਦਿੱਲੀ ਤਾਈਂ ਤੇ ਹਰੇਕ ਥਾਈਂ ਐਗਰੀਕਲਚਰ ਮਿਨਿਸਟਰ, ਗਵਰਨਰ, ਇੱਥੇ ਲੀਡਰ ਆਫ ਆਪੋਜੀਸ਼ਨ ਦਿੱਤਾ। ਮੈਂ ਦੇਖੋ ਉਹਨਾਂ ਦੇ ਵਿਰਾਸਤ 'ਚ ਨਹੀਂ ਮੈਂ ਜਿਹੜੀ ਉਹ ਸੰਭਾਲ ਕੇ ਗਏ ਪਰ ਉਹਦੇ ਬਾਵਜੂਦ ਜਿੰਨਾ ਮੈਨੂੰ what you call attention and the kind of regard and affection I've got from Rahul ji in particular, ਤੇ even Sonia ji ਦਾ ਜਿਹੜਾ ਮੇਰੇ ਕਨੀ ਉਹਨਾਂ ਦਾ ਰਿਹਾ she has always been very compassionate and good to me. ਮੈਂ ਤਾਂ ਸੋਚ ਹੀ ਨਹੀਂ ਸਕਦਾ ਸਭ and that they have full faith in me. ਮੈਂ ਉਸ ਕਿਸਮ ਦਾ ਪਾਰਟੀਆਂ ਸ਼ਾਰਟੀਆਂ ਆਪਣੀ ਤਾਂ ਰਹਿੰਦੀਆਂ ਜੀ, ਬਟ ਆਈ ਐਕਸੈਪਟ ਹਿਮ ਐਜ਼ ਬਹੁਤ ਹੀ ਵੱਡੀ ਸੋਚ ਦੇ ਬੰਦੇ ਹੈ ਰਾਹੁਲ ਗਾਂਧੀ। ਇਹਨਾਂ ਨੇ ਚਾਹੇ ਜੋ ਕੁਛ ਵੀ ਉਹਨਾਂ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ, ਬਟ ਇਫ ਯੂ ਕਮ ਅਕ੍ਰੋਸ ਮੀਟ ਵਿਦ ਹਿਮ, is a gentleman ਸਾਹਿਬ। he is not a politician, maybe he is not a ਇਸ ਕਿਸਮ ਦੇ ਜਿਹੜੇ ਲੀਡਰ ਹੈ ਤੁਰੇ ਫਿਰਦੇ ਹੈ, but he is a thorough gentleman in believes in what he says. That's what I feel sir. ਜੀ ਜਾਖੜ ਸਾਹਿਬ, ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਪੁੱਛਣੀ ਆ। ਤੁਸੀਂ ਪਾਰਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਜਿੰਨੀ ਦੇਰ ਕੰਮ ਕੀਤਾ ਤੇ ਤੁਹਾਡੀ ਕੁਰਸੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਬੈਠੇ, ਉਹ ਬਾਰ-ਬਾਰ ਕਹਿੰਦੇ ਆ ਮੈਨੂੰ ਦਰਸ਼ਨੀ ਘੋੜਾ ਨਾ ਬਣਾ ਕੇ ਰੱਖਿਓ। ਤੁਸੀਂ ਮੀਟਿੰਗ ਦੇ ਵਿੱਚ ਵੀ ਅੰਦਰ ਸੀ, ਤੁਸੀਂ ਸਟੇਜ ਦੇ ਉੱਤੇ ਵੀ ਬੈਠੇ ਸੀ, ਸਿੱਧੂ ਸਾਹਿਬ ਤੋਂ ਪਹਿਲਾਂ ਬੋਲੇ। ਚਰਚਾਵਾਂ ਚੱਲਦੀਆਂ ਕਿ ਸਿੱਧੂ ਸਾਹਿਬ ਨੇ ਬਹੁਤੀ ਦੇਰ ਸ਼ਾਇਦ ਪਾਰਟੀ 'ਚ ਰਹਿਣਾ ਨਹੀਂ, ਉਹ ਸ਼ਾਇਦ ਇੱਦਾਂ ਕੰਮ ਨਹੀਂ ਕਰ ਸਕਦੇ। ਸੁਨੀਲ ਜਾਖੜ ਹੋਰਾਂ ਨੂੰ ਕੀ ਲੱਗਦਾ ਹੈ ਜੋ ਸਾਰਾ ਦਿਨ ਕੰਮ ਚੱਲਿਆ, ਕਿਉਂਕਿ ਇਹ ਵੀ ਰੌਲਾ ਪੈਂਦਾ ਜੀ 4 ਘੰਟਿਆਂ 'ਚੋਂ 2.5 ਘੰਟੇ ਤੋਂ ਉਹਨਾਂ ਨੂੰ ਮਨਾਉਣ ਦੇ ਉੱਤੇ ਲੱਗੇ ਨੇ,
ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੈਣ ਵਾਲੀਆਂ ਵੋਟਾਂ ਤੱਕ ਸਾਰੇ ਇਕੱਠੇ ਰਹਿ ਜਾਓਗੇ ਟੱਬਰ ਦਾ ਟੱਬਰ? ਦੇਖੋ ਜੀ, ਆਈ ਹੈਵ ਨੋ ਰੀਜ਼ਨ ਟੂ ਡਾਊਟ ਹਿਮ। ਉਹਨਾਂ ਨੇ ਜਲੰਧਰ ਵੀ ਆਈ ਗੱਲ ਆਖੀ ਰਾਹੁਲ ਜੀ ਨੂੰ। ਇਨਫੈਕਟ ਹੀ ਇਜ਼ ਦ ਵਨ ਹੂ ਇਨੀਸ਼ੀਏਟਿਡ ਦਿਸ ਡਾਇਲੌਗ ਵੀ ਅਨਾਉਂਸ ਹੋਣਾ ਚਾਹੀਦਾ ਹੈ ਜੀ। ਜਿਹੜੇ ਤੁਸੀਂ ਯਾਦ ਕਰੋ, ਜਲੰਧਰ ਜਿਸ ਦਿਨ ਰਾਹੁਲ ਜੀ ਆਏ ਹੈ, ਉਹਨਾਂ ਨੇ ਉੱਥੇ ਬੈਠ ਕੇ ਗੱਲ ਕੀ ਗੱਡੀ 'ਚ ਕਿਹਾ ਵੀ ਦੋਨੋਂ ਮੇਰੇ ਨਾਲ ਸੀ, ਤੇ ਦੋਨਾਂ ਨੇ ਮੈਨੂੰ ਕਿਹਾ ਵੀ ਅਸੀਂ ਦੋਨੋਂ ਚਾਹੁੰਦੇ ਹਾਂ, ਪੰਜਾਬ ਦੀ ਜਨਤਾ ਚਾਹੁੰਦੀ ਹੈ, ਪੰਜਾਬ ਕਾਂਗਰਸ ਦੇ ਵਰਕਰ ਚਾਹੁੰਦੇ ਹੈ, ਤੇ ਆਪੋਜੀਸ਼ਨ ਪਾਰਟੀਆਂ ਸਾਡੇ ਤੇ ਕਰ ਰਹੀਆਂ, ਲਾਛਣ ਲਾ ਰਹੀਆਂ, ਤੁਸੀਂ ਜੋ ਵੀ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਫੈਸਲੇ ਦੀ ਕਦਰ ਕਰਾਂਗੇ। ਅੱਜ ਫੇਰ ਉਹਨਾਂ ਨੇ ਉਹੀ ਗੱਲ ਸਿੱਧੂ ਜੀ ਨੇ ਆਖੀ। ਹੋ ਸਕਦਾ ਚੰਨੀ ਜੀ ਨੂੰ ਪਤਾ ਹੋਵੇ ਵੀ ਤੁਹਾਡਾ ਨਾਮ ਆਉਣ ਲੱਗਿਆ, ਪਰ ਉਸ ਤੋਂ ਪਹਿਲਾਂ ਸਿੱਧੂ ਜੀ ਨੇ ਵੀ ਉਹੀ ਗੱਲ ਬਾਕੀ ਹਰੇਕ ਲੋਕ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਜੋ ਕਿਤੇ ਪਾ ਦਿੰਦਾ ਉਸ ਨੂੰ ਮੰਨਣ ਲੱਗ ਜਾਂਦੇ ਆ। ਟੂ ਬੀ ਓਨੈਸਟ, ਉਹ ਜਿਹੜੇ 2 ਘੰਟਿਆਂ ਦੀ ਤੁਸੀਂ ਗੱਲ ਕਰਦੇ ਹੋ, ਉੱਥੇ ਕੋਈ ਇਸ ਕਿਸਮ ਦੀ ਮੇਰੇ ਖਿਆਲ ਸਿੱਧੂ ਸਾਹਿਬ ਦੀ ਤੇ ਇਹਨਾਂ ਦੀ ਰਾਹੁਲ ਜੀ ਦੀ ਕੋਈ 15 ਮਿੰਟ ਜ਼ਰੂਰ ਗੱਲ ਹੋਈ ਹੈ ਅੱਡ। ਅਦਰਵਾਈਜ਼ ਦੇयर ਵਾਸ ਨੋ ਡਾਇਲੌਗ, ਨੋ ਨਥਿੰਗ, ਨਾ ਹੀ ਕਿਸੇ ਨੂੰ ਮਨਾਉਣ ਨੂੰ। ਈਵਨ ਫਰੋਮ ਅਗਰ ਤੁਸੀਂ ਉਹਨਾਂ ਦੀ ਸਪੀਚ ਕੱਢ ਕੇ ਦੁਬਾਰਾ ਸੁਣੋ ਅੱਜ ਵਾਲੀ, nowhere it reflected that he knew this decision is coming. ਸੋ ਦਿਸ ਦਾ ਵੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋਈ ਵੀ ਕੋਈ ਨਾ ਰੁੱਸਿਆ, ਨਾ ਉਹ ਰੁੱਸੇ, ਨਾ ਮਨਾਉਣ ਦੀ ਕੋਈ ਗੱਲ ਹੋਈ। ਆਪਸ 'ਚ ਉਹਨਾਂ ਨੇ ਆਪਣਾ ਪੁਆਇੰਟ ਆਫ ਵਿਊ ਰੱਖਿਆ ਹੋਣਾ ਵੀ ਵਾਈ ਐਮ ਆਈ ਸ਼ੁੱਡ ਬੀ ਕੰਸੀਡਰਡ ਫॉर ਦਿਸ ਪੋਜੀਸ਼ਨ ਐਂਡ ਨਾਟ ਮਿਸਟਰ ਚੰਨੀ। ਉਹਨਾਂ ਦੀ ਆਪਸ ਦੀ ਗੱਲ ਹੈ, ਬਟ ਨਥਿੰਗ ਬਿਟਵੀਨ 3 or 4 of us। ਜੀ ਕੋਈ ਵੀ ਗੱਲ ਉੱਥੇ ਨਹੀਂ ਹੋਈ। ਜਾਖੜ ਸਾਹਿਬ, ਹੁਣ ਤੱਕ ਜਿੰਨੀ ਆਪਾਂ ਗੱਲਬਾਤ ਕੀਤੀ ਹੈ ਉਹ ਕੀਤੀ ਹੈ ਸੁਨੀਲ ਜਾਖੜ ਵਰਸਸ ਹੋਰ ਸਿਆਸੀ ਲੀਡਰ, ਪਰ ਸਾਡੇ ਆਮ ਪੰਜਾਬ ਦੇ ਜਿਹੜੇ ਲੋਕ ਨੇ, ਅਸੀਂ ਪੱਤਰਕਾਰਤਾ ਫਿਰ ਲੋਕਾਂ ਨਾਲ ਖੜੀਦਾ ਹੈ, ਇਸ ਕਰਕੇ ਹੁਣ 2 ਧਿਰਾਂ ਨੇ। ਇੱਕ ਪਾਸੇ ਸਿਆਸੀ ਲੀਡਰ ਨੇ ਸਾਰੇ, ਦੂਜੇ ਪਾਸੇ ਪੰਜਾਬ ਦੇ ਆਮ ਲੋਕ ਨੇ ਜਿਹੜੇ ਅੱਜ ਵੀ ਸਮੱਸਿਆਵਾਂ ਦੇ ਵਿੱਚ ਘਿਰੇ ਹੈ। ਮੈਨੂੰ ਇਸ ਗੱਲ ਦਾ ਗਿਲਾ ਜ਼ਰੂਰ ਹੈ ਨਿੱਜੀ ਤੌਰ ਦੇ ਉੱਤੇ, ਇੱਕ ਪੱਤਰਕਾਰ ਦੇ ਤੌਰ ਤੇ, ਕਿ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਸਮੇਤ ਕਾਂਗਰਸ ਇਸ ਗੱਲ ਦੇ ਉੱਤੇ ਤਾਂ ਚਰਚਾ ਹੁੰਦੀ ਹੈ ਕਿ ਮੁੱਖ ਮੰਤਰੀ ਕਿਹਨੂੰ ਬਣਾਉਣਾ ਜਾਂ ਕਿਹਨੂੰ ਨਹੀਂ ਬਣਾਇਆ ਗਿਆ, ਪਰ ਜਿਹੜੇ ਲੁਧਿਆਣੇ ਦੇ ਵਿੱਚ ਬੈਠ ਕੇ ਅੱਜ ਕਾਂਗਰਸ ਪਾਰਟੀ ਨੇ ਚਰਚਾ ਕੀਤੀ ਹੈ, ਉਸ ਲੁਧਿਆਣੇ ਦੇ ਨੇੜਿਓਂ ਬੁੱਢਾ ਨਾਲਾ ਲੰਘਦਾ ਹੈ, ਉਹਨੂੰ ਸਾਫ਼ ਕਿੱਦਾਂ ਕਰਨਾ ਉਹ ਇੱਕ ਇਸ਼ੂ ਹੈ, ਬਿਲਕੁਲ ਡਿਸਕਸ ਨਹੀਂ ਹੋ ਰਿਹਾ। ਪੰਜਾਬ ਦੇ ਵਿੱਚ ਜੇ ਕਿਤੇ ਨਸ਼ੇ ਦਾ ਮੁੱਦਾ ਹੈ, ਜੇ ਕਿਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਬੁਰੇ ਤਰੀਕੇ ਪ੍ਰਭਾਵਿਤ ਕਰਦਾ ਹੈ, ਡਿਸਕਸ਼ਨ ਤਾਂ ਚੋਣਾਂ ਤੋਂ ਪਹਿਲਾਂ ਉਸ ਮੁੱਦੇ ਦੇ ਉੱਤੇ ਹੋਣੀ ਚਾਹੀਦੀ ਸੀ, ਪਰ ਹੋ ਇਸ ਗੱਲ ਦੇ ਉੱਤੇ ਰਹੀ ਹੈ ਕਿ ਆਪਾਂ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਮੱਸਿਆਵਾਂ ਦੇ ਨਾਲ ਤਾਂ ਨੱਕੋ ਨੱਕ ਭਰੇ ਪਏ ਆ। ਕਿ ਅਸੀਂ ਫਿਰ ਇਹ ਸਮਝੀਏ ਕਿ ਸਿਆਸੀ ਲੀਡਰ ਭਾਵੇਂ ਕੋਈ ਵੀ ਹੋਵੇ ਤੇ ਕਿਸੇ ਵੀ ਪਾਰਟੀ ਦਾ ਹੋਵੇ, ਕੁਰਸੀਆਂ ਪਿਆਰੀਆਂ ਨੇ, ਉਸ ਮੁੱਦੇ ਤੇ ਡਿਸਕਸ਼ਨ ਹੋ ਸਕਦੀ ਹੈ, ਪਰ ਬੁੱਢੇ ਨਾਲੇ ਦੇ ਉੱਤੇ ਡਿਸਕਸ਼ਨ ਨਹੀਂ ਹੋਣੀ ਕਿ ਸਾਡਾ ਵਾਤਾਵਰਣ ਕਿੱਧਰ ਜਾ ਰਿਹਾ ਤੇ ਲੋਕ ਬਿਮਾਰ ਹੋ ਰਹੇ। ਹੁਣ 2 ਮਿੰਟ ਤੁਸੀਂ ਮੰਨਦੇ ਹੋ ਬਾਦ ਸਾਹਿਬ, ਤੁਸੀਂ ਬੜੀ ਵੱਡੀ ਗੱਲ ਕੀਤੀ ਹੈ, ਕਿਉਂਕਿ ਇੱਕ ਪਾਸੇ ਤਾਂ ਮੇਰਾ ਮੰਨਣਾ ਹੈ, ਜਿੱਥੇ ਤਾਈਂ ਤੁਸੀਂ ਇਹ ਕਿਹਾ ਵੀ ਉੱਥੇ ਕਿਸੇ ਨੇ ਅੱਜ ਵੀ ਲੁਧਿਆਣੇ ਗੱਲ ਨਹੀਂ ਕੀਤੀ, ਤੁਸੀਂ ਦੇਖੋਗੇ ਵੀ ਸਾਰੇ ਉੱਥੇ ਜਿਹੜੇ ਬੋਲੇ ਹੈ, ਆਈ ਡੋਂਟ ਵਾਂਟ ਟੂ ਜੱਜ ਐਨੀਬਡੀ ਐਲਸ, ਆਈ ਕੈਨ ਓਨਲੀ ਟਾਕ ਆਫ ਮਾਈ ਸੈਲਫ। ਮੈਂ ਉੱਥੇ 3 ਗੱਲਾਂ ਕੀਤੀਆਂ, ਤਿੰਨੋਂ ਪੰਜਾਬ ਦੇ ਮਸਲਿਆਂ ਨਾਲ ਰਿਲੇਟਡ ਸੀ। ਜਦੋਂ ਮੈਂ ਗੱਲ ਕੀਤੀ ਹੈ, ਮੈਂ ਪੰਜਾਬ ਦੇ ਕਿਸਾਨ ਦੀ ਗੱਲ ਕੀਤੀ ਹੈ, ਮੈਂ ਪੰਜਾਬ ਦੇ ਜਵਾਨ ਦੀ ਗੱਲ ਕੀਤੀ ਹੈ ਵੀ ਜਿੱਥੇ ਕਿਤੇ ਗਲਵਾਨ ਘਾਟੀ ਹੋਏ ਹੈ, ਚਾਹੇ ਕਸ਼ਮੀਰ ਹੋਏ ਹੈ, ਬਾਰਾਮੂਲਾ 'ਚ ਜਿੱਥੇ ਕਿਤੇ ਵੀ ਪਹਿਲਾਂ ਸਾਡੇ ਜਵਾਨ ਸ਼ਹਾਦਤ ਦਾ ਤਾਂ ਸਾਨੂੰ ਗੁਰੂ ਮਹਾਰਾਜ ਨੇ ਪਤਾ ਨਹੀਂ ਉਹ ਜਦੋਂ ਅੰਮ੍ਰਿਤ ਛਕਾਇਆ ਸੀ ਉਹਦੇ ਵਿੱਚ ਹੀ ਘੋਲ ਕੇ ਪਿਆ ਤਾ। ਦੈਟਸ ਪਾਰਟ ਆਫ ਆਰ DNA। ਤੇ ਬਾਕੀ ਜਿਹੜਾ ਸਾਂਝ ਸਾਰੀ ਭਾਈਚਾਰਕ ਸਾਂਝ ਹੈ ਉਹਦੀ ਗੱਲ ਕੀਤੀ ਵੀ ਰਾਹੁਲ ਗਾਂਧੀ ਜੀ ਨੇ ਐਡਾ ਵੱਡਾ ਜਿਹੜਾ ਫੈਸਲਾ ਲਿਆ, ਬਾਕੀ ਤਾਂ ਲੋਕ ਗੱਲਾਂ ਹੀ ਕਰਦੇ ਹੈ, ਉਹਨਾਂ ਨੇ ਆਪਣੀ ਸੋਚ ਤੇ ਪਹਿਰਾ ਦਿੱਤਾ ਹੈ। ਹਿਸ ਡਿਸੀਜਨ ਟੂ ਪੁੱਟ ਸਮਬਡੀ ਅਗੇਂਸਟ ਆਲ ਐਕਸਪੈਕਟੇਸ਼ਨਸ ਵੀ ਕੌਣ ਇੱਥੇ ਪੰਜਾਬ 'ਚ ਤਾਂ ਸਿਰਫ ਆਹੀ ਜਿਹੜੇ ਹੈ ਵੱਡੇ ਬੰਦੇ ਆ, ਇਹਨਾਂ ਚੋਂ ਜੱਟਾਂ 'ਚ ਕੋਈ ਬਣੂਗਾ। ਹੀ ਬ੍ਰੋਕ ਦੈਟ ਗਲਾਸ ਸੀਲਿੰਗ ਐਂਡ ਹੀ ਸ਼ੋਡ ਹਿਸ ਕਰੇਜ ਆਫ ਕਨਵਿਕਸ਼ਨ। ਆਪਣੀ ਸੋਚ ਤੇ ਡਾਂਗ ਨਾਲ ਪਹਿਰਾ ਦਿੱਤਾ। ਬਟ ਆਫ ਕੋਰਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ, these are issues sir, but I must say sir, I don't want to sound a cynic, but the fact is politician or politics is just a reflection of the society sir। ਅਸੀਂ ਕੋਈ ਉੱਤੋਂ ਨਹੀਂ, ਜਿਵੇਂ ਚੈਨਲਸ ਹੈ ਸਭ, very few channels like you discuss issues, but they normally serve what people want to see। ਤੁਸੀਂ ਇੱਥੇ ਅੱਜ ਦਿਖਾਉਣ ਲੱਗ ਜਾਓ ਡਿਵੈਲਪਮੈਂਟ ਦੀਆਂ ਖਬਰਾਂ, ਸਵੇਰੇ ਤੁਹਾਡੀ ਉਹ ਕੀ ਹੁੰਦੀ ਆ ਜਿਹੜੀ ਤੁਸੀਂ ਆਰਟ ਕਿਹੜੀ ਪੀਟੀ ਕੀ ਹੁੰਦਾ ਜਿਹਦੇ ਨਾਲ ਤੁਸੀਂ ਮੇਜਰ ਕਰਦੇ ਹੋ, ਜੇ ਸਵੇਰੇ ਤੁਹਾਨੂੰ ਤੁਹਾਡੇ ਉਹ TRP ਜਿਹੜੀ ਹੈ, TRP ਸਵੇਰੇ ਮਾਲਕ ਨਾ ਪੁੱਛ ਲੈਣ, ਆਈ ਡੋਂਟ ਨੋ ਹੂ ਓਨਸ ਯਰ ਚੈਨਲ ਸਾਹਿਬ, ਉਹ ਸਵੇਰੇ ਕਹਿ ਦੇਣਗੇ ਬਾਟ ਸਾਹਿਬ ਅਸੀਂ ਪੈਸਾ ਲਾਇਆ, ਸਾਡਾ ਡੁਬੋਂਗ, ਲੋਕ ਦੇਖਦਾ ਹੀ ਨਹੀਂ। ਗੱਲ ਨਾ ਇਹਨਾਂ ਗੱਲਾਂ ਨੂੰ ਸਾਹਿਬ, ਪੋਲੀਟਿਕਸ ਵਾਲਿਆਂ ਨੂੰ ਲੋਕ ਗੱਲ ਸੁਣਨ ਨੂੰ ਤਿਆਰ ਹੈ ਜੀ, ਕਿਸੇ ਨੂੰ ਜਾ ਕੇ ਗੱਲ ਕਰ ਲੈ, ਦੇਖ ਲਓ ਤੁਹਾਡੀ ਜੀ ਕੋਈ ਗੱਲ ਸੁਣੂਗਾ ਵੀ ਇੱਥੇ ਵਾਤਾਵਰਨ ਦਾ ਵੀ ਆਪਾਂ ਪਾਣੀ ਜਿਹੜਾ ਖਿੱਚੀ ਜਾਂਦੇ ਆ। ਤੇ ਬੁੱਢੇ ਨਾਲੇ ਦੀ ਗੱਲ ਕੀਤੀ ਸਾਹਿਬ, ਮੇਰੀ ਤਾਂ ਤੁਸੀਂ ਉਹ ਕਹਿੰਦੇ ਨਾ ਦੁੱਖ ਦੀ ਰਗ ਦੇ ਉੱਤੇ ਹੱਥ ਧਰਤਾ। ਬੁੱਢੇ ਨਾਲੇ ਦਾ ਪਾਣੀ ਪੀਂਦਾ ਕੌਣ ਹੈ ਜੀ?
ਬਾਦ ਸਾਹਿਬ ਤੁਸੀਂ ਤਾਂ ਮੇਰੇ ਖਿਆਲ 'ਚ ਤੁਸੀਂ ਤਾਂ ਜੱਦ 'ਚ ਆਉਂਦੇ ਨਹੀਂ, ਅਸੀਂ ਬੈਠੇ ਹਾਂ ਟੇਲ ਤੇ ਜੀ। ਸਾਡੇ ਜਾਂਦਾ ਸਾਰੇ ਦਾ ਸਾਰਾ। ਮੈਂ ਇੱਕ ਵਾਰੀ ਸਾਡੇ ਚੀਫ ਜਸਟਿਸ ਇੱਥੇ ਸੀਗੇ ਮਿਸਟਰ ਜੈਨ ਪੰਜਾਬ ਦੇ, ਉਹ ਕਿਤੇ ਉੱਥੇ ਆਏ, ਸਾਡੇ ਅਬੋਰ ਪਤਾ ਨਹੀਂ ਇਹਨਾਂ ਦਾ ਕੋਈ ਦੌਰਾ ਸੀਗਾ। ਮੈਂ ਬੜਾ ਚੋ ਸਾਹਿਬ ਦੇ ਪੁਰਾਣੇ ਜਾਣਨ ਵਾਲੇ ਸੀ, ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ 5 ਮਿੰਟ ਮੇਰੇ ਨਾਲ ਚੱਲੋ ਨਹਿਰ ਤਾਈਂ, ਪਾਣੀ ਪੀਣਾ ਤਾਂ ਦੂਰ, ਤੁਸੀਂ ਨਹਿਰ ਦੇ ਉੱਤੇ ਖੜ ਵੀ ਜਾਓ ਪੁਲ ਦੇ ਉੱਤੇ ਤਾਂ ਮੈਨੂੰ ਹੇਠਾਂ ਬਿਠਾ ਦਿਓ। ਐਂਡ ਹੀ ਐਗਰੀ ਟੂ ਇਟ। ਉਹਦੇ ਬਾਅਦ ਸਭ, ਇਟਸ ਨਾਟ ਦੈਟ ਨੋਬਡੀ ਟਾਕਸ ਅਬਾਊਟ ਇਟ। ਜੈਰਾਮ ਰਮੇਸ਼ ਉਦੋਂ এনवायरमेंट ਮਿਨਿਸਟਰ ਸੀਗੇ, ਉਹ ਪੰਜਾਬ ਆਏ, 2100 ਕਰੋੜ ਰੁਪਇਆ ਦਿੱਤਾ ਜੀ ਉਹਨਾਂ ਨੇ ਇਹਦੇ ਵਾਸਤੇ ਪਾਰਟਿਕੂਲਰਲੀ। ਤੇ ਤੁਸੀਂ ਰਿਕਾਰਡ ਵਿਧਾਨ ਸਭਾ ਦੇ ਕਢਾ ਕੇ ਰੱਖੋ। ਆਈ ਵਾਜ਼ ਦੈਨ ਦ ਲੀਡਰ ਆਫ ਆਪੋਜੀਸ਼ਨ। ਉਦੋਂ ਬਾਦਲ ਸਾਹਿਬ ਨੇ ਰੈਜ਼ੋਲੂਸ਼ਨ ਮੂਵ ਕੀਤਾ ਵੀ ਜੈਰਾਮ ਰਮੇਸ਼, ਦੇਖੋ ਬੜਾ ਇੱਕ ਆਪਣੇ ਆਪ 'ਚ ਇਟ ਵਾਜ਼ ਅ ਹਿਸਟੋਰਿਕ ਮੂਮੈਂਟ ਆਲਸੋ, ਬਿਕਾਜ਼ ਕਾਂਗਰਸ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਅਕਾਲੀ ਇੱਥੇ ਸਰਕਾਰ ਸੀ। ਉਹਨਾਂ ਨੇ ਆਪ ਕਹਿ ਕੇ ਰੈਜ਼ੋਲੂਸ਼ਨ ਪਵਾਇਆ ਵੀ ਅਸੀਂ ਤੁਹਾਨੂੰ, ਉਹਨਾਂ ਨੇ ਕਿਹਾ ਕਿ ਜੈਰਾਮ ਰਮੇਸ਼ ਨੇ ਇੰਨੇ ਪੈਸੇ ਦਿੱਤੇ ਹੈ, ਤੇ ਉਹ ਕਹਿ ਕੇ ਗਿਆ ਬਾਦਲ ਸਾਹਿਬ ਇਹਨਾਂ ਕੰਮਾਂ ਵਾਸਤੇ, ਪੰਜਾਬ ਦਾ ਜਿਹੜਾ ਵਾਤਾਵਰਣ ਸਹੀ ਕਰਨ ਵਾਸਤੇ, ਪਾਣੀ ਦਾ ਸਹੀ ਕਰਨ ਵਾਸਤੇ ਹੋਰ ਪੈਸੇ ਚਾਹੀਦੇ ਤਾਂ ਮੇਰੇ ਤੋਂ ਲੈ ਲਿਓ। ਬਟ ਉਹ ਪੈਸਾ ਕਿੱਥੇ ਗਿਆ, ਕਿੱਥੇ ਲੱਗਿਆ, ਕਿੱਧਰ ਗਿਆ? So these they people have to be aware ਸਾਹਿਬ, that is beside the point। but ਜਿਹੜੇ ਤੁਸੀਂ ਕਹਿ ਰਹੇ ਹੋ ਵੀ ਲੋਕ ਕੋਈ ਨਹੀਂ ਗੱਲ ਕਰਦੇ, ਲੈ ਸਵੇਰੇ ਜਾ ਕੇ ਪਿੰਡਾਂ 'ਚ ਪੁੱਛਣ ਲੱਗ ਜਾਣ, ਜਿੱਥੇ ਪਿੰਡ 'ਚ ਜਾਓਗੇ ਗੱਲ ਤਾਂ ਉਹਨੇ ਕਰਨੀ ਹੈ ਮੇਰੀ, ਆਹ ਦੇਖੋ ਜੀ ਕਿਹਨੇ ਗੱਲ ਕਰਨੀ ਹੈ, ਉਹ ਤਾਂ ਕਹੂਗਾ ਮੈਨੂੰ ਵੀ ਟਿਊਬਲ ਦਾ ਕਨੈਕਸ਼ਨ ਦਿਓ, ਸੁਨੀਲ ਦੇ ਇੱਕ ਟਿਊਬਲ ਲੱਗਿਆ ਮੈਨੂੰ ਵੀ ਦੇ ਦਿਓ। ਕਿਹਨੇ ਪੁੱਛਣਾ ਵੀ ਪਾਣੀ ਹੇਠਾਂ ਜਾ ਰਿਹਾ? that almost all the our zones have become dark। ਆਉਣ ਵਾਲੇ ਝੋਨਾ ਛੱਡ ਸਾਨੂੰ ਤਾਂ ਪੀਣ ਨੂੰ ਪਾਣੀ ਨਹੀਂ ਮਿਲਦਾ ਜੀ। ਜੇ ਨਹਿਰ ਇੱਕ ਦਿਨ ਇੱਕ ਹਫ਼ਤਾ ਬੰਦੀ ਹੋ ਜੇ ਬਾਦ ਸਾਹਿਬ, ਸਾਡਾ ਜਿਹੜਾ ਏਰੀਆ ਆਬੋਰ ਦਾ, ਅਸੀਂ ਪੂਰੇ ਹਿੰਦੁਸਤਾਨ ਨੂੰ ਕਿਨੋ ਦਾ ਜੂਸ ਪਿਆਨੇ ਆ, ਬਟ ਵੁੱਡ ਯੂ ਨੋ ਦੈਟ ਸਾਨੂੰ ਪੀਣ ਦਾ ਪਾਣੀ ਨਹੀਂ ਜੀ ਨਹਿਰ ਬੰਦ ਹੋ ਜੇ ਤਾਂ। So these are basic issues, but people have to be aware ਸਾਹਿਬ। this half baked thing, ਚਾਰ ਗੱਲਾਂ ਸੁਣ ਕੇ ਆ ਕੇ ਹਰੇਕ ਨੂੰ ਆਹ ਦੱਸੋ ਜੀ, but you have to be prepared। ਸਾਰੇ ਭਾਲਦੇ ਆ ਬਿਜਲੀ, ਇਹ ਕਰਦੇ ਜੀ ਮੈਨੂੰ ਆਹ ਵੀ ਮੁਫਤ ਹੋ ਜੇ ਜੀ, ਇਹ ਵੀ ਹੁਣ ਸਾਰੇ ਉਹ ਗੀਤ ਉਹਨਾਂ ਨੇ ਚਾਲੂ ਕੀਤਾ ਸੀ 1000 ਤੋਂ 1000 2000, ਮੇਰੇ ਸ਼ੇਰ ਅਕਾਲੀ 3000 ਤਾਈਂ ਲੈ ਗਏ। ਪੈਸੇ ਕਿੱਥੋਂ ਆਣਗੇ ਸਾਹਿਬ? Has anybody bothered to ask? ਇੰਨੇ ਭੋਲੇ ਤਾਂ ਨਹੀਂ ਜਿਹੜੇ ਲੋਕ ਬੈਠੇ ਐ, ਉਹ ਪੁੱਛਣ ਵੀ ਸਾਨੂੰ ਆਹ ਦੱਸੋ ਜੀ ਪੈਸਾ ਕਿੱਥੋਂ ਆਊਗਾ। ਆਹ ਤਾਂ ਇੱਕ ਗੱਲ ਨਾਲ ਨਹੀਂ ਬਣਦੀ ਵੀ ਅਸੀਂ ਰੇਤਾ ਸਸਤਾ ਕਰ ਦਿਆਂਗੇ ਜੀ, ਜਾਂ ਰੇਤੇ ਚੋਂ ਕੱਢ ਲਿਆਵਾਂਗੇ ਜੀ। ਰੇਤਾ ਹੀ ਇਟ ਵਾਜ਼ ਅ ਗੋਲਡ ਮਾਈਨ, ਫਿਰ ਐਵੇਂ ਲੋਕ ਭੱਜੇ ਫਿਰਦੇ, ਸਾਊਦੀ ਅਰੇਬੀਆ ਇੱਥੇ ਬਣ ਜਾਂਦਾ, ਆਪਾਂ ਹੀ ਰੇਤਾ ਵੇਚ ਦਈਏ, ਇੱਥੇ ਨਾਲ ਕੰਮ ਚਲਾ ਲਈਏ। These are not as simple things, they are not a child's game ਸਾਹਿਬ ਵੀ ਆਪਾਂ ਕਹਿਤਾ ਵੀ ਦਾਰੂ ਨਾਲ ਪੂਰੇ ਕਰ ਦਿਆਂਗੇ ਜਾਂ ਰੇਤੇ ਨਾਲ ਕਰ ਦਿਆਂਗੇ। This needs a deep thinking, but it has to be reciprocal. Society has to be made aware. They have to see that these are the issues, these are issues। ਛੋਡੋ ਜੀ ਬਾਕੀ ਗੱਲਾਂ ਤਾਂ this is your job, you have to do it। ਬਾਕੀ ਹੁਣ ਦੱਸੋ ਕਿਵੇਂ ਕਰੋਗੇ। but I think this issue ਤੁਹਾਡੇ ਵਰਗੇ ਲੋਕ ਚੱਕਣਗੇ ਤਾਂ ਹੀ ਕਿਤੇ ਆਊਗੀ, otherwise this will never be taken up। I'm sorry to say that। ਜਾਖੜ ਸਾਹਿਬ ਮੈਂ ਜੀ, ਨਹੀਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਅਸੀਂ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਰਾਬਰ ਤੈਅ ਹੁੰਦੀ ਹੈ। ਜਾਖੜ ਸਾਹਿਬ ਮੈਂ ਰਾਜਨੀਤੀ ਸ਼ਾਸਤਰ ਤੇ ਪੱਤਰਕਾਰੀ ਦੋਨਾਂ ਦਾ ਵਿਦਿਆਰਥੀ ਰਿਹਾ। ਮੈਨੂੰ ਇੱਕ ਗੱਲ ਦੇ ਉੱਤੇ ਫੇਰ ਰੋਸਾ ਸੀ ਕਿ ਸਾਡਾ ਕਨਸਟੀਟਿਊਸ਼ਨ, ਸਾਡਾ ਸੰਵਿਧਾਨ ਤਾਂ ਕਹਿੰਦਾ ਕਿ ਐਮਐਲਏ ਚੁਣੇ ਜਾਣਗੇ, ਜਿਹੜੀ ਪਾਰਟੀ ਸਭ ਤੋਂ ਵੱਧ ਐਮਐਲਏਜ਼ ਵਾਲੀ ਹੋਏਗੀ, ਬਹੁਮਤ ਮਿਲੂਗਾ, ਉਹਦੇ ਐਮਐਲਏ ਆਪਣਾ ਨੇਤਾ ਚੁਣਨਗੇ ਤੇ ਉਹ ਨੇਤਾ ਜਾ ਕੇ ਰਾਜਪਾਲ ਸਾਹਿਬ ਨੂੰ ਆਖੂਗਾ ਜੀ ਕਿ ਮੈਂ ਨੇਤਾ, ਆਹ ਲਓ ਜੀ ਸਾਡੇ ਵੱਲੋਂ ਅਸੀਂ ਦਾਅਵਾ ਪੇਸ਼ ਕਰਦੇ ਹਾਂ ਤੇ ਸਾਡੀ ਸਰਕਾਰ ਬਣਾ ਦਿਓ। ਮੈਨੂੰ ਐ ਲੱਗਦਾ ਕਿਤੇ ਨਾ ਕਿਤੇ ਸੰਵਿਧਾਨ ਦੀਆਂ ਧੱਜੀਆਂ ਤਾਂ ਰਲ ਮਿਲ ਕੇ ਸਾਰਿਆਂ ਨੇ ਉਡਾਈਆਂ ਕਿ ਐਮਐਲਏ ਨਹੀਂ ਚੁਣਨਗੇ। ਆਪਾਂ ਪਹਿਲਾਂ ਹੀ ਦੇਖ ਲੈਂਦੇ ਆ ਕਿ ਭਾਈ ਐਮਐਲਏ ਜਿਹੜਾ ਬੰਦਾ ਮਰਜ਼ੀ ਬਣੇ, ਥੋੜੇ ਹੁਣ ਬਹੁਤੇ, ਹੁਣ ਮੁੱਖ ਮੰਤਰੀ ਸਾਡੇ ਵੱਲੋਂ ਆ ਹੋਊਗਾ। ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਸਮੱਸਿਆ ਹੋਈ ਹੈ। ਜਾਖੜ ਸਾਹਿਬ ਕੀ ਕਹਿੰਦੇ ਨੇ? This is again ਸਾਹਿਬ ਆ ਜਿਹੜਾ ਤੁਸੀਂ ਕਨਸੈਪਟ ਚੱਕਿਆ ਜੀ, this is a gray area। ਕਿਉਂਕਿ ਜਦੋਂ ਆ ਲੈ ਕੇ ਆਏ ਆ ਕਾਨੂੰਨ ਐਂਟੀ ਡਿਫੈਕਸ਼ਨ ਲਾਅ, that itself says ਵੀ ਤੁਸੀਂ ਅਗਰ ਤੁਹਾਡਾ ਕੋਈ ਮਤਭੇਦ ਹੈ, you can be disqualified if you vote against the will of the party। this could be that on a ਫਾਈਨੈਂਸ਼ੀਅਲ ਜਿਹੜੇ ਬਿੱਲ ਹੁੰਦੇ ਆ ਉਹਦੇ ਉੱਤੇ ਤਾਂ ਗੱਲ ਸਮਝ ਸਕਦੀ ਹੈ ਵੀ ਉਹਦੇ ਨਾਲ ਸਰਕਾਰ ਗਿਰ ਜੂਗੀ। ਬਟ ਆ ਗੱਲਾਂ ਕਈ ਵਾਰੀ ਪਾਰਲੀਮੈਂਟ 'ਚ ਵੀ ਇਹਦੇ ਤੇ ਡਿਬੇਟ ਹੋਈ ਹੈ ਵੀ ਆ ਜਿਹੜਾ ਇਸ ਕਿਸਮ ਦੀਆਂ ਹੋ ਰਹੀਆਂ ਹੈ, ਦੈਨ ਯੂ ਸਾਰੇ ਦੇ ਸਾਰੇ ਇੱਕ ਭੇਡ ਚਾਲ 'ਚ ਜਿਹੜੀ ਉੱਤੋਂ ਆ ਗਈ ਉਹ ਵੀ ਬੋਲੀ ਤੁਰੇ ਜਾਣਗੇ। ਯੂ ਕਾਂਟ ਸਪੀਕ ਅਗੇਂਸਟ ਐਨੀ ਇਸ਼ੂ। ਬਟ ਜਿੱਥੇ ਤਾਈਂ ਸਿਲੈਕਸ਼ਨ ਦਾ ਸਵਾਲ ਹੈ ਸਾਹਿਬ, ਵਨਸ ਯੂ ਆਰ ਇਨ ਅ ਪਾਰਟੀ
of course you have to put your views there and ਉਹਦੇ ਬਾਅਦ ਜਿਹੜਾ ਕੰਸੀਡਰ ਕਰਦੇ ਹੈ and it is by their will only ਜਦੋਂ ਇੱਥੇ ਵੀ ਆ ਹੋਇਆ ਹੈ I don't know under which what were the circumstances ਜਦੋਂ ਤੁਸੀਂ ਦੇਖੋ 18 ਤਰੀਕ ਨੂੰ CLP ਮੀਟਿੰਗ ਹੋਈ ਕੈਪਟਨ ਸਾਹਿਬ ਨੇ ਅਸਤੀਫਾ ਦੇਤਾ ਸੀ ਉਹਦੇ ਬਾਅਦ 4-5 ਵਜੇ 3 ਵਜੇ ਮੇਰੇ ਖਿਆਲ ਮੀਟਿੰਗ ਹੋਈ ਹੈ ਜਿਹਦੇ 'ਚ ਸਾਰੇ MLAs ਨੇ ਲਿਖ ਕੇ ਇੱਕ ਲਾਈਨ ਰੈਜ਼ੋਲੂਸ਼ਨ ਦੇਤਾ ਵੀ ਸਾਨੂੰ ਜੋ ਹਾਈ ਕਮਾਂਡ ਕਹੂਗੀ ਸਾਨੂੰ ਪਸੰਦ ਹੈ ਸਭ ਉਹਦੇ ਬਾਅਦ ਕਿਉਂ ਇਹਨਾਂ ਨੇ ਡਿਸਾਈਡ ਕੀਤਾ ਵੀ ਵੋਟ ਕਰ ਲਓ MLAs ਦੀ ਓਪੀਨੀਅਨ ਦੁਬਾਰਾ ਤੋਂ ਅੱਡ ਲੈ ਲਓ ਬਟ ਦੇ ਹੈਡ ਡਿਸਾਈਡਡ ਇਟ ਵਾਸ देयर ਵਿਊ ਸੋ ਦਿਸ ਹੈਜ਼ ਬਿਕਮ ਅ ਟ੍ਰੈਂਡ ਬਟ ਅਗੇਨ ਅਵੇਅਰਨੈਸ ਆਫ ਅਨਲੈਸ ਐਂਡ ਅੰਟਿਲ ਦ ਹੋਲ ਸਿਸਟਮ ਨੀਡਸ ਇਨ ਇਟ ਕੈਨੋਟ ਬੀ ਇੱਕ ਪਾਸਿਓਂ ਤਾਲੀ ਹੱਥ ਨਾਲ ਤਾਲੀ ਨਹੀਂ ਵੱਜਦੀ ਸਭ ਪੀਪਲ ਡੈਮੋਕ੍ਰੇਸੀ ਵਿਦਆਊਟ ਐਜੂਕੇਸ਼ਨ ਇਜ਼ ਅ ਫਾਰਸ Since you are a political science education, you would be knowing much better. ਹੁਣ ਤੁਹਾਡੇ ਵਾਲੇ ਲੈਵਲ ਦਾ ਤੁਸੀਂ ਕੈਨੇਡਾ 'ਚ ਜਿਸ ਕਿਸਮ ਦੀ ਅਵੇਅਰਨੈਸ ਹੈ ਉੱਥੇ ਦੇਖ ਕੇ ਤੇ ਇੱਥੇ ਨਾਲ ਸਾਡੇ ਇੱਥੇ ਤਾਂ MLA ਵੀ ਕੀ ਜਾਂਦੇ ਜੀ ਵਾਈ ਇਜ਼ ਦਿਸ ਐਂਟੀ ਡਿਫੈਕਸ਼ਨ ਲਾਅ ਯਾਰ ਇੱਥੇ ਤੁਸੀਂ ਗੋਆ 'ਚ ਦੇਖ ਲਿਓ ਮੈਜੋਰਟੀ ਕਾਂਗਰਸ ਦੀ ਇੱਕ ਵੋਟ ਘੱਟ ਸੀ ਜਿਨ੍ਹਾਂ ਕੋਲ ਵੋਟਾਂ ਹੀ ਉਹ MLA ਨਹੀਂ ਸੀ ਉਹਨਾਂ ਦੀ ਸਰਕਾਰ ਬਣ ਗਈ ਤੇ ਅਸੀਂ ਇੱਕ ਵੋਟ ਦੀ ਭਾਲਦੇ ਰਹਿ ਗਏ ਉੱਥੇ ਮਨੀਪੁਰ ਉਧਰਲੇ ਪਾਸੇ ਕੀ ਹੈ ਨਾਰਥ ਈਸਟ 'ਚ ਸੋ when you are fighting for your either you take care of your own ਪਹਿਲਾਂ ਤਾਂ ਢਿੱਡ 'ਚ ਨਾ ਹੁਣ ਰੋਟੀਆਂ ਉਹ ਲੜੀ ਜਾਂਦੇ ਵੀ ਮੇਰਾ ਇਸ 'ਚ ਕੀ ਹੈ so these basic fundamental issues are lost when you are fighting with poverty of extreme level or maybe you are bankruptcy of morality also ਸਾਰੀਆਂ ਗੱਲਾਂ ਰਲ ਮਿਲ ਕੇ ਜੀ this I am too small a fry to comment on this is I these needs a ਲੋਕਾਂ ਨੂੰ ਅੰਦਰੋਂ ਕਿਤੇ ਸਾਡਾ ਤਾਂ ਮੈਂ ਸਮਝਦਾ ਵੀ ਆਪਾਂ ਸਾਰਾ ਕੁਝ ਆਪਣਾ ਇਖਲਾਕ ਹੀ ਵੇਚ ਕੇ ਬਹਿ ਗਏ ਹੁਣ ਤਾਂ ਸਭ ਕੁਝ ਵਿਕੀ ਜਾਂਦਾ ਇੱਥੇ ਇਸ ਹਮਾਮ 'ਚ ਜੀ ਜਾਖੜ ਸਾਹਿਬ ਇਸ ਗੱਲ ਦੇ ਲਈ ਤੁਹਾਡਾ ਧੰਨਵਾਦ ਕਿਉਂਕਿ ਮੈਂ ਜਦੋਂ ਤੁਹਾਨੂੰ ਪੁੱਛਿਆ ਸੀ ਤੁਸੀਂ ਕਿਹਾ ਸੀ ਜੋ ਮਰਜ਼ੀ ਪੁੱਛੋ ਜੀ ਸਵਾਲਾਂ ਦਾ ਕੋਈ ਰੌਲਾ ਨਹੀਂ ਕੋਈ ਖੁੱਲਾ ਏਰੀਆ ਉਸ ਗੱਲ ਦੇ ਲਈ ਤੁਹਾਡਾ ਧੰਨਵਾਦ ਕਿਉਂਕਿ ਪੰਜਾਬ ਦੇ ਬਹੁਤੇ ਲੀਡਰ ਹੁਣ ਇਦਾਂ ਦੇ ਖੁੱਲੇ ਹੈ ਨਹੀਂ ਤੇ ਸਾਡੇ ਭਾਈਚਾਰੇ 'ਚ ਵੀ ਇਦਾਂ ਦਾ ਕੰਮ ਹੈਗਾ ਕਿ ਅਸੀਂ ਵੀ ਕਈ ਵਾਰੀ ਪੁੱਛਣ ਜੋਗੇ ਨਹੀਂ ਹੁੰਦੇ ਪਰ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਪੁੱਛਣ ਲੱਗਿਆ ਮੈਨੂੰ ਯਾਦ ਹੈ ਜਾਖੜ ਸਾਹਿਬ ਜਦੋਂ ਤੁਸੀਂ ਪ੍ਰਧਾਨਗੀ ਛੱਡੀ ਤਾਂ ਸਿੱਧੂ ਸਾਹਿਬ ਬੈਠੇ ਤੇ ਤੁਸੀਂ ਉੱਥੇ ਸੰਬੋਧਨ ਕਰਦੇ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਸੀ ਕੈਪਟਨ ਸਾਹਿਬ ਵੀ ਉੱਥੇ ਬੈਠੇ ਤਾਂ ਤੁਸੀਂ ਕਿਹਾ ਸੀ ਕਿ ਕੈਪਟਨ ਸਾਹਿਬ ਨੇ ਕਦੇ ਮੇਰੀ ਗੱਲ ਨਹੀਂ ਮੋੜੀ ਤੁਸੀਂ ਇਹ ਵੀ ਕਿਹਾ ਸੀ ਕਿ ਭਾਈ ਆਪਾਂ ਪੰਜਾਬ ਬਚਾਉਣਾ ਹੈ ਕੈਪਟਨ ਅਮਰਿੰਦਰ ਸਿੰਘ ਉਹਦੇ ਤੋਂ ਬਾਅਦ ਕਈ ਵਾਰੀ ਬਿਆਨ ਦੇ ਚੁੱਕਿਆ ਜੀ ਕਿ ਗੱਲ ਕੀ ਕਰਦੇ ਬਹੁਤੇ ਸਾਡੇ ਬੰਦੇ MLA ਮੰਤਰੀ ਰੇਤਾ ਦੇ 2 ਨੰਬਰ ਦੇ ਧੰਦੇ 'ਚ ਲੱਗੇ ਹੋ ਸੀ ਮੈਂ ਬੀਬੀ ਸੋਨੀਆ ਗਾਂਧੀ ਨੂੰ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਐਕਸ਼ਨ ਲਓ ਮੈਂ ਕਿਹਾ ਜੀ ਐਕਸ਼ਨ ਕਿਤੇ ਲਵਾਂ ਸਾਰਾ ਹਮਾਮ ਦੇ ਵਿੱਚ ਤਾਂ ਸਾਰੇ ਨੰਗੇ ਨੇ ਇਦਾਂ ਦੀਆਂ ਗੱਲਾਂ ਹੋਈਆਂ ਕੀ ਜਾਖੜ ਸਾਹਿਬ ਜਿਹੜੇ ਉਸ ਦਿਨ ਧੰਨਵਾਦ ਕਰਕੇ ਆਏ ਕਿ ਕੈਪਟਨ ਸਾਹਿਬ ਨੇ ਕਦੇ ਮੇਰੀ ਗੱਲ ਨਹੀਂ ਮੋੜੀ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਤੋਂ ਕਿਉਂਕਿ ਤੁਸੀਂ ਐਸੇ ਬੰਦੇ ਹੋ ਜਿਨ੍ਹਾਂ ਦੇ ਉੱਤੇ ਦਾਗ ਕੋਈ ਨਹੀਂ ਲੱਗਾ ਕਿ ਜਾਖੜ ਸਾਹਿਬ ਦੀ ਚੁੱਪੀ ਉਹ ਕਹਿੰਦੇ ਜੀ ਮੈਂ ਪਾਰਟੀ ਬਚਾਉਣ ਦੇ ਲਈ ਮੈਨੂੰ ਬੜੀ ਅਜੀਬ ਸਥਿਤੀ ਪੈਦਾ ਹੋਈ ਕਿ ਇੱਕ ਸੰਵਿਧਾਨ ਦੇ ਆਪਾਂ ਸਹੁੰ ਚੁੱਕਦੇ ਆ ਮੁੱਖ ਮੰਤਰੀ ਆ ਪਰ ਪਾਰਟੀ ਬਚਾਉਣ ਦੇ ਲਈ ਕੋਈ 2 ਨੰਬਰ ਦਾ ਕੰਮ ਕਰਦਾ ਉਹਦੇ ਤੇ ਕਾਰਵਾਈ ਨਹੀਂ ਕਰਦੇ ਕੀ ਸੁਨੀਲ ਜਾਖੜ ਹੋਰੀ ਭਾਵੇਂ ਪਾਰਟੀ ਦੇ ਹੀ ਪ੍ਰੈਜ਼ੀਡੈਂਟ ਸੀ ਸੂਬੇ ਦੇ ਸੰਵਿਧਾਨ ਦੀ ਸਹੁੰ ਤਾਂ ਨਹੀਂ ਸੀ ਚੱਕੀ ਪਰ ਜੇ ਆਪਾਂ ਪਾਰਟੀਆਂ ਬਚਾਉਣ ਦੇ ਲਈ ਜ਼ੁਬਾਨ ਨਹੀਂ ਖੋਲਾਂਗੇ ਤਾਂ ਕਿਤੇ ਨਾ ਕਿਤੇ ਪੰਜਾਬੀ ਨਾਲ ਧੋਖਾ ਤਾਂ ਨਹੀਂ ਆਈ ਰਿਸਪੈਕਟ ਯੂਰ ਕੁਐਸਚਨ ਤੇ ਬਹੁਤ ਹੀ ਅੱਜ ਮੈਂ ਸਮਝਦਾ ਸੁਭਾਗ ਦੀ ਗੱਲ ਹੈ ਮੇਰੇ ਵਾਸਤੇ ਸੱਚ ਅ ਗੁੱਡ ਵਟ ਯੂ ਕਾਲ ਚਾਂਸ ਟੁਡੇ ਇਟਸ ਅ ਕੋਇਨਸੀਡੈਂਸ ਤੁਸੀਂ ਅੱਜ ਪੁੱਛ ਰਹੇ ਹੋ ਅੱਜ ਤੁਸੀਂ ਧਿਆਨ ਕੀਤਾ ਰਾਹੁਲ ਗਾਂਧੀ ਨੇ ਤੁਸੀਂ ਪਤਾ ਨਹੀਂ ਸਪੀਚ ਸੁਣੀ ਕਿ ਨਹੀਂ ਸੁਣੀ ਜਿਹੜੀ ਉਹਨਾਂ ਨੇ ਲੁਧਿਆਣੇ ਦਿੱਤੀ ਹੈ ਜੀ ਉਹਨਾਂ ਨੇ ਕੀ ਕਿਹਾ ਸੁਨੀਲ ਵਾਸਤੇ ਜੀ ਉਹਨਾਂ ਨੇ ਕਿਹਾ ਸੁਨੀਲ ਆ ਕੇ ਕਿਸੇ ਦੀ ਨਹੀਂ ਕਹਿੰਦਾ ਵੀ ਕਿਸੇ ਨੇ ਉਹਦੀ ਲੱਤ ਖਿੱਚੀ ਜਾਂਦਾ ਕਿ ਇਹਦੀ ਲੱਤ ਖਿੱਚੀ ਜਾਂਦਾ ਉਹ ਬੰਦ ਕਮਰੇ ਦੇ ਅੰਦਰ ਬੜੀ ਗੰਭੀਰ ਮਤਲਬ ਡੂੰਘੀ ਗੱਲ ਕਰਦਾ ਹੈ ਤੇ ਇਜ਼ ਨਾਟ ਸੁਪਰਫਿਸ਼ੀਅਲ ਤੇ ਬੰਦ ਕਮਰੇ 'ਚ ਉਹ ਗੱਲਾਂ ਜੋ ਕਰਦਾ ਹੈ ਸਭ ਐਵਰੀ ਇਸ਼ੂ ਐਵਰੀਥਿੰਗ ਇਨਫੈਕਟ ਤੁਸੀਂ ਯਾਦ ਕਰੋ ਜਿਹਦੇ ਕਰਕੇ ਹੁਣ ED ਦੀ ਰੇਡ ਪਈ ਹੈ ਇਹਨਾਂ ਦੇ ਚੰਨੀ ਜੀ ਦੇ ਭਤੀਜੇ ਤੇ ਜਾਂ ਭਾਣਜੇ ਤੇ ਉਹ ਜਿਹੜੀ ਫੋਟੋਗ੍ਰਾਫ ਆਈ ਸੀਗੀ ਜਿਹਦੇ ਵਿੱਚ ਹੈਲੀਕਾਪਟਰ 'ਚ CM ਸਾਹਿਬ ਨੇ ਉੱਤੋਂ ਲਈ ਸੀਗੀ ਜਿਹੜੀ ਇੱਥੇ ਦਰਿਆ ਦੇ ਅੰਦਰ ਉਹ ਵੱਡੀ ਜਿਹੜੀ ਡਰੈਗ ਮਸ਼ੀਨਸ ਲੱਗੀਆਂ ਨਾਟ ਇਵਨ JCB ਦੋਸ ਬਿਗ ਨਵਾਂ ਸ਼ਹਿਰ ਦੇ ਕੋਲੇ ਡਰੈਗ ਮਸ਼ੀਨਸ ਜਿਹੜੀਆਂ ਲੱਗੀਆਂ ਸੀਗੀਆਂ ਆਈ ਵਾਸ ਦੈਟ ਡੇ ਵਿਦ ਹਿਮ ਕੈਪਟਨ ਸਾਹਿਬ ਨਾਲ ਅਸੀਂ ਉਹ ਦਿਨ ਕਰਤਾਰਪੁਰ ਸਾਹਿਬ ਲਾਂਘੇ ਵਾਲੇ ਮਸਲੇ 'ਚ ਜਾ ਰਹੇ ਸੀਗੇ ਉੱਥੇ ਉਦੋਂ ਲਾਂਘੇ ਖੁੱਲ੍ਹਣ ਦਾ ਸਾਰਾ ਪ੍ਰੋਸੈਸ ਚੱਲ ਰਿਹਾ ਸੀਗਾ ਪ੍ਰੀਪੇਅਰਿੰਗ ਫॉर ਇਟ ਤੇ ਜਦੋਂ ਉੱਤੋਂ ਦੇ ਨਿਕਲੇ ਮੈਂ ਦੇਖਿਆ ਇਨਫੈਕਟ CM ਸਾਹਿਬ ਕੋ ਆਪਣੀ ਫਾਈਲ ਦੇਖ ਰਹੇ ਸੀ ਮੈਂ ਕਿਹਾ ਕੈਪ ਸਾਹਿਬ ਨਿਗਾਹ ਕਰਿਓ ਹੇਠਾਂ ਤੇ ਬਾਈ ਦਾ ਟਾਈਮ ਲੁੱਕ ਟੂ ਕਹਿੰਦਾ ਕਿਹਾ ਮੈਂ ਕਿਹਾ ਜੀ ਉਹ ਦੇਖੋ ਹੇਠਾਂ ਆਪਣੇ ਤਾਂ ਸਾਹਮਣੇ ਅੱਖਾਂ ਦੇ ਸਾਹਮਣੇ ਚੱਲ ਰਿਹਾ ਕੰਮ ਸੋ ਕਹਿੰਦੇ ਅੱਛਾ ਦੇਖਦੇ ਹਾਂ ਕਰਕੇ ਇਹਨੇ ਨੂੰ ਹੈਲੀਕਾਪਟਰ ਤੇ ਚੱਲੀ ਜਾਂਦਾ ਸੀ ਜੇ ਟੁਕ ਅ ਵਾਈਲ
ਤੇ ਉਹ ਵੀ ਕਹਿੰਦੇ ਹੁਣ ਨਿਕਲਿਆ ਬਾਅਦ। ਮੈਂ ਕਿਹਾ ਨਹੀਂ ਜੀ, ਉਹ ਤਾਂ ਤੁਸੀਂ ਦੇਖਿਆ ਨਹੀਂ, ਇਟ ਇਜ਼ ਨਾਟ ਅ ਸਮਾਲ ਆਪਰੇਸ਼ਨ, ਇਜ਼ ਅ ਮੇਜਰ ਆਪਰੇਸ਼ਨ ਗੋਇੰਗ ਔਨ, ਐ ਨਾ ਕਰੀਏ ਆਪਾਂ ਮੁੜੀਏ। ਸੋ ਹੀ ਵਾਸ ਸਟਿਲ ਰਿਲੈਕਟੈਂਟ। ਕੁਝ ਦੇਰ ਪਹਿਲਾਂ ਹੋ ਸਕੇ ਕਿ ਨਹੀਂ ਕੋਈ ਨਹੀਂ ਸੁਨੀਲ। ਮੈਂ ਕਿਹਾ ਨਹੀਂ ਚੱਲੀਏ ਜੀ। ਸੋ ਮੈਂ ਸਮਝਦਾ ਵੀ ਅਸੀਂ ਘੱਟੋ ਘੱਟ 50 ਕਿਲੋਮੀਟਰ ਨਿਕਲ ਗਏ ਹੋਵਾਂਗੇ। ਹੈਲੀਕਾਪਟਰ ਕਿਹੜਾ ਹੌਲੀ ਚੱਲੀ ਜਾਂਦਾ ਸੀ, ਉਹ ਤਾਂ ਨਿਕਲ ਗਿਆ ਜੀ। 5 ਮਿੰਟਾਂ ਦਾ ਉੱਥੋਂ ਗੇੜਾ ਮਰਵਾ ਕੇ ਮੈਂ ਲੈ ਕੇ ਆਇਆ ਜੀ। ਵੀ ਫਲੂ ਓਵਰ ਇਟ। ਤੇ ਸਾਡੇ ਨਾਲ ਉਹਨਾਂ ਦੇ ਮੀਡੀਆ ਐਡਵਾਈਜ਼ਰ ਵੀਨ ਠਕਰਾਲ ਜੀ ਸੀ। ਉਸ ਦਿਨ ਹੈਲੀਕਾਪਟਰ 'ਚ ਖੂਬੀ ਰਾਮ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਸੀ। ਮੈਂ ਕਿਹਾ ਜੀ ਆ ਉੱਥੇ ਫਿਰ ਉਹਨਾਂ ਨੇ ਫੋਟੋਗ੍ਰਾਫ ਲਈਆਂ। ਮੈਂ ਕਿਹਾ ਜੀ ਹੁਣ ਉਹਨੂੰ ਕਹੋ ਵੀ ਇਹ ਚੈੱਕ ਕਰਨ ਆ ਕੇ ਉੱਥੇ। ਦੇ ਟਰਾਈ ਟੂ ਕਾਲ, ਉੱਥੋਂ ਸਿਗਨਲ ਹੈ ਨਹੀਂ ਸੀ ਜਾਂ ਕਨੈਕਟ ਨਹੀਂ ਹੋਇਆ। ਸੋ ਬਾਏ ਦਾ ਟਾਈਮ ਵੀ ਲੈਂਡਡ ਸਮਵੇਅਰ ਅਲੋਂਗ ਦਾ ਲਾਈਨ ਉਹ ਹੋ ਗਿਆ। ਉਹਨਾਂ ਨੂੰ ਕਿਹਾ ਚੈੱਕ ਕਰੋ। ਇਹ ਜੀ ਗੱਲ ਨਹੀਂ, ਗੱਲਾਂ ਨਹੀਂ ਕੀਤੀਆਂ ਸਭ। ਐਵਰੀਥਿੰਗ ਬੰਦ ਕਮਰੇ 'ਚ ਸਭ। ਅਗਰ ਮੈਂ ਬਾਹਰ ਆ ਕੇ ਰੌਲਾ ਪਾਉਣ ਲੱਗ ਜਾ, ਆਈ ਥਿੰਕ ਦੇਖੋ ਸਿੱਧੂ ਸਾਹਿਬ ਦੀ ਆਪਣੀ ਇੱਕ ਨੇਚਰ ਹੈ, ਮੇਰਾ ਕੰਮ ਕਰਨ ਦਾ ਇੱਕ ਹੋਰ ਤਰੀਕਾ ਹੈ ਸਾਹਿਬ। ਆਈ ਐਮ ਵਿਦਿਨ ਦ ਪਾਰਟੀ everything. I'm record with somebody else also. ਰਾਹੁਲ ਗਾਂਧੀ ਜੀ ਦੀ ਪਿੱਟ ਸੁਣਦੀ ਹੈ, ਕੈਪਟਨ ਸਾਹਿਬ ਦੀ ਪਿੱਟ ਸੁਣਦੀ ਹੈ। ਜਦੋਂ ਵੀ ਸਾਡੀ ਕੋਈ ਮੀਟਿੰਗ ਉੱਥੇ ਹੁੰਦੀ ਸੀ ਦਿੱਲੀ 'ਚ ਇਕੱਠੀ, ਮੈਨੂੰ ਰਾਹੁਲ ਜੀ ਪੁੱਛਦੇ, ਕਹਿੰਦਾ ਸੁਨੀਲ ਤੁਸੀਂ ਵੁੱਡ ਯੂ ਲਾਈਕ ਟੂ ਟਾਕ ਟੂ ਮੀ ਸੈਪਰੇਟਲੀ? ਮੈਂ ਕਿਹਾ ਨਹੀਂ, ਮੈਂ ਪਿੱਠ ਪਿੱਛੇ ਕੋਈ ਗੱਲ ਕਰੂੰਗਾ ਚੁਗਲੀ ਹੋ ਜੂਗੀ। I have that much moral courage and I have that kind of a relation with Captain ਸਾਹਿਬ। ਮੈਂ ਜੋ ਵੀ ਗੱਲ ਹੈ ਮੈਂ ਕਹਿ ਸਕਦਾ, because he knows I'm speaking with a good intention and I'm speaking from my heart. ਤੇ I have no compunction, ਮੈਂ ਕਿ ਉਹਨਾਂ ਸਾਹਮਣੇ ਗੱਲ ਕਰੂੰਗਾ ਮੈਂ। So all these issues were discussed। ਜਿੱਥੇ ਕਿਤੇ ਵੀ ਗੱਲ ਆਈ ਉਹਨਾਂ ਨੇ ਆਪਣੀ ਗੱਲ ਰੱਖੀ, ਮੈਂ ਆਪਣੀ ਗੱਲ ਰੱਖੀ। I have not all the facts, I am not, ਮੈਂ ਕੋਈ intelligence agencies don't report to me, but whatever ਜਿਹੜੀ ਮੈਂ ਲੋਕਾਂ ਤੋਂ ਸੁਣ ਕੇ, ਵਰਕਰਾਂ ਤੋਂ ਸੁਣ ਕੇ, ਪਬਲਿਕ ਦੀ ਆਵਾਜ਼ ਹੈ ਉਹ ਇੱਥੇ ਤਾਈਂ ਵੀ ਪਹੁੰਚਾਈ, ਉੱਥੇ ਤਾਈਂ ਵੀ ਪਹੁੰਚਾਈ। ਤੇ ਜਿੱਥੇ ਤਾਈਂ ਗੱਲ ਆਵੇ ਮੈਨੂੰ ਉਤਲਿਆਂ ਨੇ ਨਹੀਂ ਕਰਨ ਦਿੱਤਾ ਕਿ ਕਰਨ ਦਿੱਤਾ ਹੈ। ਦੇਖੋ ਮੈਂ ਸਮਝਦਾ ਉਤਲਿਆਂ ਨੂੰ ਇਸ ਗੱਲ 'ਚ ਕਿਤੇ ਕੋਈ ਕੁਤਾਹੀ ਨਹੀਂ ਸੀ ਵੀ ਤੁਸੀਂ ਬੇਅਦਬੀ ਵਾਲਿਆਂ ਨੂੰ ਕਾਰਵਾਈ ਕਰੋ, ਰੀਚ ਟੇਕ ਇਟ ਟੂ ਅ ਲੌਜੀਕਲ ਕਨਕਲੂਜਨ। ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਡਰੱਗ ਵਾਲਿਆਂ ਦੇ ਖਿਲਾਫ ਕਾਰਵਾਈ ਨਾ ਕਰੋ। ਕਿਤੇ ਇਸ ਗੱਲ ਦੀ ਗੱਲ ਨਹੀਂ ਹੋਈ ਵੀ ਡੋਂਟ ਟੇਕ ਐਕਸ਼ਨ ਅਗੇਂਸਟ ਜਿਹੜੀ ਆ ਡਰੱਗ ਜਿਹੜਾ ਟਰਾਂਸਪੋਰਟ ਮਾਫੀਆ ਹੈ। ਸੋ ਜੋ ਵੀ ਕੋਈ ਲਿਮਿਟੇਸ਼ਨਸ ਰਹੀਆਂ ਹੋਣੀਆਂ, ਮੇ ਬੀ ਦੇਵਰ ਲੀਗਲ ਲੂਪ ਹੋਲਸ। ਔਰ ਦੇਖਿਆ ਨਾ, ਇੱਕ ਸਰਕਾਰ ਹੈ ਜੀ, ਪਾਰਟੀ ਇੱਕ ਹੋਰ ਅਦਾਰਾ, ਸਾਡੀ ਕੋਈ RSS ਵਾਲਾ ਹਿਸਾਬ ਕਿਤਾਬ ਹੈ ਨਹੀਂ ਵੀ RSS ਹੀ ਚਲਾ ਰਹੀ ਹੈ। ਕੈਪਟਨ ਸਾਹਿਬ ਵਾਸ ਸੱਚ ਹੈ ਹਾਈ, ਕਿੰਨਾ ਉਹਦਾ ਸਟੇਚਰ ਸੀਗਾ। ਸੋ ਪਾਰਟੀ ਔਰ ਪੀਪਲ ਹੈਡ ਫੁੱਲ ਫੇਥ ਇਨ ਹਿਮ ਐਂਡ ਆਈ ਥਿੰਕ ਸਾਰੀਆਂ ਗੱਲਾਂ ਇਸ ਕਰਕੇ ਹਾਈ ਕਮਾਂਡ ਤੇ ਅੱਜ ਪਾਣਾ ਵੀ ਹਾਈ ਕਮਾਂਡ ਨੇ ਮੈਨੂੰ ਰੋਕਤਾ ਜਾਂ ਮੈਂ ਨਹੀਂ ਕੀਤਾ ਕਿਉਂਕਿ ਪਾਰਟੀ ਨੂੰ ਨੁਕਸਾਨ ਸੀਗਾ। ਮੈਂ ਕਈ ਵਾਰੀ ਕਿਹਾ ਜੀ ਅਜੇ ਕਈ ਬੰਦੇ ਸੀਗੇ, there were few people I also knew। ਮੈਂ ਕਿਹਾ ਜੀ ਤੁਸੀਂ ਪਿਛਲੀ ਵਾਰੀ 2002 'ਚ ਆਂਦੇ ਸਿੱਧੂ ਨੂੰ ਹੱਥ ਪਾਇਆ ਸੀਗਾ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਾਲਾ ਸੀਗਾ, and you started your innings on a very firm footing। 5 ਸਾਲ ਤੁਸੀਂ ਖੱਟੀ ਖਾਧੀ ਉਸ ਗੱਲ ਦੀ। ਤੇ ਆ ਜਿਹੜਾ ਇੱਕ ਅੱਧਾ ਕੋਈ ਕਾਂ ਮਾਰ ਕੇ ਟੰਗ ਦਿਓ, it will make your life better, it will strengthen your position and it will put an end to ਜਿਹੜੇ ਮੇਰੇ ਵਰਗੇ ਵੀ ਕਿਸੇ ਦਾ। ਦੇਖੋ ਜਦੋਂ ਐਡੇ ਗੱਫੇ ਦੇਖ ਕੇ ਕਿਸੇ ਦਾ ਜੀ ਲਲਚਾ ਜਾਂਦਾ ਜੀ। ਆਈ ਡੋਂਟ ਬਲੇਮ them। ਅੱਜ ਕੱਲ ਪੈਮਾਨੇ ਹੀ ਬਹੁਤ ਵੱਡੇ ਹੋ ਗਏ, ਕਹਿੰਦਾ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ ਜਿਸ ਤਰ੍ਹਾਂ ਲੁੱਟੀ ਜਾਂਦੇ। ਪਰ ਜੇ ਕਿਤੇ ਖੜਕਾ ਕਰ ਦਿੰਦੇ, ਅੱਜ ਆਹ ਹਾਲ ਸਾਡੇ ਨਹੀਂ ਸੀ ਹੋਣੇ ਸਭ। that I agree with you whatever the reasons may be, but ਮੈਂ ਆਪਣੇ with a clear conscience I can tell you, ਤੁਹਾਡੇ ਅੱਖ 'ਚ ਅੱਖ ਪਾ ਕੇ ਮੈਂ ਗੱਲ ਕਰਕੇ ਕਹਿ ਸਕਦਾ ਵੀ not for a moment I have hesitated, not for a moment I can tell you for sure that ਰਾਹੁਲ ਗਾਂਧੀ ਜੀ ਨੇ ਕਿਤੇ ਉਹਨਾਂ ਨੂੰ ਰੋਕਿਆ ਹੋਵੇ ਕਾਰਵਾਈ ਕਰੋ ਨਾ ਕਰੋ। ਮੇ ਬੀ ਇਟ ਵਾਜ਼ ਹਿਸ ਜਜਮੈਂਟ ਵੀ ਨਹੀਂ ਇਹਨਾਂ ਨੂੰ ਮੌਕਾ ਦੇ ਲਈਏ, ਸੁਧਰ ਜਾਣਗੇ, ਸੁਧਰੇ ਕਿ ਨਹੀਂ ਸੁਧਰੇ। ਬਟ ਦੇ ਹੈਵ earned us a bad name which could have been very well avoided। Southern evil could have been nipped right in the bud। ਉਦੋਂ ਕੋਈ ਕਦਾ ਮਾਰ ਕੇ ਟੰਗਿਆ ਹੁੰਦਾ ਤੇ ਮੈਂ ਦੇਖੋ ਤੁਸੀਂ ਕੀ ਬੱਲੇ ਬੱਲੇ ਹੋਣੀ ਸੀ ਸਭ। This is a regret I have and a regret for the party I have। ਜੀ ਕਾਂਗਰਸ ਸੌਖੀ ਹੁੰਦੀ ਨਾ ਹੁੰਦੀ, ਸ਼ਾਇਦ ਪੰਜਾਬੀ ਸੌਖੇ ਹੋ ਜਾਂਦੇ ਜੇ ਇਦਾਂ ਹੋਇਆ ਹੁੰਦਾ ਸ਼ਾਇਦ। That's what I mean sir। ਜੀ ਜਾਖੜ ਸਾਹਿਬ ਮੈਂ ਦੋ ਚੀਜ਼ਾਂ ਤੁਹਾਡੀਆਂ ਕੋਟ ਕਰਦਾ। ਅੱਜ ਹੀ ਤੁਸੀਂ ਇੱਕ ਕਿੰਨੂ ਸ਼ਬਦ ਵਰਤਿਆ ਕਿ ਤੁਸੀਂ ਕਿੰਨੂ ਦਾ ਜੂਸ ਪਿਆਉਂਦੇ ਹੋ, ਕਿਉਂਕਿ ਇੱਧਰ ਹੁਸ਼ਿਆਰਪੁਰ ਤੇ ਤੁਹਾਡਾ ਜਿਹੜਾ ਇਲਾਕਾ ਆ ਇਹ ਦੋ ਹੀ ਤਾਂ ਥਾਵਾਂ ਨੇ ਜਿੱਥੇ ਸਾਡੇ ਕੋਲੇ ਇਹ ਫਰੂਟ ਹੁੰਦਾ ਹੈ। ਦੂਸਰਾ ਤੁਸੀਂ ਕਿਸਾਨਾਂ ਦਾ ਜ਼ਿਕਰ ਆਪਣੇ ਲੁਧਿਆਣੇ ਵਾਲੇ ਭਾਸ਼ਣ 'ਚ ਵੀ ਕੀਤਾ ਸੀ। ਤੁਹਾਡਾ ਪਰਿਵਾਰ ਬਹੁਤ ਪੁਰਾਣਾ ਜੁੜਿਆ ਹੈ ਕਿ ਲੋਕ ਸਭਾ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਕੁਰਸੀ ਹੁੰਦੀ ਹੈ ਉੱਥੇ ਤੱਕ, ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰੀਆਂ ਤੱਕ ਤੁਸੀਂ ਸੁੱਖ ਨਾਲ ਲੋਕ ਸਭਾ 'ਚ ਸਾਰੇ ਪਾਸੇ ਰਹੇ। ਮੈਂ ਜ਼ਰੂਰ ਇਹ ਜਾਣਨਾ ਚਾਹੁੰਦਾ ਕਿ ਕੀ
ਘਾਟ ਕਿੱਥੇ ਹੈ? ਪੰਜਾਬੀਆਂ 'ਚ ਹੈ, ਲੀਡਰਸ਼ਿਪ ਦੇ ਵਿੱਚ ਹੈ, ਪਾਲਿਸੀ ਦੇ ਵਿੱਚ ਹੈ, ਕਿ ਕਿੰਨੂੰ ਹੁੰਦਾ ਹੈ? ਤੁਹਾਡੇ ਕੋਲ ਵੀ ਹੁੰਦਾ, ਸਾਡੇ ਕੋਲੇ ਹੁਸ਼ਿਆਰਪੁਰ ਵੀ ਹੁੰਦਾ ਹੈ ਕਿਉਂਕਿ ਮੈਂ ਦੁਆਬੇ ਤੋਂ ਹਾਂ, ਪਰ ਅਸੀਂ ਕਿੰਨੂੰ ਤਾਂ ਭੇਜਦੇ ਹਾਂ ਪਰ ਕਿੰਨੂੰ ਦਾ ਜੂਸ ਨਹੀਂ ਭੇਜਦੇ। ਅਸੀਂ ਆਲੂ ਤਾਂ ਭੇਜਦੇ ਹਾਂ ਪਰ ਚਿਪਸ ਨਹੀਂ ਭੇਜਦੇ। ਹਾਲਾਂਕਿ ਮੈਨੂੰ ਇਸ ਗੱਲ ਦਾ ਵੀ ਕਿਤੇ ਨਾ ਕਿਤੇ ਰੋਸਾ ਰਹਿੰਦਾ ਹੈ ਕਿ ਅਕਾਲੀ ਭਾਜਪਾ ਦੀ ਸਰਕਾਰ ਪੰਜਾਬ 'ਚ ਵੀ ਰਹੀ, ਸੈਂਟਰ 'ਚ ਰਹੀ, ਤੁਹਾਡੀ ਵੀ ਸਰਕਾਰ ਪੰਜਾਬ 'ਚ ਰਹੀ, ਉਦੋਂ ਸੈਂਟਰ 'ਚ ਵੀ ਸੀ, ਡਾਕਟਰ ਮਨਮੋਹਨ ਸਿੰਘ ਹੋਰੀ ਆ ਗਿਆ ਸੀ। ਕੀ ਉਹ ਸਾਰੀਆਂ ਚੀਜ਼ਾਂ ਜਾਣੀ ਨਹੀਂ ਹੋ ਪਾਉਂਦੀਆਂ ਕਿ ਅਸੀਂ ਫੂਡ ਪ੍ਰੋਸੈਸਿੰਗ ਦੇ ਵਿੱਚ ਬਹੁਤ ਅੱਗੇ ਵੱਧ ਸਕਦੇ? ਅਸੀਂ ਕੱਚਾ ਮਾਲ ਹੀ ਕਿਉਂ ਉਤਪਾਦਨ ਕਰੀ ਜਾਂਦੇ ਪੰਜਾਬੀ? ਇਹ ਥੋੜੀ ਜਿਹੀ ਗੱਲ ਤੁਸੀਂ ਅੱਜ 9% ਦੀ ਗੱਲ ਕੀਤੀ ਸੀ ਖਾਦ ਦੀ। ਜੀ ਦੇਖੋ, ਇੱਕ ਤਾਂ ਉਹੀ ਗਲਤ ਹੈ ਸਾਹਿਬ, ਇਟ ਇਜ਼ ਨਾਟ ਅ ਮੈਟਰ ਆਫ ਪ੍ਰਾਈਡ ਵੀ ਅਸੀਂ 9%, ਬਿਕੋਜ਼ ਆਪਾਂ ਐਵੇਂ ਦੱਬੀ ਤੁਰੇ ਨੇ, ਜਿੱਥੇ ਖਾਦ ਦੀ ਲੋੜ ਨਹੀਂ ਉੱਥੇ ਵੀ ਦੱਬੀ ਜਾਂਦੇ। ਇਟ ਇਜ਼ ਫਾਰ ਬਿਯੋਂਡ, ਫਾਰ ਐਕਸੈਸ ਕੈਪੈਸਿਟੀ। ਇਸੇ ਕਰਕੇ ਆ ਕਹਿੰਦੇ ਸੀ ਵੀ ਇਹਨੂੰ ਥੋੜਾ ਲਿਮਿਟ ਕਰ ਦਿਓ, ਬਟ ਉਹ ਅਵੇਅਰਨੈਸ ਜਿਹੜੀ ਨਾ ਐਗਰੀਕਲਚਰ ਐਕਸਟੈਂਸ਼ਨ ਵਰਕ, ਜਿੱਥੇ ਪੁਰਾਣੇ ਤੁਸੀਂ ਟਾਈਮ 'ਚ ਦੇਖੋ ਸਾਡੇ ਉੱਥੇ ਸੀਗੇ ਜਿਹੜੇ ਏਡੀਓ ਲੱਗੇ ਹੁੰਦੇ ਸੀ, ਅਸਿਸਟੈਂਟ ਐਗਰੀਕਲਚਰ ਡਿਵੈਲਪਮੈਂਟ ਅਫਸਰ ਹੁੰਦੇ ਸੀਗੇ, ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਸੀ, ਕਿਉਂਕਿ ਉਹਨਾਂ ਦਿਨਾਂ 'ਚ ਪੁਰਾਣੇ ਦਿਨਾਂ 'ਚ ਉਹ ਏਰੀਅਲ ਸਪਰੇ ਹੁੰਦੀ ਸੀ, ਝੰਡੀਆਂ ਚੁੰਡੀਆਂ ਲਵਾਉਂਦੇ ਸੀ, ਹੈਲੀਕਾਪਟਰ ਆਉਂਦੇ ਸੀ, ਪਲੇਨ ਆਉਂਦੇ ਸੀਗੇ ਸਪਰੇ ਕਰਨ ਵੀ ਕਿਸੇ ਦੂਜੇ ਦੇ ਖੇਤ 'ਚ ਨਾ ਸਪਰੇ ਕਰ ਜਾਣ। ਪਰ ਹੀ ਨਿਊ ਐਵਰੀਥਿੰਗ ਮਚ ਬੈਟਰ ਦੈਨ ਆਈ ਡੂ, ਔਰ ਮਾਈ ਫਾਦਰ ਨਿਊ ਵੀ ਆ ਕਿਹੜਾ ਆਪਣਾ ਰਕਬਾ ਕਿਹੜਾ ਕਿੱਥੇ ਆ ਕੇ ਸਪਰੇ ਹੋਣੀ ਹੈ। ਦੋਜ਼ ਥਿੰਗਸ ਹੈਵ ਗੋਨ, ਸੋ ਥੀਸ ਹੈਵ ਟੂ ਬੀ ਡਨ। ਬਟ ਤੁਸੀਂ ਮੈਂ ਇੱਕ briefly, I don't know because these are technical issues. Quinoa ਜਿਹੜਾ ਨਾ ਜੀ, quinoa is basically a table fruit. It's not a fruit which is fit for processing. ਮਾਲਟੇ ਦੇ ਵਿੱਚ ਤੇ ਕੀਨੋ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਜੀ। ਕੈਪਟਨ ਸਾਹਿਬ ਨੇ ਜਦੋਂ ਪਿਛਲੀ ਵਾਰੀ ਲੈ ਕੇ ਆਏ ਹੈ, ਉਹ ਉੱਥੇ ਉਹਨਾਂ ਨੇ ਬਾਹਰੋਂ ਮੰਗਵਾਈਆਂ ਅਬਾਊਟ 35 ਡਿਫਰੈਂਟ ਵੈਰਾਈਟੀਜ਼, ਉਹਨਾਂ 'ਚ 2 ਵੈਰਾਈਟੀਆਂ ਆਪਣੇ ਇੱਥੇ ਕਾਮਯਾਬ ਸੀਗੀਆਂ ਸਿਟਰਸ ਦੀਆਂ। ਬਟ ਵੀ ਆਰ ਡੂਇੰਗ ਅ ਲੋਟ ਆਫ ਵਰਕ। ਅਸੀਂ ਜਿੱਥੇ ਤਾਈਂ ਤੁਸੀਂ ਵੈਲਿਊ ਐਡੀਸ਼ਨ ਇਜ਼ ਦ ਕੀ ਟੂ ਸਕਸੈਸ ਆਫ ਦੈਟ ਇਜ਼, ਯੂ ਹੈਵ ਹਿਟ ਦ ਨੇਲ ਰਾਈਟ ਔਨ ਦ ਹੈਡ। ਵੀ ਬਿਨਾਂ ਵੈਲਿਊ ਐਡੀਸ਼ਨ ਜੇ ਜਿੱਥੇ ਤਾਈਂ ਉਹ ਆਲੂ ਵੇਚਦੇ ਰਹਾਂਗੇ ਗੱਲ ਨਹੀਂ ਬਣਨੀ, ਜਾਂ ਕਿੰਨੋ ਵੇਚਦੇ ਰਹਾਂਗੇ। ਬਟ ਅਸੀਂ ਟੈਟਰਾ ਪੈਕ ਦੀ ਪਹਿਲੀ ਫੈਕਟਰੀ, ਤੁਸੀਂ ਬੜੇ ਜਾਣ ਕੇ ਹੈਰਾਨ ਹੋਵੋਗੇ, ਮੈਂ ਪਰਸੋਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਟੈਟਰਾ ਪੈਕ ਅੱਜ ਕੱਲ੍ਹ ਐਵਰੀਥਿੰਗ ਇਜ਼ ਇਨ ਟੈਟਰਾ ਪੈਕ। ਫਰੂਟੀ ਲੈਣ ਜਾਓ, ਦੁੱਧ ਲੈਣ ਜਾਓ, ਜੋ ਵੀ ਇਜ਼ ਇਨ ਟੈਟਰਾ ਪੈਕ। ਟੈਟਰਾ ਪੈਕ ਦੀ ਪਹਿਲੀ ਮਸ਼ੀਨ ਹਿੰਦੁਸਤਾਨ ਦੇ ਅੰਦਰ 1973 ਦੇ ਵਿੱਚ ਅਬੋਹਰ 'ਚ ਆ ਕੇ ਮੇਰੇ ਫਾਦਰ ਨੇ ਲਵਾਈ ਸੀ ਜੀ, ਬਿਕੋਜ਼ ਵੀ ਵਰ ਮੇਕਿੰਗ ਜੂਸ ਕੰਸਨਟਰੇਟ। ਉਹਨਾਂ ਨੇ ਕਿਹਾ ਉਹੀ ਗੱਲ ਵੀ ਕੰਸਨਟਰੇਟ ਦਾ ਨਹੀਂ, ਇਹਨੂੰ ਜੂਸ ਬਣਾ ਕੇ ਵੇਚੋ। ਬਟ ਦੇਰ ਵਾਜ਼ ਨੋ ਪਰਚੇਜ਼ਿੰਗ ਪਾਵਰ ਸਾਹਿਬ। ਉਹਨਾਂ ਦਿਨਾਂ 'ਚ ਲੋਕਾਂ ਕੋਲ ਬੇਰ ਖਰੀਦਣ ਦੇ ਪੈਸੇ ਨਹੀਂ ਸੀ। ਅਸੀਂ ਅੰਗੂਰ ਲਾ ਕੇ ਬਹਿ ਗਏ, ਅੰਗੂਰ ਵਾਲਾ ਕੰਮ ਫੇਲ ਹੋ ਗਿਆ। ਜੂਸ ਦੀ ਫੈਕਟਰੀ ਲੱਗੀ, ਉਹ ਨਹੀਂ ਚੱਗੀ, ਫਿਰ ਸਰਕਾਰ ਤੋਂ ਲਵਾਈ ਸੀਗੀ। ਫਿਰ ਟਾਟਾ ਵਾਲੇ ਨੇ, ਉਹਨਾਂ ਦੀ ਵੋਲਟਾਸ ਕੰਪਨੀ ਨੇ ਖਰੀਦ ਲਈ। 5-4 ਸਾਲ ਉਹਨਾਂ ਨੇ ਮੱਥਾ ਮਾਰਿਆ, ਕੁਝ ਨਹੀਂ ਜੀ, ਉਹ ਬਾਅਦ 'ਚ ਨਿਬੜ ਗਿਆ। ਦੈਨ ਦੇ ਹੈਡ ਟੂ, ਇਟ ਵੈਂਟ ਇਨਟੂ ਲਿਕੁਇਡੇਸ਼ਨ। ਉਹ ਉੱਥੇ ਹੁਣ ਅੱਜ ਪਲਾਟ ਕੱਟੇ ਪਏ ਆ, ਮਕਾਨ ਬਣੇ ਪਏ ਆ, ਫੈਕਟਰੀ ਉੱਡ ਗਈ। ਨਵੀਂ ਫੈਕਟਰੀ ਫੇਰ ਲਵਾਈ 2006 'ਚ, ਜਦੋਂ ਮੈਂ MLA ਬਣਿਆ, ਕੈਪਟਨ ਸਾਹਿਬ ਨੇ ਆ ਗਿਆ, ਹੋਰ ਫੈਕਟਰੀ ਲਾਈ। ਉਹ 10 ਸਾਲ ਹੁਣ ਤਾਈਂ ਬੰਦ ਰਹੀ। 17 ਦੇ ਬਾਅਦ ਆਈ ਐਮ ਵੈਰੀ ਹੈਪੀ ਟੂ ਟੈਲ ਯੂ ਟੂਡੇ, ਉਹ ਫੈਕਟਰੀ ਜਿਹੜੇ ਮਹੀਨੇ ਕੰਮ ਨਹੀਂ ਕਰਦੀ ਸੀ ਪੂਰੇ ਸਾਲ ਦੇ ਅੰਦਰ, ਇਸ ਪਿਛਲੇ ਸਾਲਾਂ ਦੇ ਅੰਦਰ ਹੁਣ ਆ ਕੇ ਵੀ ਹੈਵ ਟਰਾਈਡ ਟੂ ਇੰਟਰੋਡਿਊਸ। ਹੁਣ ਉੱਥੇ ਚਿਲੀ ਪੇਸਟ ਵੀ ਬਣਦੀ ਹੈ ਸਰ, ਸਾਰੀ ਦੀ ਸਾਰੀ ਮਿਡਲ ਈਸਟ 'ਚ, ਜਿਹੜੀ ਪਹਿਲਾਂ ਮੈਕਸੀਕੋ ਤੋਂ ਤੁਹਾਡੇ ਗਵਾਂਢ 'ਚੋਂ ਆਉਂਦੀ ਸੀਗੀ, ਉਹ ਹੁਣ ਇੱਥੇ ਸਾਡੀ ਚਿਲੀ ਪੇਸਟ ਜਾ ਰਹੀ ਹੈ। ਅੱਜ ਟੋਮੇਟੋ ਪੇਸਟ ਜਿਹੜੀ ਹੈ, ਨਾਟ ਕੈਚਅਪ ਇਟਸੈਲਫ ਬਟ ਟੋਮੇਟੋ ਪੇਸਟ, ਸਾਰੇ ਜਿਹੜੇ ਪੀਜ਼ਾ ਹੈ, ਚਾਹੇ ਉਹ ਡੋਮੀਨੋਜ਼ ਹੈ, ਚਾਹੇ ਉਹ ਮੈਕਡੋਨਲਡ ਦੂਜੀ ਹੈ ਬਣਾ ਰਹੀ ਹੈ, ਐਵਰੀਵੇਅਰ ਦੈਟ ਪੇਸਟ ਇਜ਼ ਨਾਓ। ਵੀ ਆਰ ਰਨਿੰਗ ਦੈਟ ਫੈਕਟਰੀ ਐਟ ਅਬਾਊਟ 200 days a year। ਬਟ ਹੁਣ ਅਸੀਂ ਵੈਜੀਟੇਬਲਸ ਲੈ ਕੇ ਆ ਰਹੇ ਹਾਂ। ਵੀ ਆਰ ਡੂਇੰਗ ਆਵਰ ਬਿਟ, ਬਟ ਐਗਰੀਕਲਚਰ ਪ੍ਰੋਸੈਸਿੰਗ ਵੈਲਿਊ ਐਡੀਸ਼ਨ ਇਜ਼ ਦਾ ਕੀ। ਚਾਹੇ ਆਪਾਂ ਹੁਣ ਵੀਟ ਵਾਲੀ ਹੈ, ਵੀ ਹੈਵ ਟੂ ਗੋ ਅਵੇ ਫਰੋਮ ਨਾਰਮਲ ਵੀਟ ਟੂ ਇਨਟੂ ਸੀਡ ਪ੍ਰੋਡਕਸ਼ਨ, ਜਿਹੜੇ ਉੱਥੇ ਹੋ ਰਹੇ ਆ। ਆਪਾਂ ਹੁਣ ਵੀ ਦੇਖ ਲਓ, ਜਦੋਂ ਵੀ ਨਰਮੇ ਦਾ ਹੁੰਦਾ ਜੀ, ਸਾਨੂੰ ਗਲਤ ਸੀਡ ਆ ਗਿਆ ਜੀ, ਗੁਜਰਾਤ ਤੋਂ ਲੈ ਕੇ ਆਏ ਜੀ, ਮਹਾਰਾਸ਼ਟਰ ਤੋਂ ਲੈ ਕੇ ਆਏ ਆ, ਵਾਈ ਨਾਟ ਅਸ? ਇੱਥੇ ਕਿਉਂ ਨਹੀਂ ਬਣਾ ਸਕਦੇ? ਦੀਜ਼ ਆਰ ਆਲ ਜਿਹੜੀ ਬਾਇਓ ਕੈਮਿਸਟਰੀ ਵਾਲੇ ਹੈਗੇ, ਸਾਰੇ ਬੈਠ ਕੇ ਵੀ ਕੈਨ ਸੈਟ ਇਟ ਅਪ ਹੇਅਰ। ਬਟ this needs a, ਸਾਡੀ ਵੀ, ਅਸੀਂ ਵੀ ਕਹਿਣ ਨੂੰ ਕਹਿ ਦਿੰਦੇ ਆ, ਆਈ ਡੋਂਟ ਵਾਂਟ ਟੂ ਸੇ ਬਿਕੋਜ਼, ਪਰ ਮੈਂ ਇਸ ਹੌਸਲੇ ਨਾਲ ਕਹਿ ਸਕਦਾ ਮੈਂ ਵੀ ਕਿਸਾਨ ਆ, ਮੈਂ ਸਮਝਦਾ ਇਸ ਗੱਲ ਨੂੰ। ਕਹਿ ਦਿੰਦੇ ਆ ਵੀ ਸਾਡੇ ਖੂਨ ਪਸੀਨੇ ਦੀ ਕਮਾਈ ਹੈ। ਤੇ ਜਦੋਂ ਕਹਿੰਦੇ ਆ ਵੀ ਤੁਸੀਂ ਸਬਜ਼ੀਆਂ ਲਾ ਲਓ, ਝੋਨਾ ਲਾ ਲਓ, ਕਹਿੰਦੇ ਜੀ ਮਜ਼ਦੂਰ ਨਹੀਂ ਮਿਲਦੇ, ਉਸ 'ਚ ਲੇਬਰ ਬਹੁਤ ਲੱਗਦੀ ਹੈ।
ਮੁੰਡਾ ਵੇਲਾ ਘਰੇ ਬੈਠਾ ਹੈ। ਦ ਡਿਗਨਿਟੀ ਆਫ ਲੇਬਰ ਜਿਹੜਾ ਤੁਹਾਡੇ ਵੀ ਪ੍ਰੋਬਲਮ ਹੈ, ਮੈਂ ਦੇਖਿਆ ਉੱਥੇ ਵੀ ਜਿਹੜੇ ਅੰਗਰੇਜ਼ ਹੈ ਤੁਹਾਡੇ ਅਮਰੀਕਾ ਵਾਲੇ ਆ, ਈਵਨ ਕੈਨੇਡੀਅਨ ਜਿਹੜੇ ਤੁਹਾਡੇ ਇੱਥੇ ਬਲੂਬੇਰੀ ਇਹ ਉਹ ਝਾਕਦੇ ਰਹਿੰਦੇ ਵੇ। ਮੈਕਸੀਕੋ ਤੋਂ ਕੋਈ ਟਰੱਕ ਆ ਜਾਏ ਤੇ ਆ ਕੇ ਮੈਕਸੀਕਨ ਆ ਕੇ ਸਾਡਾ ਚੁਗ ਦੇਣਗੇ ਜਾਂ ਇਕੱਠੇ ਕਰ ਦੇਣਗੇ। ਤਾਂ ਸੇਮ ਇਸ਼ੂਜ਼ ਹੇਅਰ। ਆਪ ਹੱਥੀਂ ਕੰਮ ਕਰਨ ਵਾਲਾ ਉਹ ਥੋੜਾ ਘਟੀ ਜਾਂਦਾ, ਬਟ ਇਵੈਂਚੁਅਲੀ it has to be shown to them, because there's nothing like you put an example by doing it rather than talking in theories. ਜਿੱਥੇ ਕਿਤੇ ਪਰ ਪੰਜਾਬੀ ਉਹਦੇ ਬਾਅਦ ਤਾਂ ਫਿਰ ਐਂ ਚੱਕ ਲੈਂਦੇ, ਠਾ ਦੇਣੇ ਪੈ ਜਾਣਗੇ। ਜਿੱਦਨ ਉਹਨਾਂ ਦੀ ਸਮਝ ਆ ਗਈ ਵੀ ਪੈਸਾ ਇਸ 'ਚ ਜ਼ਿਆਦਾ ਹੈ, ਉਸ ਦਿਨ ਨਾ ਤੁਹਾਨੂੰ ਸਰਕਾਰ ਦੀ ਲੋੜ ਪੈਣੀ ਨਾ ਸਾਨੂੰ ਕਿਸੇ ਹੋਰ ਦੀ। ਬਟ ਇਟ ਨੀਡਸ ਅ ਬੇਸਿਕ ਇਨੀਸ਼ੀਅਲ ਜਿਹੜਾ ਨਾ ਸਟਾਰਟਅਪ ਕੋਈ ਕਰਕੇ ਦੇ ਦਈਏ। ਕਰ ਰਹੇ ਹਾਂ ਕੋਸ਼ਿਸ਼, ਵੀ ਆਰ ਡੂਇੰਗ ਅ ਬਿਟ। ਆਈ ਥਿੰਕ ਸਾਡੇ ਵਾਲਾ ਜਿਹੜਾ ਏਰੀਆ ਹੈ we will do that path breaking. And secondly, I don't want to compare ਹੁਸ਼ਿਆਰਪੁਰ ਤੇ ਅਬੋਹਰ, ਪਰ ਸਾਡਾ ਕੀਨੋ ਤੇ ਤੁਹਾਡੇ ਹੁਸ਼ਿਆਰਪੁਰੀਆਂ ਦਾ ਕੀਨੋ ਬਹੁਤ ਫਰਕ ਹੈ ਸਾਹਿਬ। ਤੁਹਾਡੇ ਕੋਲ ਤਾਂ ਮੇਰੇ ਖਿਆਲ 10% ਵੀ ਨਹੀਂ ਹੋਣਾ, 90% ਕੀਨੋ ਹਿੰਦੁਸਤਾਨ ਦਾ ਮੇਰੇ ਹਲਕੇ 'ਚ ਹੁੰਦਾ ਹੈ ਜੀ, ਬਿਕਾਜ਼ ਮਾਈ ਫਾਦਰ ਸਟਾਰਟਡ ਇਟ ਦੇਅਰ। ਸਾਡਾ ਕੀਨੋ ਹੈ ਵੀ ਵਧੀਆ, ਪਰ ਸਾਡੇ ਨਾਲੋਂ ਵਧੀਆ ਰਾਜਸਥਾਨ ਗੰਗਾਨਗਰ ਵਾਲਿਆਂ ਦਾ, ਬਿਕਾਜ਼ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਰਤੀਲੀ ਹੈ। ਬਟ ਦੀਜ਼ ਆਰ ਮਾਈਨਰ ਡਿਫਰੈਂਸਿਸ, ਬਟ ਵੀ ਆਰ ਡੂਇੰਗ ਅਵਰ ਬਿਟ ਸਰ। ਜਾਖੜ ਸਾਹਿਬ, ਅਸਲ 'ਚ ਰੌਲਾ ਕੀ ਹੈ ਕਿ ਤੁਸੀਂ ਫਿਰ ਵੀ ਲੀਡਰ ਹੋ, ਤੁਸੀਂ 10 ਤਾਂ 90% ਦਾ ਹਿਸਾਬ ਦੇਖਣਾ ਹੁੰਦਾ ਕਿ ਸਾਡੇ ਥੋੜਾ ਹੁੰਦਾ। ਸਾਨੂੰ ਤਾਂ ਫਿਰ ਇੱਕ ਚਾਹੇ ਇੱਕੋ ਹੀ ਕਿੰਨੂ ਆ, ਅਸੀਂ ਤਾਂ ਉਹਦਾ ਵੀ ਪੱਤਰਕਾਰਾਂ ਨੇ ਖਿਆਲ ਰੱਖਣਾ। ਬਿਲਕੁਲ ਸਾਹਿਬ, ਇੱਕੋ ਹੀ ਆ, ਪਰ ਉਹਦੇ ਲਈ ਇੱਕੋ ਹੀ ਬਹੁਤ। ਮੈਂ ਇੱਕ ਹੋਰ ਮੈਂ ਪਰਸੈਂਟੇਜ ਦੀ ਗੱਲ ਕਰਨ ਲੱਗੀ, ਸੌਰੀ ਆਈ ਐਮ ਟੇਕਿੰਗ ਯੂ ਬੈਕ ਇਨਟੂ ਦ ਪੋਲੀਟੀਕਲ ਅਰੇਨਾ। ਤਾਂ ਮੈਨੂੰ ਆ ਬੜੀ ਖੁੰਦਕ ਹੁੰਦੀ ਹੈ ਜਦੋਂ ਮੈਨੂੰ ਉਦੋਂ ਆਖਿਆ ਨਾ ਕਹਿੰਦਾ ਜੀ ਆਹ ਹਿੰਦੂ ਲੀਡਰ ਹੈ ਜੀ, ਇਹਦੇ ਕਰਕੇ ਇਹਨੂੰ ਕਰ ਲਓ ਜੀ, ਉਹ ਫਲਾਣਾ ਲੀਡਰ ਹੈ ਜੀ, ਉਹ ਐਸਸੀ ਦਾ ਲੀਡਰ ਹੈ ਜੀ, ਉਹ ਜੱਟਾਂ ਦਾ ਲੀਡਰ ਹੈ, ਉਹ ਫਲਾਣੇ ਸਿੰਘ ਦਾ ਲੀਡਰ ਹੈ। ਪੰਜਾਬ ਸ਼ੁੱਡ ਨਾਟ ਬੀ ਟ੍ਰੀਟਡ ਇਨ ਪਰਸੈਂਟੇਜਿਸ। ਪੰਜਾਬ ਇਜ਼ ਵਨ। ਮੈਨੂੰ ਯਾਦ ਹੈ ਜਦੋਂ ਓਬਰੋਨ ਨਾਲ ਦਵਾਈ ਲਿਆ ਕੇ 12 ਲੱਖ ਏਕੜ ਰਕਬਾ ਤਬਾਹ ਕੀਤਾ ਸੀ ਅਕਾਲੀਆਂ ਨੇ, ਉਹ 5 ਕਰੋੜ ਦੀ ਰਿਸ਼ਵਤ ਲੈਂਦੇ 12 ਲੱਖ ਏਕੜ ਰਕਬਾ ਤਬਾਹ ਹੋ ਗਿਆ ਉਸ ਓਬਰੋਨ ਛਿੜਕਣ ਦੇ ਨਾਲ ਸਾਹਿਬ। ਉਦੋਂ ਰਾਹੁਲ ਜੀ ਆਏ ਸੀਗੇ, 2 ਦਿਨ ਪਦ ਯਾਤਰਾ ਕੀਤੀ। ਉਦੋਂ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸੁਨੀਲ ਕਿਵੇਂ ਡਰਾਈਵਿੰਗ ਕਰਦਾ ਸੀ, ਉਦੋਂ ਵੀ ਸਾਰਥੀ ਮੈਂ ਹੀ ਸੀਗਾ ਸਾਹਿਬ। 2 ਦਿਨ ਮੈਂ ਉਹਨਾਂ ਨਾਲ ਸੀਗਾ, ਆਈ ਵਾਸ ਡਰਾਈਵਿੰਗ ਦਾ ਥਿੰਗ। ਮੈਨੂੰ ਯਾਦ ਆਇਆ ਸੀ ਬਠਿੰਡੇ ਤੋਂ ਅਗਲੇ ਦਿਨ ਚੱਲੇ, ਮਾਨਸਾ ਵਾਲੇ ਪਾਸੇ ਚੱਲੇ ਸੀ ਤੇ ਗੁਰਦੁਆਰਾ ਸਾਹਿਬ ਦੇ ਕੋਲੋਂ ਨਿਕਲੇ, ਥੋੜੀ ਥੋੜੀ ਧੁੰਦ ਸੀ। ਰਾਹੁਲ ਜੀ ਨੇ ਉਧਰ ਦੇਖ ਕੇ ਤੇ ਕੈਪਟਨ ਸਾਹਿਬ ਕਹਿੰਦੇ, ਕੈਪਟਨ ਸਾਹਿਬ ਵਾਟ ਇਜ਼ ਦਿਸ, ਇਸ ਏਕ ਓਂਕਾਰ ਦਾ ਮਤਲਬ ਕੀ ਹੈ? ਉਹਨਾਂ ਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਬਟ ਹੀ ਵਾਸ ਵੈਰੀ ਵੈਲ ਰੈਡ ਔਨ ਦਿਸ। ਮੈਂ ਕਹਿੰਦਾ ਜੀ ਉਸ ਬੰਦੇ ਦੀ ਤੁਸੀਂ, ਹੀ ਇਜ਼ ਵਿਲਿੰਗ ਟੂ ਲਰਨ, ਹੀ ਇਜ਼ ਓਪਨ ਟੂ ਸੁਜੈਸ਼ਨ। ਸਾਰਾ ਉਹਨੇ ਮਤਲਬ ਹੀ ਨਿਊ ਮੋਰ ਅਬਾਊਟ ਜਿਹੜੇ ਸਾਡੇ ਕੋਲ ਇੱਥੇ ਕੈਪਟਨ ਸਾਹਿਬ ਤੋਂ ਜ਼ਿਆਦਾ ਇਹਨਾਂ ਮਸਲਿਆਂ 'ਚ ਨੌਲੇਜ। ਪ੍ਰਤਾਪ ਬਾਜਵਾ, ਹੀ ਵਾਸ ਦੈਨ ਦ PCC ਪ੍ਰੈਜ਼ੀਡੈਂਟ, ਹੀ ਵਾਸ ਆਲਸੋ ਇਨ ਦ ਕਾਰ। ਕੋਈ ਉਹਨਾਂ ਨੂੰ ਠੋਸ, ਜੋ ਉਹਨਾਂ ਨੇ ਇਨਫੈਕਟ ਐਕਸਪਲੇਨ ਕੀਤਾ। ਬਟ ਵਾਈ ਆਮ ਸੇਇੰਗ ਏਕ ਓਂਕਾਰ, ਏਕ, ਮੈਂ ਉਸ ਲੈਵਲ ਦੀ ਗੱਲ ਨਹੀਂ ਕਰ ਰਿਹਾ। ਮੈਂ ਤਾਂ ਪੰਜਾਬ ਇੱਕ ਹੈ ਸਾਹਿਬ। When you add all these things, then the sum total is greater than the sum of its parts. It's not this thing ਵੀ 2 ਤੇ 2 4 ਹੋਣਗੇ। ਜਦੋਂ ਇਹਨਾਂ ਸਾਰੇ ਨੂੰ ਇਕੱਠਾ ਮਿਲਾ ਕੇ you look at it as one entity, this is much larger than one. ਪੰਜਾਬ ਨੂੰ ਇਹ 33% ਹੈ ਜੀ, ਇਹ 42% ਹੈ। ਕਮਾਲ ਕਰੀ ਜਾਂਦੇ ਸਭ। ਪੰਜਾਬ ਨੂੰ ਐਵੇਂ ਪਰਸੈਂਟੇਜ 'ਚ ਵੰਡੇ ਜਾਂਦੇ। ਕਿਉਂ ਪੰਜਾਬ ਦਾ ਤੁਸੀਂ ਬੇੜਾ ਗਰਕ ਕਰਨ ਲੱਗਿਆ? ਛੋਟੀ ਸੋਚ ਦੇ ਲੋਕ ਆ ਗਏ, ਇਹਨਾਂ ਨੇ ਪੰਜਾਬ ਦਾ ਬੇੜਾ ਕਰਨ ਤੋਂ ਰੱਖਿਆ। ਮੈਂ ਕਹਿੰਦਾ ਜੀ ਇਹਨਾਂ ਨੂੰ ਵਾਹਿਗੁਰੂ ਸਦਬੁੱਧੀ ਬਖਸ਼ੇ, ਪੰਜਾਬ ਨੂੰ ਵਸਣ ਦਿਓ। ਜਿਵੇਂ ਪਾਤਰ ਸਾਹਿਬ ਨੇ ਕਿਹਾ ਸੀਗਾ, ਕਹਿੰਦਾ ਮਸਲਾ ਸਿਰਫ ਬਾਤ ਨਿਰੀ ਨਹੀਂ ਨਾ, ਇਹ ਮਸਲਾ ਸਿਰਫ ਕਿਸਾਨ ਦਾ ਹੈ, ਇਹ ਤਾਂ ਪਿੰਡ ਦੇ ਵਸਦੇ ਰਹਿਣ ਦਾ, ਜਿਹਨੂੰ ਤੋਖਲਾ ਉੱਜੜ ਜਾਣਦਾ। ਸਾਨੂੰ ਤਾਂ ਪੰਜਾਬ ਦੇ ਉੱਜੜ ਜਾਣ ਦੇ ਭਾਵਨਾ ਬਣੀ ਖੜੀ ਹੈ। ਗੱਲ ਕਿਹੜੀ ਕਰੀ ਜਾਂਦੇ ਲੋਕ ਹੈ? Sorry, I have to taken, but since this you said in about percentage, 10%, 20%, every single ਸਾਹਿਬ ਮੇਰੇ ਖਿਆਲ 'ਚ ਸਾਡੇ ਕੋਲ ਇੱਥੇ ਮੁਸਲਿਮ ਭਾਈਚਾਰਾ ਬੜਾ ਥੋੜਾ ਜਿਹਾ, but they are as important as anybody। ਸਾਸੀ ਸਾਡੇ ਵਾਲੀ ਵੈਰਾਈਟੀ ਦਾ ਜਮਾ ਹੀ ਘੱਟ ਹੈ। ਬਾਗੜੀ ਜਿਹੜੇ ਅਸੀਂ ਬੈਠੇ ਹਾਂ, ਜਿਹੜੇ ਬਾਗੜੀ ਬੋਲਣ ਵਾਲੇ, ਉਹ ਤਾਂ ਮੇ ਵੀ ਵੀ ਆਰ ਨਾਟ ਇਵਨ 1% 'ਚ ਵੀ ਨਹੀਂ ਹੋਣੇ ਜੀ। ਉਹ ਤਾਂ ਹੈਂਡਫੁਲ ਹੈ, ਮੇ ਵੀ 20,000 ਰੁਪਏ ਹੋਣੇ ਸਾਰੇ 3 ਕਰੋੜ 'ਚੋਂ। ਕਿਹੜੀ ਪਰਸੈਂਟੇਜ ਕੱਢੋਗੇ? ਬਟ ਆਈ ਟੇਕਨ ਔਨ ਬਾਦਲ ਸਾਹਿਬ ਇਨ ਦ ਅਸੈਂਬਲੀ। ਉਹਨਾਂ ਨੇ ਮੈਨੂੰ ਕਿਤੇ ਟੋਕਤਾ, ਕਹਿੰਦਾ ਜਾਖੜ ਸਾਹਿਬ ਤੁਸੀਂ ਪੰਜਾਬੀ ਬੋਲਿਆ ਕਰੋ, ਤੁਸੀਂ ਅੱਧੀ ਹਿੰਦੀ ਬੋਲ ਕੇ ਵਿਚਾਲੇ ਚੰਗੀ ਪੰਜਾਬੀ ਬੋਲ ਲੈਂਦੇ। ਮੈਂ ਕਿਹਾ ਮੇਰੀ ਡੋਂਟ ਬਾਦਲ ਸਾਹਿਬ ਤੁਸੀਂ ਵੱਡੇ ਹੋ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਬਟ ਪਲੀਜ਼ ਡੋਂਟ ਟੈਲ ਮੀ ਮੈਂ ਕਿਹੜੇ ਭਾਸ਼ਾ 'ਚ ਬੋਲੂੰਗਾ। ਪੰਜਾਬ ਮੇਰਾ ਵੀ ਉਹਨਾਂ ਜਿੰਨਾ ਤੁਹਾਡਾ। ਤੇ ਜਿੱਥੇ ਤਾਈਂ ਪੰਜਾਬੀ ਨੌਲੇਜ ਦੀ ਗੱਲ ਹੈ, ਮੈਂ ਕਿਹਾ ਮੇਰਾ ਤਾਂ ਸੁਖਬੀਰ ਜੀ ਦਾ ਟੈਸਟ ਕਰਾ ਲਓ ਪੰਜਾਬੀ ਦਾ। ਇਹ ਪੜ੍ਹਿਆ ਲਾਰੈਂਸ ਸਕੂਲ ਸਨਾਵਰ 'ਚ, ਜਿੱਥੇ ਸਿਲੇਬਸ 'ਚ ਪੰਜਾਬੀ ਹੈ ਨਹੀਂ। ਉਹਦੇ ਬਾਅਦ ਜਾਵੜੇ ਕੈਲੀਫੋਰਨੀਆ। ਮੈਨੂੰ ਨਹੀਂ ਪਤਾ ਵੀ UCLA 'ਚ ਪੰਜਾਬੀ ਪੜ੍ਹ ਕੇ ਆਏ ਕਿ ਨਹੀਂ ਆਏ। ਮੈਂ ਕਿਹਾ ਸੁਖਬੀਰ ਜੀ ਹੋਣਗੇ ਪੰਜਾਬੀ ਦੇ ਐਗਜ਼ਾਮ 'ਚ ਫੇਲ,
ਤੇ ਮੈਂ ਹੋਊਂਗਾ ਫਸਟ ਕਲਾਸ ਫਸਟ 'ਚ ਪਾਸ। ਬਟ ਮਾਈ ਕਲੇਮ ਟੂ ਪੰਜਾਬੀ ਬੀਇੰਗ ਅ ਪੰਜਾਬੀ ਇਜ਼ ਨਾਟ ਬਿਕੋਜ਼ ਆਈ ਨੋ ਪੰਜਾਬੀ ਲੈਂਗੁਏਜ, ਬਿਕੋਜ਼ ਆਈ ਐਮ ਪੰਜਾਬੀ ਐਟ ਹਾਰਟ। ਗੁਰੂ ਮਹਾਰਾਜ ਦਾ ਜਿਹੜਾ ਹੈ ਨਾ ਮੂਲ ਮੰਤਰ, ਮਾਨਸ ਕੀ ਜਾਤ ਸਭੈ ਏਕੋ ਪਹਿਚਾਨ ਵੇ, ਉਹ ਮੈਂ ਧਾਰਨ ਕਰ ਰੱਖਿਆ ਅੰਦਰ। ਕੱਲੇ ਸਿੱਖੀ ਸਰੂਪ ਨਾਲ ਸਿੱਖ ਨਹੀਂ ਬਣਦੇ, ਗੁਰੂ ਮਹਾਰਾਜ ਦੇ ਕਦਮਾਂ ਤੇ ਚੱਲਣਾ ਸਿੱਖੋ ਸਾਹਿਬ ਆ ਭੁੱਲ ਗਏ ਜਿਹੜੇ ਪੰਜਾਬ ਨੂੰ ਵੰਡੀ ਜਾਂਦੇ ਆ ਪਰਸੈਂਟੇਜ ਦੇ ਵਿੱਚ। ਨੋ ਆਮ ਰੀਅਲੀ ਸੌਰੀ, ਦੇ ਹੈਵ ਟੂ ਪੁੱਟ ਐਨ ਐਂਡ ਟੂ ਇਟ। ਮੈਨੂੰ ਇਸ ਗੱਲ ਦਾ ਆਈ ਥਿੰਕ ਸਿੱਖ ਕੌਮ ਵਾਸਤੇ, ਪੰਥ ਵਾਸਤੇ, ਸਿੱਖੀ ਵਾਸਤੇ, ਪੰਜਾਬ ਵਾਸਤੇ ਇਟ ਵਾਜ਼ ਅ ਗੋਲਡਨ ਮੂਮੈਂਟ ਇਨ ਮਾਈ ਲਿਵਿੰਗ ਆਫ 68 ਈਅਰਸ। ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਗਿਆਨੀ ਹਰਪ੍ਰੀਤ ਜੀ ਨੇ ਕਿਹਾ ਸੀ ਵੀ ਸਾਡੇ ਪੰਜਾਬ 'ਚ ਤਾਂ ਹਿੰਦੂ ਸਿੱਖ ਦਾ ਕੋਈ ਗੱਲ ਹੀ ਨਹੀਂ, ਸਾਨੂੰ ਤਾਂ ਕੋਈ ਇੱਕ ਨਾ ਹਿੰਦੂ ਨਾ ਸਿੱਖ, ਸਾਨੂੰ ਤਾਂ ਇੱਕ ਅੱਛਾ ਇਨਸਾਨ ਮੁੱਖ ਮੰਤਰੀ ਚਾਹੀਦਾ ਹੈ ਜਿਹਦਾ ਦਿਲ ਪੰਜਾਬ ਵਾਸਤੇ ਧੜਕਦਾ ਹੋਵੇ। ਮੈਂ ਕਹਾਂ ਦੈਟ ਇਜ਼ ਅ ਸਟੇਟਮੈਂਟ ਬਿਫਿਟਿੰਗ ਆਫ ਦੈਟ, ਦਿਸ ਇਜ਼ ਅ ਟੈਂਪੋਰਲ ਸੀਟ ਆਫ ਸਿੱਖੀ ਸਾਹਿਬ। ਉੱਥੋਂ ਗਿਆਨੀ ਜੀ ਨੇ ਜਿਹੜੀ ਗੱਲ ਆਖੀ ਹੈ, ਇਹ ਛੋੜੋ ਨਾ ਬਾਕੀ ਪੋਲੀਟੀਕਲ ਸਾਈਡ ਸਾਹਿਬ, ਦਿਸ ਇਜ਼ ਵਟ ਪੰਜਾਬ ਇਜ਼ ਆਲ ਅਬਾਊਟ, ਦਿਸ ਇਜ਼ ਵਟ ਵਾਈ ਹਿੰਦ ਦੀ ਚਾਦਰ ਵੱਜਦੇ ਗੁਰੂ ਮਹਾਰਾਜ, ਕੋਈ ਕਿਸੇ ਇੱਕ ਕੌਮ ਦੀ ਚਾਦਰ ਨਹੀਂ ਹੈ, ਕਿਸੇ ਖਿੱਤੇ ਦੀ ਪੰਜਾਬ ਦੀ ਨਹੀਂ, ਹਿੰਦ ਕੀ ਚਾਦਰ। ਉਸ ਕਿਸਮ ਦੀਆਂ ਗੱਲਾਂ ਸਭ ਕਿਹੜੇ ਚੱਕਰਾਂ 'ਚ ਪੈ ਗਏ, ਇਸ ਗੱਲ ਦਾ ਦੋਸ਼ ਹੈ। ਇਸੇ ਕਰਕੇ ਇਟਸ ਬੈਟਰ ਟੂ ਲੀਵ ਇਟ ਵਾਈਲ ਦਾ ਗੋਇੰਗ ਇਜ਼ ਗੁੱਡ। ਕਿਰਦਾਰ ਘਟਦਾ ਜਾ ਰਿਹਾ ਮਾੜਾ। ਮੈਂ ਆਈ ਸੀ ਵੈਰੀ ਟਫ ਟਾਈਮਸ ਅਹੈਡ, ਜਿਸ ਕਿਸਮ ਨਾਲ ਆਲ ਕਾਈਂਡ ਆਫ ਪੈਟੀ ਪੀਪਲ ਆਰ ਗੈਟਿੰਗ ਇਨਟੂ ਦਿਸ ਹੈਜ਼ ਬਿਕਮ ਇੱਕ ਬੜਾ, ਆਈ ਡੋਂਟ ਨੋ ਕੀ ਤੁਹਾਡੇ ਇੰਟਰਵਿਊ ਦਾ ਕੀ ਸੀਗਾ, ਆਈ ਹੈਵ ਟੇਕਨ ਇਟ ਔਨ ਦਾ ਅਦਰ ਸਾਈਡ। ਇੱਕ ਮੇਰੇ ਬੜੀ ਸਮੱਸਿਆ ਆ ਜਾਂਦੀ। ਠੀਕ ਹੈ ਜੀ। ਬਟ ਸਭ ਮੈਂ ਟਰੈਵਲ ਕਾਫੀ ਪਹਿਲਾਂ ਤਾਂ ਬਹੁਤ ਕਰਦਾ ਸੀ, ਹੁਣ ਥੋੜਾ, ਹੁਣ ਵੀ ਕਦੇ ਕਈ ਵਾਰ ਮੈਨੂੰ ਜਾਣਾ ਪੈਂਦਾ। ਜਦੋਂ ਬਾਹਰ ਜਾਂਦੇ ਹੋ ਯੂ ਫਿਲ ਆਊਟ ਦੈਟ ਫਾਰਮ ਜਿਹੜਾ ਕਰਦੇ ਹੋ, ਉੱਥੋਂ ਵਾਪਿਸ ਆਉਣ ਲੱਗੇ ਯੂ ਫਿਲ ਇਨ ਅ ਫਾਰਮ, ਕਿਤੇ ਉਸ 'ਚ ਆਉਂਦਾ ਪ੍ਰੋਫੈਸ਼ਨ। ਉਦੋਂ ਮੈਂ ਚੱਕਰ 'ਚ ਪੈ ਜਾਣਾ, ਮੈਂ ਹੁਣ ਕੀ ਲਿਖਾਂ, ਬਿਕੋਜ਼ ਟੂ ਮੀ ਜਦੋਂ ਮੈਂ ਲਿਖਾਂ ਵੀ ਆਮ ਇਨ ਪੋਲਿਟਿਕਸ ਆਈ ਡੋਂਟ ਥਿੰਕ ਇਜ਼ ਅ ਪ੍ਰੋਫੈਸ਼ਨ। ਬਾਦ ਸਾਹਿਬ ਇਟਸ ਨਾਟ ਅ ਪ੍ਰੋਫੈਸ਼ਨ। ਫਿਰ ਮੈਂ ਕੀ ਲਿਖਾਂ ਉਹਦੇ 'ਚ, ਮੈਂ ਕਿਵੇਂ ਲਿਖਾਂ ਵੀ ਮੈਂ ਕੀ ਹਾਂ। ਫਿਰ ਮੈਂ ਲਿਖਦਾ ਵੀ ਮੈਂ ਕਿਸਾਨ ਹਾਂ। ਉੱਥੇ ਮੈਨੂੰ ਯਾਦ ਹੈ ਕਿ ਅਮਰੀਕਾ ਉਤਰਿਆ, ਉਹ ਦੇਖ ਕੇ ਤੇ ਉਹ ਮੈਨੂੰ ਕਹਿੰਦਾ ਵੇ ਹਾਊ ਕੈਨ ਯੂ ਟਰੈਵਲ ਇਫ ਯੂ ਆਰ ਅ ਫਾਰਮਰ। ਮੈਂ ਕਹਿੰਦੀ ਮੈਂ ਠੀਕ ਹੈ ਜੀ, ਮੈਂ ਅਦਰ ਦੈਨ ਦੈਟ ਮੈਂ ਠੀਕ ਠਾਕ ਹਾਂ, ਬਟ ਦਿਸ ਇਜ਼ ਦ ਇੰਪ੍ਰੈਸ਼ਨ ਸਾਹਿਬ, ਦਿਸ ਇਜ਼ ਟੂ ਮੀ ਦਿਸ ਇਜ਼ ਐਨ ਇਸ਼ੂ। ਆਈ ਡੋਂਟ ਨੋ, ਇਟ ਹੈਜ਼ ਟੂ ਬੀ ਰਿਜ਼ੋਲਵਡ ਬਿਕੋਜ਼ ਪੋਲਿਟਿਕਸ ਹੈਜ਼ ਬਿਕਮ ਅ ਪ੍ਰੋਫੈਸ਼ਨ। ਧੰਦਾ ਬਣਾ ਲਿਆ ਲੋਕਾਂ ਨੇ। ਜਦੋਂ ਤਾਈਂ ਧੰਦਾ ਰਹੂਗਾ ਐਸੇ ਕਿਸਮ ਦੇ ਕੁਐਸਚਨ ਮਾਰਕ ਆਉਂਦੇ ਰਹਿਣਗੇ। ਸੋ ਆਈ ਹੈਵ ਡਿਸਾਈਡਡ ਦੈਟ ਇਟਸ ਅਬਾਊਟ ਟਾਈਮ ਦੈਟ ਆਈ ਕਾਲ ਇਟ ਅ ਡੇ। ਇਨਫ ਇਜ਼ ਇਨਫ। ਲੋਕਾਂ ਨੇ ਬਹੁਤ ਪਿਆਰ ਦੇ ਦਿੱਤਾ, ਵਾਹਿਗੁਰੂ ਦੀ ਬਹੁਤ ਮਿਹਰ ਰਹੀ ਹੈ। ਹੋਰ ਮੈਂ ਕਿਸੇ ਨੂੰ ਕੀ ਇਸ ਗੱਲ ਤੇ ਆਖਾਂ। ਜਾਖੜ ਸਾਹਿਬ, ਲੋਕ ਨਹੀਂ ਛੱਡ ਕੇ ਗਏ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਜੋ ਕੁਝ ਹੋਇਆ, ਇੱਕ ਵਿਅਕਤੀ ਵਿਸ਼ੇਸ਼ ਜਿਸ ਤਰੀਕੇ ਥੋੜਾ ਅੱਗੇ ਚਲਾ ਗਿਆ ਸੀ, ਉਹ ਬਹੁਤ ਵੱਡੀ ਪੱਧਰ ਤੇ, ਪਰ ਲੋਕ ਨਹੀਂ ਝਗੜੇ। ਅੰਮ੍ਰਿਤਸਰ 'ਚ ਸਾਰੇ ਧਰਮਾਂ ਦੇ ਲੋਕ ਅਸੀਂ ਆਰਾਮ ਨਾਲ ਰਹੇ। ਇੱਕ ਪਿੰਡ ਪੰਜਾਬ ਦਾ ਜਿਹੜਾ ਮਰਜੀ ਊੜਾ ਢਾਈਡੀ, ਉੱਥੇ ਇਲਮਦੀਨ ਵੀ ਹੈ, ਉੱਥੇ ਰਾਮ ਰੱਖਾ ਜੀ ਵੀ ਨੇ, ਉੱਥੇ ਸੋਹਣ ਸਿੰਘ ਹੋਰੀ ਵੀ ਆ, ਅਸੀਂ ਨਹੀਂ ਲੜੇ। ਪਰ ਕਿਤੇ ਨਾ ਕਿਤੇ ਇਸ ਗੱਲ ਦਾ ਜਿਹੜਾ ਉਹ ਬੜਾ ਅਜੀਬ ਗਰੀਬ ਜਿਹਾ ਤੌਖਲਾ ਹੈ ਕਿ ਜਦੋਂ ਮਿਨਿਸਟਰੀਆਂ ਵੰਡਣੀਆਂ ਹੁੰਦੀਆਂ, ਅਸੀਂ ਤਾਂ ਇਹ ਚਾਹੁੰਦੇ ਹਾਂ ਜੇ ਪੰਜਾਬ 'ਚ ਆਉਣਾ ਵੀ ਜਿਹੜਾ ਐਜੂਕੇਸ਼ਨ ਮਿਨਿਸਟਰ ਹੋਵੇ ਉਹ ਸਿੱਖਿਆ ਤੰਤਰ ਨੂੰ ਠੀਕ ਕਰ ਸਕਦਾ ਹੋਵੇ, ਸਿਹਤ ਮਹਿਕਮੇ ਦਾ ਜਾਣਕਾਰ ਬੰਦਾ ਸਿਹਤ ਮੰਤਰੀ ਹੋਵੇ। ਪਰ ਕਿਉਂਕਿ ਉਦੋਂ ਫਿਰ ਲੋਕਾਂ ਦੇ ਹੱਥੋਂ ਗੇਮ ਨਿਕਲ ਜਾਂਦੀ ਹੈ, ਉਦੋਂ ਫਿਰ ਰਾਜਨੀਤਿਕ ਲੋਕਾਂ ਕੋਲ ਚਲੇ ਜਾਂਦੀ ਹੈ ਜੀ ਇਸ ਭਾਈਚਾਰੇ ਨੂੰ ਵੀ ਖੁਸ਼ ਕਰ ਦਿਓ, ਇੱਕ ਮੰਤਰਾਲਾ ਇਹਨਾਂ ਨੂੰ ਦੇ ਦਿਓ, 3। ਹਾਲਾਂਕਿ ਹੋ ਸਕਦਾ ਉਹਨੂੰ ਇਹਲਾ ਦਾ ਨਾਂ ਕੋਕੋ ਵੀ ਨਾ ਆਉਂਦਾ ਹੋਵੇ ਉਸ ਡਿਪਾਰਟਮੈਂਟ ਦਾ। ਕੀ ਇਸ ਗੱਲ ਨੇ ਪੰਜਾਬ ਦਾ ਨੁਕਸਾਨ ਕੀਤਾ? ਮੈਂ ਤਾਂ ਤੁਹਾਡੇ ਨਾਲ, ਤੁਸੀਂ ਅੱਜ ਉਹ ਗੱਲਾਂ ਪੁੱਛ ਰਹੇ ਹੋ ਜਿਹੜੀਆਂ ਤੁਸੀਂ ਕਿਹਾ ਮੈਂ ਕੈਪਟਨ ਸਾਹਿਬ ਤੇ, ਕਿਉਂਕਿ ਆਈ ਹੈਵ ਸ਼ੇਅਰਡ ਇਟ ਆਲ ਵਿਦ ਹਿਮ। ਜਦੋਂ 2012 ਦੀ ਦੱਸਦਾ, ਉਦੋਂ ਬਾਅਦ ਇਲੈਕਸ਼ਨ ਹੋ ਗਏ ਸੀ, ਰਿਜ਼ਲਟ ਆਉਣਾ ਸੀਗਾ। ਇਟ ਵਾਜ਼ ਆਲਮੋਸਟ ਟੇਕਨ ਫॉर ਗ੍ਰਾਂਟਡ ਵੀ ਸਰਕਾਰ ਤਾਂ ਬਣ ਰਹੀ ਹੈ। ਤੇ ਉੱਥੇ ਤੁਸੀਂ ਦੇਖਿਆ ਮੈਂ ਸਾਰੇ ਮਜਮਾ ਲੱਗਿਆ ਖੜਾ ਹੁੰਦਾ ਸੀ, ਮਿਨਿਸਟਰੀਆਂ ਕੋ ਵੰਡਣ ਦੀਆਂ ਗੱਲਾਂ, ਹਰੇਕ ਕੋਈ ਆਪਦਾ ਵੀ ਦੇਖਿਓ ਜੀ, ਸਾਡਾ ਧਿਆਨ ਰੱਖਿਓ। ਮੈਂ ਇੱਕ ਦਿਨ ਕਈ ਸਾਥੀਆਂ ਨੂੰ ਸੁਣ ਰਿਹਾ ਸੀ, ਉਹ ਬੈਠੇ, ਮੈਂ ਕਿਹਾ ਜੀ ਕੈਪਟਨ ਸਾਹਿਬ ਬਣਾਏ ਬਣੋ ਇਹਦਾ ਚਾਹੇ ਜਿਹੜਾ ਜਿਹਨੂੰ ਬਣਾਉਣਾ ਹੈ, ਪਰ ਇੱਕ ਮੇਰੀ ਬੇਨਤੀ ਜ਼ਰੂਰ ਨੋਟ ਕਰਿਓ। ਕਹਿੰਦਾ ਬੋਲੋ ਸੁਨੀਲ। ਮੈਂ ਕਿਹਾ ਜੀ ਤੁਸੀਂ ਇੱਕ ਜਿਹੜੇ 2 ਮਹਿਕਮੇ, ਇੱਕ ਤਾਂ ਜਿਹੜਾ ਗਰੀਬਾਂ ਨੂੰ ਆਪਾਂ ਸੋਸ਼ਲ ਵੈਲਫੇਅਰ ਵਾਲਾ ਜਿਹੜੀ ਇਹ ਸਕੀਮਾਂ ਹੈ, ਤੇ ਇਹ ਜਿਹੜਾ ਇਹਨਾਂ ਨਾਲ ਗਰੀਬਾਂ ਨਾਲ ਤੇ ਸੋਸ਼ਲ ਵੈਲਫੇਅਰ ਦਾ ਹੈ, ਇਹ ਨਾ ਕਰਕੇ ਦੇ ਦਿਓ ਵੀ ਜਿਹੜਾ ਹੈ ਐਸਸੀ ਕਮਿਊਨਿਟੀ ਜਾਂ ਜਿਹੜੇ ਬੈਕਵਰਡ ਕਲਾਸਿਸ ਹੈ ਉਹਨਾਂ ਨੂੰ ਡੀਲ ਕਰਨ ਵਾਸਤੇ ਉਸ ਕਮਿਊਨਿਟੀ 'ਚ ਆਈ ਵੁੱਡ ਸੁਜੈਸਟ ਦੈਟ ਯੂ ਫਾਈਂਡ ਵਨ ਆਫ ਯੋਰ ਫਾਈਨੈਸਟ ਮੈਨ
ਉਹਨੂੰ ਆ ਮਹਿਕਮਾ ਦਿਓ, ਕਿਉਂਕਿ ਉਹ ਜਿਹੜੇ ਗਰੀਬ ਪਿਛੜੇ ਲੋਕ ਹੈ, ਜਿਹੜੇ ਰਾਸ਼ਨ ਤੇ ਜਿਨ੍ਹਾਂ ਦਾ ਕੰਮ ਚੱਲੇ ਜਾਂਦਾ ਹੈ, ਜਿਹੜੇ ਵਿਚਾਰੇ ਗਰੀਬ ਐਸੀ ਜਮਾਤ ਨਾਲ ਜੁੜੇ ਉਹਨਾਂ ਦੇ ਪਰਿਵਾਰਾਂ ਦੇ ਹੈ ਮਸਲੇ, find out one of the finest person in your setup, put him as a minister, bring the finest officer, put him there, because these are the issues which really matter ਸਾਹਿਬ। ਤੇ ਮੈਂ ਤਾਂ ਕਿਹਾ ਮੇਰੀ ਰਾਏ ਤਾਂ ਵੀ ਰਵੇ ਤੁਹਾਡੇ ਕੋਲ, ਚੀਫ ਮਿਨਿਸਟਰ ਕੋਲ, should be with the chief minister and it should be tackled at a priority। ਤੁਹਾਡੀ ਗੱਲ ਸਹੀ ਹੈ ਸਾਹਿਬ, ਵੀ ਆਰ ਸਟਿਲ ਲਾਈਕ ਸਾਰੀਆਂ ਗੱਲਾਂ ਕਰਦੇ ਆ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ, ਫਿਰ ਆ ਕੇ ਉੱਥੇ ਆ ਕੇ ਸੂਈ ਅੜ ਜਾਂਦੀ ਹੈ ਵੀ ਦੇਖਿਓ ਜੀ ਸਾਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ। ਦਿਸ ਇਜ਼ ਅ ਮੈਟਰ ਆਫ ਪੰਜਾਬ ਸਾਹਿਬ, ਨਾਟ ਆਫ ਵਨ ਕਮਿਊਨਿਟੀ। ਗਰੀਬੀ ਕਿਸੇ ਨੂੰ ਨਾ ਜਾਤ ਦੇਖਦੀ ਨਾ ਹੋਰ ਦੇਖਦੀ। ਇਹ ਜਦੋਂ ਜਾਤ ਪਾਤ ਵਾਲਾ ਮਸਲਾ ਹੈ, ਮੈਂ ਤਾਂ ਇੱਕੋ ਹੀ ਗੱਲ ਆਖੂੰਗਾ ਬਾਦ ਸਾਹਿਬ, ਮੈਨੂੰ ਪਹਿਲਾਂ ਇਸ ਗੱਲ ਦਾ ਤੁਹਾਨੂੰ ਕਹਿਣਾ ਚਾਹੀਦਾ, ਪਰ ਗੱਲਾਂ 'ਚੋਂ ਗੱਲ ਨਿਕਲ ਆਉਂਦੀ ਹੈ। ਕਹਿੰਦਾ ਚੱਲ ਬੋਲਿਆ ਕਿਤੇ ਹੋਰ ਚੱਲੀਏ, ਨਾ ਜਿੱਥੇ ਨਾ ਕੋਈ ਤੇਰੀ ਜਾਤ ਪਛਾਣੇ, ਨਾ ਤੈਨੂੰ ਪੁੱਛੇ ਤੇ ਨਾ ਤੇਰੀ ਜਾਤ ਪਛਾਣੇ। ਮੈਂ ਤਾਂ ਆ ਕਹਿੰਦਾ ਵੀ ਹੁਣ ਬਸ ਜਾਤ ਜੁਤ ਪਛਾਣਨ ਵਾਲਾ ਜਦੋਂ ਗੱਲਾਂ ਹੋਣ ਲੱਗੀਆਂ ਤੇ ਇੱਥੇ ਗੱਲ ਬਣਨੀ ਨਹੀਂ ਸਭ। ਜੀ ਜਾਖੜ ਸਾਹਿਬ, ਦੋ ਸਵਾਲ ਬਸ ਆਖਰੀ, ਕਿਉਂਕਿ ਸਮਾਂ ਕਾਫੀ ਹੋ ਗਿਆ, ਪਰ ਫਿਰ ਵੀ ਮੇਰਾ ਜੀ ਕਰਦਾ ਸੀ ਪੁੱਛਾਂ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਠੋਕ ਵਜਾ ਕੇ ਕਈ ਗੱਲਾਂ ਕਹੀਆਂ, ਕਿਉਂਕਿ ਮੈਂ ਇੱਧਰ ਘੱਟ ਆਉਣਾ ਚਾਹੁੰਦਾ ਹੁੰਨਾ, ਕੋ ਥੋੜੇ ਜਿਹਾ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਸਵਾਲ ਵੱਧ ਹੋਣ, ਪਰ ਆਉਣਾ ਪੈਣਾ ਕਿਉਂਕਿ ਸਾਰਿਆਂ ਦੀ ਰਮਜ਼ ਜਿਹੜੀ ਹੈ ਉਹ ਸਮਝਣੀ ਚਾਹੀਦੀ ਹੈ, ਸਾਡੇ ਦਰਸ਼ਕ ਵੀ ਜਿਹੜੇ ਨੇ ਪਰਿਵਾਰ ਵਾਲੇ। ਇੱਕੋ ਇੱਕ ਫਸਮਾ ਮੁਕਾਬਲਾ ਹੈ। ਬਿਕਰਮ ਸਿੰਘ ਮਜੀਠੀਆ ਸਾਹਿਬ ਤੁਹਾਡੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਖਿਲਾਫ ਆਏ ਚੋਣ ਲੜਨ ਤੇ ਮੈਚ ਫਸ ਗਿਆ ਪੱਤਰਕਾਰਾਂ ਦੀ ਭਾਸ਼ਾ ਦੇ ਵਿੱਚ, ਜਿਹੜਾ ਅਸੀਂ ਅੱਜ ਕੱਲ੍ਹ ਵੱਡਾ ਮੁਕਾਬਲਾ ਕਹਿੰਦੇ ਆ। ਇੱਕ ਵੀ ਕਾਂਗਰਸ ਪਾਰਟੀ ਦਾ ਲੀਡਰ ਪੱਟ ਤੇ ਥਾਪੀ ਮਾਰ ਕੇ ਇਹ ਕਹਿਣ ਨਹੀਂ ਆਇਆ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਘਬਰਾਉਣਾ ਨਹੀਂ ਹੈ, ਅਸੀਂ ਤੁਹਾਡੇ ਨਾਲ ਖਲੋਤੇ ਆਂ, ਪ੍ਰਚਾਰ ਵੀ ਕਰਾਂਗੇ, ਤੁਸੀਂ ਪੰਜਾਬ ਦੇ ਪ੍ਰਧਾਨ ਨੂੰ। ਕਦੇ ਕਦੇ ਐਂ ਲੱਗਦਾ ਹੁੰਦਾ ਕਿ ਤੁਹਾਡੀ ਪਾਰਟੀ ਦੇ ਕਈ ਬੰਦੇ ਖੁਸ਼ ਨੇ, ਮੁੱਛਾਂ ਨੂੰ ਤਾ ਦਿੰਦੇ ਹੋਣੇ ਆ ਕਿ ਹੁਣ ਆਇਆ ਹੀ ਬੰਦਾ ਸਾਡਾ ਕਾਬੂ, ਊਂ ਜੀਣ ਨਹੀਂ ਸੀ ਦਿੰਦਾ। ਨਹੀਂ, ਮੈਂ ਨਹੀਂ ਸਮਝਦਾ ਵੀ ਕੋਈ ਖੁਸ਼ ਹੋ ਜਾਂਦਾ ਕਿ ਨਹੀਂ ਹੁੰਦਾ, ਪਰ ਇੱਕ ਬਾਤ ਸਾਹਿਬ ਆ ਜੋ ਕੁਛ ਹੋ ਰਿਹਾ ਹੈ, ਮੈਂ ਸਮਝਦਾ ਅੱਜ ਵੀ ਮੈਂ ਆਪਣੀ ਗੱਲ 'ਚ ਕਹੀ ਉੱਥੇ ਮੌਕੇ ਤੇ, ਕਿਉਂਕਿ ਟਾਈਮ ਥੋੜਾ ਸੀ, ਉਹਨਾਂ ਨੇ ਕਹਿਣਾ ਜਾਣਾ ਰਾਹੁਲ ਜੀ ਨੇ, ਮੈਂ ਜਦੋਂ ਕਿਹਾ ਵੀ ਇਹ ਤਿੰਨੋਂ ਇਕੱਠੇ ਹੋਏ ਹੈ, ਬੀਜੇਪੀ, ਅਕਾਲੀ ਤੇ ਆਪ, ਆਹ ਸਭ ਤੋਂ ਜ਼ਿਆਦਾ ਜਿੰਦੀ ਜਾਗਦੀ ਉਦਾਹਰਨ ਹੈ ਸਾਹਿਬ ਉੱਥੇ। ਇਹ ਸਾਰੇ ਤਿੰਨੋਂ ਇਕੱਠੇ ਹੋ ਕੇ ਤੁਸੀਂ ਦੇਖੋ, ਬੀਜੇਪੀ ਨੇ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਬੀਜੇਪੀ ਇੱਕ ਪਾਸੇ ਤਾਂ ਆਪਣੇ ਆਪ ਨੂੰ ਕਹਿੰਦੀ ਹੈ ਵੀ ਅਸੀਂ ਨੂੰ ਸਾਰਿਆਂ ਨੂੰ, ਉਹਨਾਂ ਨੇ ਗੁਜਰਾਤ 'ਚ ਐਕਸਪੈਰੀਮੈਂਟ ਚਾਲੂ ਕੀਤਾ ਸੀ, ਵਟ ਦੇ ਵਾਂਟਡ ਟੂ ਕਾਲ ਐ ਸੌਫਟ ਲਾਂਚਿੰਗ ਆਫ ਦਾ ਆਈਡੀਆ ਵਾਸ ਵੀ ਰਿਜ਼ਰਵੇਸ਼ਨ ਖਤਮ ਕਰੀਏ, ਉਹ ਜਿਹੜਾ ਐਟਰੋਸਿਟੀਜ਼ ਅਗੇਂਸਟ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਈਬ ਵਾਲਾ ਐਕਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਪੱਟੀਦਾਰਾਂ ਨੂੰ ਖੜਾ ਕਰਕੇ ਵੀ ਇਹਨਾਂ ਵਾਸਤੇ ਅਸੀਂ ਕਾਨੂੰਨ ਚੇਂਜ ਕਰ ਦਈਏ। ਉਹ ਜਿਹੜੀਆਂ ਗੱਲਾਂ ਸੀ, ਦੇ ਵਰ ਟਰਾਈਂਗ ਟੂ ਪੁੱਟ ਇਨ ਅ ਟੈਸਟਰ। ਤੇ ਦੂਜੇ ਪਾਸੇ ਇੱਕ ਜਨਰਲ ਸੀਟ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਲਿਆ ਕੇ ਇੱਕ ਐਸਸੀ ਆਫੀਸਰ ਨੂੰ, ਜਿਹਦੇ 3 ਸਾਲ ਅਜੇ ਪਏ ਹੈ, ਇਜ਼ ਅ ਚੀਫ ਸੈਕਟਰੀ ਲੈਵਲ ਆਫੀਸਰ, ਉਹਨੂੰ ਲਿਆ ਕੇ ਤੇ ਰਿਟਾਇਰ ਕਰਾ ਕੇ ਇੱਥੇ ਦਿੱਤਾ ਹੈ। ਯੂ ਥਿੰਕ ਦੇ ਵਾਂਟ ਟੂ ਵਿਨ ਦੈਟ ਇਲੈਕਸ਼ਨ? ਨੋ। ਜਿਹੜੇ ਹੈ ਬੀਜੇਪੀ ਨੇ ਉਹ ਜਿਹੜੀ ਚਾਲ ਖੇਡੀ ਹੈ, ਦੈਟ ਇਜ਼ ਟੂ ਬੈਨੀਫਿਟ ਅਕਾਲੀ ਕੈਂਡੀਡੇਟ ਨੂੰ, ਮਜੀਠੀਆ ਜੀ ਨੂੰ। ਅਗਰ ਦੋਨਾਂ ਦਾ ਆਪਸ 'ਚ ਸਾਂਝ ਹੈ, ਡੂ ਯੂ ਨੋ ਵੀ ਉੱਥੇ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕੌਣ ਹੈ, ਲੇਡੀ ਹੈ, ਬੰਦਾ ਹੈ, ਕਿਸੇ ਨੂੰ ਹੈ ਪਤਾ? ਇਟ ਇਜ਼ ਆਲ ਅ ਫਿਕਸਡ ਮੈਚ ਸਾਹਿਬ। ਤਿੰਨੋਂ ਇਕੱਠੇ ਹੋਏ ਹੈ, ਜਿੱਥੇ ਕਿਸਾਨਾਂ ਵਾਲੇ ਮਸਲੇ 'ਚ ਇਕੱਠੇ ਹੈ, ਉੱਥੇ ਇੱਥੇ ਇਕੱਠੇ ਹੈ। ਮਸਲਾ ਹੈ ਵੀ ਇਹਨੂੰ ਠੋਕ ਲਓ, ਆਹ ਬੰਦਾ ਸਾਡੇ ਵਾਸਤੇ ਖਤਰਾ ਹੈ। ਇਹ ਜਿਹੜੇ ਕਹਿੰਦੇ ਨਾ ਵੀ ਲੋਕਾਂ ਨੂੰ ਬੇਵਕੂਫ ਬਣਾ ਰਿਹਾ, ਤਿੰਨੋਂ ਇੱਕ ਹੀ ਥੈਲੀ ਕੇ ਚੱਟੇ ਬੱਟੇ ਹੈ ਸਾਹਿਬ। ਦੇ ਅਕਾਲੀ ਐਂਡ ਬੀਜੇਪੀ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਸਤੇ ਕਹਿੰਦੇ ਅੱਡ ਹੋ ਗਏ, ਬਟ ਦੇ ਆਰ ਪਲੇਇੰਗ ਐ ਵੈਰੀ ਵੈਰੀ ਨਫੇਰੀਅਸ ਗੇਮ, ਜਿਹੜਾ ਖਤਰਨਾਕ ਖੇਡ ਖੇਡ ਰਹੇ ਪੰਜਾਬ ਦੇ ਭਵਿੱਖ ਦੇ ਨਾਲ। ਆ ਕੱਲ ਤੁਸੀਂ ਇਹਨਾਂ ਦਾ ਥੋੜੇ ਦਿਨ ਪਹਿਲਾਂ 4-5 ਦਿਨ ਪਹਿਲਾਂ ਇੰਟਰਵਿਊ ਆਇਆ ਸੁਖਬੀਰ ਜੀ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ, ਆਖਰੀ ਲਾਈਨ ਪੜ੍ਹਿਓ ਜਿੱਥੇ ਇੰਟਰਵਿਊ 'ਚ ਆ ਕੇ ਕਹਿੰਦੇ ਵੀ ਆਰ ਯੂ ਗੋਇੰਗ ਟੂ, ਕੈਨ ਯੂ ਅਸ਼ੋਰ ਅਸ that you will not tie up with BJP after the election? ਉਹਨਾਂ ਦਾ ਪੜ੍ਹਿਓ ਤੁਸੀਂ ਆਨਸਰ। ਸੁਖਬੀਰ ਜੀ ਕਹਿੰਦੇ we are separate right now, but who can say about future? ਇਸ ਤੋਂ ਵੱਡਾ ਹੋਰ ਕੀ ਤੁਹਾਡੇ ਸਾਹਮਣੇ ਸਭ? ਸਾਨੂੰ ਤਾਂ ਕੁਰਸੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵਾਲੇ ਕੱਲ ਤਾਈਂ ਕਿਸਾਨਾਂ ਵਾਸਤੇ ਸਾਰੀ ਗੱਲਾਂ ਨਾਲ ਜ਼ਬਾਨੀ ਜਮਾ ਖਰਚ ਸਾਰਾ ਕਰੀ ਜਾਂਦੇ ਵੀ ਜਾਨ ਲਗਾ ਦੇਂਗੇ ਕਿਸਾਨ ਕੇ लिए, ਤੇ ਜਿਸ ਦਿਨ ਇਹਨਾਂ ਨੇ ਸੰਯੁਕਤ ਮੋਰਚੇ ਵਾਲੇ, ਕਿਸਾਨ ਮੋਰਚੇ ਵਾਲੇ ਕਹਿੰਦੇ ਤੁਹਾਡੇ ਨਾਲ ਟਾਈ ਅਪ ਨਹੀਂ ਕਰਦੇ, ਸਭ ਤੋਂ ਪਹਿਲਾਂ ਇਹਨਾਂ ਦੇ ਕਿਸਾਨਾਂ ਦੇ ਖਿਲਾਫ ਬੋਲਣ ਵਾਲੀ ਹਿਮਾਕਤ ਇਹਨਾਂ ਨੇ ਕੀਤੀ ਹੈ। ਹੁਣ ਫਿਰ ਇਸ ਮਸਲੇ 'ਚ ਫੇਰ ਇਕੱਠੇ ਹੈ ਸਭ, ਇਹਨਾਂ ਦੀ ਕੋਈ ਸੋਚ ਨਹੀਂ। ਆ ਸਾਰੀਆਂ ਦੇ ਆਰ ਆਲ ਟੁਗੇਦਰ। ਮੈਂ ਧਰਮਵੀਰ ਗਾਂਧੀ ਜੀ ਦਾ ਬੜਾ ਆਭਾਰੀ ਹਾਂ, ਉਹਨਾਂ ਨੇ ਆ ਕੇ ਕਿਹਾ ਵੀ ਮੈਂ ਕਾਂਗਰਸ ਪਾਰਟੀ ਦੇ ਨਾਲ ਨਹੀਂ, ਪਰ ਇੱਥੇ ਲੜਾਈ ਜਿਹੜੀ ਹੈ, ਮੇਰਾ ਮੰਨਣਾ ਹੈ ਹੁਣ ਪੰਜਾਬ ਉੱਥੇ ਤਾਂ ਰਾਜ ਹਰਿਆਣਾ 'ਚ ਪੈ ਗਿਆ ਕੁਰੂਕਸ਼ੇਤਰ, ਬਟ ਪੰਜਾਬ ਇਟਸੈਲਫ ਹੈਜ਼ ਬਿਕਮ ਹੈ ਕੁਰੂਕਸ਼ੇਤਰ।
ਇੱਥੇ ਆ ਜਿਹੜੀ ਲੜਾਈ ਹੋ ਰਹੀ ਹੈ, ਇੱਕ ਪਾਸੇ ਸਾਰੀਆਂ ਆਹ ਤਾਕਤਾਂ ਰਲੀਆਂ, ਇੱਕ ਪਾਸੇ ਪੰਜਾਬ ਦਾ ਮਸਲਾ ਹੈ। ਇਸ ਕਰਕੇ ਲੋਕਾਂ ਨੂੰ ਦੇਖਣਾ ਪਊਗਾ। ਇਟ ਇਜ਼ ਡਜ਼ ਨਾਟ ਕਨਫਾਈਨਡ ਓਨਲੀ ਟੂ ਨਾਲੇ ਸਿੱਧੂ ਸਾਹਿਬ ਵਾਲੀ ਸੀਟ ਤੇ, ਬਟ ਯੈਸ ਇਟ ਹੈਜ਼ ਦੇ ਹੈਵ ਟਰਾਈਡ ਟੂ ਕਾਰਨਰ ਹਿਮ ਐਂਡ ਦੇ ਆਰ ਆਲ ਜੁਆਇਨਡ ਇਨ ਇਟ। ਨਾ ਸਿਰਫ ਇਸ ਵਾਸਤੇ, ਬਿਹਾਈਂਡ ਦਾ ਸੀਨ ਆਲ ਥਰੀ ਆਫ them ਆਰ ਵਨ। ਉਹ ਜਿਵੇਂ ਕਹਿੰਦੇ ਨਾ ਇੱਥੇ ਹਿੰਦੁਸਤਾਨ ਲੀਵਰ ਦੇ ਹੈ, 3 ਬ੍ਰਾਂਡ ਹੈ ਪਰ ਹੈ ਤਿੰਨੋਂ। ਤੁਸੀਂ ਲਕਸ ਖਰੀਦ ਲਓ, ਤੁਸੀਂ ਹਮਾਮ ਖਰੀਦ ਲਓ, ਤੁਸੀਂ ਕੋਈ ਹੋਰ ਪੋਲਮੋਲਿਵ ਖਰੀਦ ਲਓ, ਹੈਗੀਆਂ ਉਸੇ ਕੰਪਨੀਆਂ ਦੀਆਂ ਤਿੰਨੋਂ, ਹੈ ਉੱਥੋਂ ਹੀ ਨਾਗਪੁਰ ਤੋਂ ਕੰਟਰੋਲ ਹੋ ਰਹੀਆਂ। ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਜਿਹੜੇ ਕਹਿੰਦੇ ਹੈ ਇੱਥੇ ਕੱਲ ਤਾਈਂ ਨੂੰਹ ਮਾਸ ਦਾ ਰਿਸ਼ਤਾ ਸੀਗਾ, ਅੱਜ ਲੋਕਾਂ ਦੀ ਕੱਟਾ ਪਾਈ ਜਾਂਦੇ। ਸਵੇਰੇ ਫਿਰ ਮੈਂ ਤੁਹਾਨੂੰ ਜੱਫੀ ਪਾਈ ਦਿਖਾ ਦੂੰਗਾ। ਇੱਥੇ ਹੋਣਗੇ। ਲੋਕਾਂ ਨੂੰ ਬੇਵਕੂਫੀ ਤੋਂ ਬਚਣ ਦਾ ਇਟ ਇਜ਼ ਆਈ ਹੈਵ ਟੂ ਮੇਕ them ਅਵੇਅਰ ਆਫ ਇਟ ਵੀ ਆ ਬਚ ਕੇ ਰਹੋ ਇਹਨਾਂ ਤੋਂ। ਇਹ ਲੋਕ ਜੋ ਅੱਜ ਕਰ ਰਹੀ ਹੈ ਉੱਥੇ ਕੇਂਦਰ 'ਚ ਬੈਠੀ ਸਰਕਾਰ, ਬੜੀ ਖਤਰਨਾਕ ਹਰਕਤਾਂ ਹੋ ਰਹੀਆਂ ਪੰਜਾਬ ਦੇ ਖਿਲਾਫ ਹੈ। ਅੱਜ ਵੀ ਮੈਂ ਗੱਲ ਕੀਤੀ ਵੀ ਹੈ ਜੋ ਇਹਨਾਂ ਦੀ ਪਾਲਿਸੀਜ਼ ਹੈ, ਸਾਨੂੰ ਉਹਨਾਂ ਦੀ ਗਲਤੀਆਂ ਦਾ ਖਾਮਿਆਜ਼ਾ ਸਾਡੇ ਜਵਾਨ ਆਪਣੇ ਖੂਨ ਨਾਲ ਉਹਨਾਂ ਗਲਤੀਆਂ ਦੀ ਕੀਮਤ ਚੁਕਾਉਣਗੇ, ਚਾਹੇ ਉਹ ਚੀਨ ਦੀ ਬਾਰਡਰ ਤੇ ਹੋਵੇ, ਚਾਹੇ ਪਾਕਿਸਤਾਨ ਦੀ ਬਾਰਡਰ ਤੇ ਹੋਵੇ। ਦੇ ਆਰ ਗੋਇੰਗ ਰੋਂਗ। ਕਿਸਾਨ 700 ਕੁਰਬਾਨੀਆਂ ਦੇ ਚੁੱਕੇ ਹੈ। ਕਦੋਂ ਤਾਈਂ ਇਹਨਾਂ ਦੀ ਗਲਤੀਆਂ ਦੇ ਉੱਤੇ ਆਪਾਂ ਇਸੇ ਤਰ੍ਹਾਂ ਹੀ ਪਰਦੇ ਪਾਉਂਦੇ ਰਵਾਂਗੇ? ਕਦੋਂ ਤਾਈਂ ਇਹਨਾਂ ਨੂੰ ਆਪਾਂ ਲਗਾਮਾਂ ਖੁੱਲੀਆਂ ਛੱਡ ਕੇ ਦੇ ਦਿਆਂਗੇ ਵੀ ਚਲਾਈ ਜਾਓ? ਨਹੀਂ ਜੀ, ਬਦਲਾਵ, ਆਹ ਬਦਲਾਵ ਹੈ ਸਾਹਿਬ, ਇਹ ਬਦਲਾਵ ਹੈ। ਕਿਹੜੇ ਬਦਲਾਵ ਹੈ? ਇਸ ਕਿਸਮ ਦੇ ਬਦਲਾਵ ਭਾਲੇ ਸੀ 7 ਸਾਲ ਪਹਿਲਾਂ। ਕਹਿੰਦੇ ਸੀ 2022 में आमदन दुगनी कर देंगे। आज खाद वाला तो मैं अज ही दसता ਤੁਹਾਨੂੰ। अजे देखियो रोज जिस तरह रुपये की कीमत घट रही है, डॉलर महंगा होंदा तुरया गया, खाद महंगी होंदी जो तुरी जाऊगी। ਅੱਜ ਜਿੱਦਣ ਯੂਕਰੇਨ ਵਾਲੀ ਲੜਾਈ ਜੇ ਕਿਤੇ ਖੁਦਾ ਨਾ ਖਾਸਤਾ ਜੇ ਜੱਫਾ ਪੈ ਗਿਆ ਚਾਹੇ ਰਸ਼ੀਆ ਦਾ ਤੇ ਯੂਕਰੇਨ ਦਾ, ਤੁਸੀਂ ਦੇਖਿਓ ਤੇਲ ਦੇ ਕਿੰਨੀ ਅੱਗ ਲੱਗਦੀ ਹੈ। ਤੇਲ ਦੇ ਜਿੱਦਣ ਅੱਗ ਲੱਗੀ ਉਦੋਂ ਹੀ ਆ ਸਾਰੀ ਇਹਨਾਂ ਦੀ ਤੁਹਾਡੀ ਫਰਟੀਲਾਈਜ਼ ਕੰਪਨੀਆਂ ਦਾ ਫੀਡ ਸਟਾਕ ਹੈ ਆ ਮਹਿੰਗਾ ਹੋ ਗਿਆ। ਮੈਂ ਤਾਂ ਇੱਥੇ ਕਿਸਾਨਾਂ ਨੂੰ ਤੁਹਾਨੂੰ ਫੇਰ ਮੋਰਚਾ ਲੈਣਾ ਪਊਗਾ। ਇਹ ਗੱਲਾਂ ਸਮਝਣੀਆਂ ਪੈਣਗੀਆਂ ਸਾਹਿਬ। ਵੀ ਆਰ ਨਾਟ ਲਿਵਿੰਗ ਇਨ ਆਈਸੋਲੇਸ਼ਨ, ਵੀ ਆਰ ਲਿਵਿੰਗ ਇਨ ਅ ਕਨੈਕਟਿਡ ਵਰਲਡ। ਬਾਤ ਸਾਹਿਬ ਯੂ ਸਿਟਿੰਗ ਦੇਅਰ, ਤੁਹਾਡੇ ਜਿਹੜੇ ਵੋਟਰ ਹੈ ਉੱਥੇ ਬੈਠੇ ਆ, ਸਾਡੇ ਪੰਜਾਬੀ ਭਰਾ ਬੈਠੇ ਦੇਖੇ, ਦੇ ਆਰ ਵੈਰੀ ਅਵੇਅਰ ਆਫ ਦਾ ਵਰਲਡ ਸਿਚੁਏਸ਼ਨ। ਯੂ ਕੈਨ ਨਾਟ ਲਿਵ ਇਨ ਆਈਸੋਲੇਸ਼ਨ ਵੀ ਅਸੀਂ ਤਾਂ ਪੰਜਾਬ 'ਚ ਅਸੀਂ ਕੀ ਲੈਣਾ ਜੀ ਮੋਦੀ ਨਾਲ? ਲੈਣਾ ਨਹੀਂ, ਤੁਹਾਡੇ ਜਵਾਕਾਂ ਨੇ ਲੈਣਾ ਹੈ ਜਿਹੜੇ ਕਹਿੰਦੇ ਸੀ ਕੱਲ ਤਾਈਂ ਤੁਹਾਨੂੰ ਨੌਕਰੀਆਂ ਦੇਂਗੇ। ਇੱਥੇ ਹੁਣ ਜਿਸ ਕਿਸਮ ਦੇ ਹਾਲਾਤ ਬਣਾਏ, ਕੌਣ ਆਊਗਾ? ਸਭ ਬਾਰਡਰ ਤੇ ਜਾ ਕੇ ਟੈਂਕ ਖੜੇ ਹੋ ਗਏ। ਅੱਜ ਵੀ ਉੱਥੇ ਮੈਂ ਗੱਲ ਕੀਤੀ, ਇਮਰਾਨ ਖਾਨ ਅੱਜ ਉੱਥੇ ਚਾਈਨਾ 'ਚ ਹੈ, ਉਹਨਾਂ ਦੇ ਬਿਆਨ ਆ ਰਹੇ ਉੱਥੋਂ ਵੀ ਅਸੀਂ ਇਹਨਾਂ ਨਾਲ ਸਿਰੇ ਤੇ ਜਾਵਾਂਗੇ। ਫਿਰ ਕਿਹਦੇ ਖਿਲਾਫ ਜਾਓਗੇ? ਗੱਲ ਤਾਂ ਹਾਂ ਤਾਂ ਅਸੀਂ ਵੀ ਆਰ ਐਟ ਦ ਰਿਸੀਵਿੰਗ ਐਂਡ। ਸੋ ਬਹੁਤ ਗੰਭੀਰ ਮੁੱਦੇ ਹੈ। ਬਟ ਯੈਸ ਇਟ ਇਜ਼ ਫॉर द ਪੀਪਲ ਟੂ ਅੰਡਰਸਟੈਂਡ ਐਂਡ ਰਿਐਕਟ ਟੂ them। ਦੋ ਆਖਰੀ ਸਵਾਲ ਇਕੱਠੇ ਜਾਖੜ ਸਾਹਿਬ, ਇੰਪੋਰਟੈਂਟ ਮੁੱਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂਜੀ, ਇੱਕ ਮੈਂ ਸਵਾਲ ਇਹ ਪੁੱਛਣਾ ਸੀ ਕਿ ਤੁਸੀਂ ਵੀ ਕਿਸਾਨ ਹੋ, ਕਿਸਾਨ ਨੇ ਜੇ ਪੱਠੇ ਲੈਣ ਵੀ ਆਪਣੇ ਖੇਤ 'ਚ ਜਾਣਾ ਹੋਵੇ ਤਾਂ ਉਹਦੇ ਕੋਲੇ ਪਲੈਨਿੰਗ ਕਲੀਅਰ ਹੁੰਦੀ ਹੈ ਕਿ ਮੈਂ ਘਰੋਂ ਚੱਲਣਾ, ਦਾਤੀ ਮੇਰੇ ਕੋਲ ਹੋਣੀ ਚਾਹੀਦੀ ਹੈ, ਪੱਲੀ ਮੇਰੇ ਕੋਲ ਹੋਣੀ ਚਾਹੀਦੀ ਹੈ। ਜਿਹੜੇ ਸਾਈਕਲ ਤੇ, ਜਿਹੜੇ ਗੱਡੇ ਤੇ ਜਾਂ ਟਰੈਕਟਰ ਟਰਾਲੀ ਤੇ ਪੱਠੇ ਲਿਆਉਣੇ ਆ, ਉਹ ਟਰੈਕਟਰ 'ਚ ਤੇਲ ਚਾਹੀਦਾ ਹੈ ਤੇ ਚਾਬੀ ਘਰੋਂ ਚੱਕ ਕੇ ਸੈਲਫ ਮਾਰਨੀ ਹੈ, ਫਿਰ ਪੱਠੇ ਵੱਢਣੇ ਆ, ਪੱਠੇ ਚਕਾਉਣੇ ਕਿੰਨੇ ਆ, ਪੂਰਾ ਪਲਾਨ ਹੁੰਦਾ ਹਰ ਇੱਕ ਬੰਦੇ ਦੇ ਕੋਲੇ। ਅੱਜ ਸੀਐਮ ਦਾ ਚਿਹਰਾ ਅਨਾਉਂਸ ਹੋ ਗਿਆ। ਕਿਤੇ ਨਾ ਕਿਤੇ ਪੰਜਾਬ 'ਚ ਹਰ ਇੱਕ ਪਾਰਟੀ ਦਾ ਲੱਗਦਾ ਹੈ, ਕੁਰਸੀ ਦਾ ਪਤਾ ਹੈ, ਚਿਹਰੇ ਦਾ ਪਤਾ ਹੈ, ਪਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਿੱਦਾਂ ਕਰਨਾ ਹੈ ਉਹਦਾ ਇੱਕ ਰੋਡ ਮੈਪ ਜਿਹੜਾ ਹੈ, ਕੋਈ ਮੰਨੇ ਨਾ ਮੰਨੇ ਉਹਦੀ ਪੂਰੀ ਘਾਟ ਹੈ। ਠੀਕ ਹੈ, ਕੁਰਸੀ ਮਿਲ ਜੂਗੀ, ਟਰੈਕਟਰ ਮਿਲ ਜੂ, ਜੇ ਪਤਾ ਹੀ ਨਹੀਂ ਹੋਊਗਾ ਕਿਹੜੇ ਖੇਤ ਨੂੰ ਜਾਣਾ ਫਿਰ ਜਾਵਾਂਗੇ ਕਿੱਦਾਂ? ਟਰੈਕਟਰ ਤੇ ਬੈਠ ਕੇ ਥੋੜੀ ਆਪਾਂ ਸੋਚਣਾ ਸੈਲਫ ਮਾਰ ਕੇ ਤੇਲ ਫੂਕਦੇ ਹੋਏ ਕਿ ਹੁਣ ਭਾਈ ਕਿਹੜੇ ਖੇਤ ਨੂੰ ਜਾ ਕੇ ਪੱਠੇ ਲੈਣ ਜਾਈਏ। ਕੀ ਸੁਨੀਲ ਜਾਖੜ ਇੱਕ ਸੁਹਿਰਦ ਨੇਤਾ ਦੇ ਤੌਰ ਤੇ ਇਹ ਘਾਟ ਮਹਿਸੂਸ ਕਰਦੇ ਆ? ਬਿਲਕੁਲ ਸਾਹਿਬ, ਮੈਂ ਤਾਂ ਹੁਣੇ ਤੁਹਾਡੇ ਪ੍ਰੋਗਰਾਮ 'ਚ ਸਟਾਰਟਡ ਵਿਦ ਇਟ ਵੀ ਆ ਪੈਸੇ ਕਿੱਥੋਂ ਆਣਗੇ ਮੈਨੂੰ ਆ ਤਾਂ ਦੱਸ ਦਿਓ। ਜੇ ਹਰੇਕ ਕੋਈ ਤਿੰਨੋਂ ਪਾਰਟੀਆਂ ਹੀ ਆਈ ਕਹਿ ਰਹੀਆਂ ਵੀ ਅਸੀਂ ਰੇਤੇ 'ਚੋਂ ਕੱਢ ਦਿਆਂਗੇ, ਅਸੀਂ ਦਾਰੂ 'ਚੋਂ ਕੱਢ ਦਿਆਂਗੇ। I am a student of economics. I have done economics honors, but I don't, जिस तरह साडे CM साहब कह रहे हैं भी मैं economics भी मैं माहिर हाँ तो मैं political science ਦਾ ਮਾਹਿਰ ਹਾਂ। I have never considered myself I am an economist। ਹੁਣ ਜਿਹੜਾ ਹਰ ਇੱਕ ਬੰਦਾ ਕੁਰਸੀ ਤੇ ਬੈਠ ਕੇ ਆਈ ਕੈਂਟ ਕਲੇਮ ਦੈਟ ਆਈ ਐਮ ਇਕੋਨੋਮਿਸਟ। ਅਗਰ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠ ਕੇ ਇਕੋਨੋਮਿਸਟ ਬਣਨ ਦਾ ਵਹਿਮ ਮੋਦੀ ਸਾਹਿਬ ਨੂੰ ਹੋਇਆ ਸੀਗਾ, ਕਚੂਮਰ ਕੱਢਤਾ। ਆ ਜਦੋਂ ਡੀਮੋਨੇਟਾਈਜੇਸ਼ਨ ਕੀਤੀ ਹੈ, ਇਹ ਜਿਹਾ ਇਕੋਨੋਮਿਸਟ ਸਾਨੂੰ ਇਹ ਜਿਹਾ ਤਾਂ ਨਹੀਂ ਚਾਹੀਦਾ। ਸਭ ਬਚਾਓ ਸਾਨੂੰ ਇਹ ਜਿਹੇ ਇਕੋਨੋਮਿਸਟ ਤੋਂ। ਤੇ ਇਹ ਜਿਹਾ ਕੰਮ ਜੇ ਇੱਥੇ ਕਰਨ ਲੱਗੇ, ਥੀਸ ਆਰ ਹਾਫ ਬੇਕਡ ਕੇਕ ਸਾਹਿਬ।
पीपल हैव टू आस्क दिस क्वेश्चन। जे जनता इस गल तो ही राजी है, हाँ हाँ रेते जो कट देंगे, फिर कट लो साहब, हाउ कैन आई ब्लेम देम? इफ पीपल आर नॉट विलिंग टू लिसन, दे शुड मेक आस्क इंटेल, दे शुड आस्क दिस क्वेश्चन साहब। पीपल शुड, जिदन लोग अवेयर हो गए सानू जवाब देने पैणगे। जद ताईं लोग साडे तो इस गल ते राजी है भी तुसीं किहा सी चाह पत्ती नहीं दित्ती जी, चाह पत्ती नाल राजी है, व्हाई वुड दे बॉदर अबाउट एनीथिंग एल्स? No, you just can't. देखो, it's very easy to blame politicians. बहुत सौखा है। They are the lowest hanging fruit कह लो। नहीं सारा तो पहला होते थे गल च पा दे भी आ माड़े है। आके उत्तों आए जी। They are साढ़े चो निकल के आए, असी चुने हैं। So this awareness कोई कहता ਉਹਦੀ ਕੋਈ ਸੁਣਦਾ ਨਹੀਂ, ਉਹ ਕਹਿੰਦਾ ਲੈ ਕਿਹੜੀ ਅਕਲ। ਆਈ ਨੋ ਵੈਰੀ ਵੈਲ। ਮੈਂ ਕਿ ਤੁਹਾਨੂੰ ਗੱਲ ਸੁਣਾਵਾਂ, ਸੌਰੀ ਟਾਈਮ ਲਈ ਜਾਣਾ, ਪਰ ਤੁਸੀਂ ਜਿਹੜੇ ਮਾਹੌਲ 'ਚ ਤੁਹਾਡੇ ਨਾਲ ਗੱਲ ਕਰ ਅੱਡ ਅੱਡ ਕਰਕੇ ਕਰ ਦਿਓ। ਚੌਧਰੀ ਚਰਨ ਸਿੰਘ ਵਾਜ਼ ਅ ਵੈਰੀ ਵੈਲ ਰੈਡ ਐਂਡ ਵੈਰੀ ਅਵੇਅਰ ਮੈਨ ਸਾਹਿਬ। ਉਹ ਰੋਹਤਕ ਤੋਂ ਇਲੈਕਸ਼ਨ ਲੜਨ ਆਏ ਐਮਪੀ ਦਾ, ਤੇ ਇੱਥੇ ਉਹਨਾਂ ਨੂੰ ਹੀ ਆਲਵੇਜ਼ ਯੂਜ਼ ਟੂ ਟਾਕ ਇਨ ਫਿਗਰਸ ਇਨ ਸਟੈਟਿਸਟਿਕਸ। ਤੇ ਸਟੈਟਿਕਸ ਤਾਂ ਜਦੋਂ ਅਸੀਂ ਪੜ੍ਹਦੇ ਸੀ ਸਕੂਲ 'ਚ ਅਸੀਂ ਵੀ ਨਹੀਂ ਗੌਰ ਕਰਦੇ ਸੀ, ਵੈਰੀ ਬੋਰਿੰਗ ਕਲਾਸ। ਤੇ ਪਬਲਿਕ ਸਪੀਕਿੰਗ 'ਚ ਕੌਣ ਸੁਣਦਾ ਸਾਹਿਬ ਜਿਹੜੀ ਪਰਸੈਂਟੇਜ ਦੀ ਗੱਲ ਕਰਦੇ ਆ, ਵੇਨ ਸਟੈਟਿਸਟਿਕਸ ਆ ਸਟੈਟਿਸਟਿਕਸ। ਉਹ ਮਗਰ ਕੋਈ ਵਿਚਾਰੇ ਰੋਹਤਕ ਵਾਲੇ ਜਾਟ बैठे सी, उन्होंने कह रहा ये क्यों भाई बोले जा रहा है, क्या बकवास किए जा रहा है, किसको को बंद करो, हम तो चौधरी को सुनता ही आए हैं, अभी हम तो चौधरी साहब को सुनने हैं। तो कोल कोई बंदा बैठा सीगा, उन्हें कह रहा बड़े मान से चौधरी खुद बोल रहा है। अच्छा 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 अच्छा, तभी इतनी सियाणी सियाणी बात कर रहे हैं, हमें बेवकूफों को कहाँ समझ आती है। अच्छे तक गल आओ ही खड़ी है, कोई सुनने तैयार नहीं, कौन सुनना चाहूगा? मैं जाके गीत गान लग जावे, पतंदरों देखियो आ थोनू थोड़े जेब ते पैना है खर्चा, आ जेड़े नौकरियां दी गल करी जाने हो, इन्हां नूं तनख्वाह कित्थे आउंगे? आ जेड़ा पे कमीशन लागू करवाउण दी गल कर रहे हो, आ कोई चन्नी साहब ने या सुखबीर जी ने या केजरीवाल साहब ने जेब चों नहीं देना, थोड़े चों कढना है, आ तेल तिलां चों निकलना है। बट कोई सुनने तैयार नहीं जी, कर दियो जी, की फर्क पैंदा है जी। सो दीज आर इशूज। आई एम सॉरी, आई डोंट वांट टू, बट इट हैज़ टू बी थोड़े वर्गे लोग इत्थे जिहड़े सियाणे लोग है, कम्यूनिटी दे जिहड़े लीडर है, ओपीनियन मेकर, दे विल हैव टू कम फोर्थ एंड स्टार्ट ए डिबेट। एक दिन च नहीं कहानियां बननियां, बट ग्रेजुअली ਹੁਣ social media is used for all the anti-social elements, all the anti-social, most of it is anti-social kind of stuff going around. But once you start it, it will be very easy to disseminate this information. ਨਾਲ ਦੀ ਨਾਲ ਖਟਾ ਘਰੇ ਮੇਰੇ ਗੱਲ ਹੁੰਦੀ ਹੈ, ਬਾਹਰ ਪਹਿਲਾਂ ਪਤਾ ਹੁੰਦਾ ਸੜਕ ਤੇ ਕੀ ਗੱਲ ਹੋ ਗਈ। ਸੋ ਟਾਈਮ ਲੱਗੂਗਾ, ਬਟ ਆਈ ਥਿੰਕ ਵੀ ਆਰ ਹੈਡਿੰਗ ਟੁਵਰਡਸ ਦੈਟ। ਹੁਣ ਹੌਲੀ ਹੌਲੀ ਲੋਕ ਜਾਗਰੂਕ ਹੋਣ ਲੱਗੇ ਹੈ, ਬਟ ਇਟਸ ਲੇਟ, ਬਟ ਸਟਿਲ ਆਈ ਸੀ ਹੋਪ ਕਿਤੇ ਨਾ ਕਿਤੇ ਲੋਕ ਅਵੇਅਰ ਹੋਣਗੇ ਜੀ। ਜਾਖੜ ਸਾਹਿਬ ਦੁਬਾਰਾ ਵੀ ਕਿਸੇ ਦਿਨ ਜੁੜਾਂਗੇ ਜੀ ਜ਼ਰੂਰ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਉਮੀਦ ਕਰਦੇ ਹਾਂ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਦੁਬਾਰਾ, ਜੇ ਕਿਤੇ ਇਦਾਂ ਦਾ ਮੌਕਾ ਆਉਂਦਾ ਕਿ ਪਾਰਟੀ ਨੂੰ ਨੁਕਸਾਨ ਹੈ ਜਾਂ ਪੰਜਾਬ ਨੂੰ ਨੁਕਸਾਨ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਐਤਕੀ ਜਾਖੜ ਸਾਹਿਬ ਫਿਰ ਬੰਦ ਕਮਰੇ ਦੀ ਜਗ੍ਹਾ ਦੇ ਉੱਤੇ ਜੇ ਬਾਹਰ ਵੀ ਬੋਲਣਾ ਪਵੇ ਤਾਂ ਬੋਲਣਗੇ। ਮੇਰਾ ਜਿਹੜਾ ਸੀਗਾ ਦੇਖੋ ਬੋਲਣ ਨੂੰ, ਜਦ ਮੈਂ ਐਜ਼ ਲੌਂਗ ਐਜ਼ ਆਈ ਐਮ ਵਿਦ ਇਨ ਦ, ਮੈਨੂੰ ਅਗਰ ਕੋਈ ਉਸ ਟਾਈਮ ਸੁਣਦਾ ਓਨਲੀ ਬਿਕੋਜ਼ ਆਈ ਐਮ ਔਨ ਸਿਟਿੰਗ ਇਨ ਦੈਟ ਪੋਜੀਸ਼ਨ, ਬਟ ਅੱਜ मैं बिना किसी उस रिस्पोंसिबिलिटी दे अज मैं गल जी कह सकता, उस टाइम उस कुर्सी ते बैठ के नहीं कर सकता। उस कुर्सी की मर्यादा होंदी है सर। आई वुड फील गिल्टी जी भी अगर मैं वो गल नहीं उत्थे राहुल जी या कैप्टन साहब के सामने या अपने जो डिसीजन मेकर है उन्होंने सामने रखी, दैन आई एम गिल्टी। आई डोंट फील गिल्टी, आई हैव डन इट, बट एज यू से यस, उन्होंने should have pursued it better and should have taken it to some conclusion, maybe things would have been better, but उस कुर्सी ते बैठ के उन्होंने अपना नज़रिया है, they have their own limitations, they have their own considerations। एक पासे बैठ के गल करनी, जिवें अज भी राहुल जी ने कहा भी बाहर बैठ के राय देने वाले तो कमेंटेटर बहुत आ जाते भी इस तरह करके अगर बॉल खेलदा फ्रंट फुट ते जाके ते उस राय देने वाले नूं उत्थे ओहदे विकेट के सामने ले जाके खड़े कर दो, नाल दी नाल पहली बॉल च बोल्ड आउट हो जाऊगा। सो इट्स वेरी ईजी टू सिट आउटसाइड on the ring frame and say it, but yes, सारे नूं मिल जुल के प्रयास करना पऊगा। बिल्कुल करांगे साहब। थैंक यू बात साहब। आई डोंट नो थोड़ा कोई जिहड़ा इस डिस्कशन दा शायद जाना दा पॉलिटिकल पासे भी आपां दा होर ही पासे लै गए, एंड मे बी इट विल अफेक्ट योर TRP, बिकॉज बाकी थोड़ी जिहड़ियां डिबेट्स होंदियां बड़ी स्टीक होंदियां, बड़े तुसीं तिखे सवाल करदे हो, बट यू हैव बीन वेरी काइंड एंड जिहड़ी जनरल गल्लां कीतियां। थैंक यू सो मच साहब। थैंक यू बात साहब।
ਨਹੀਂ ਥੈਂਕ ਯੂ ਜੀ, ਬਹੁਤ ਸ਼ੁਕਰੀਆ। ਟੀਆਰਪੀ ਦਾ ਕੋਈ ਨਹੀਂ, ਜਾਖੜ ਸਾਹਿਬ ਪੰਜਾਬ ਬਚਣਾ ਚਾਹੀਦਾ। ਬਹੁਤ ਯੂ ਆਰ ਨਾਟ ਰਨਿੰਗ ਔਨ ਦਾ ਟੀਆਰਪੀ। ਉਹ ਤਾਂ ਇੱਕ ਗੱਲ ਆ ਗਈ ਸੀ ਵੀ ਜਿਸ ਤਰ੍ਹਾਂ ਅਖਬਾਰ 'ਚ ਕਹਿੰਦਾ ਖਬਰ ਹੀ ਨਹੀਂ ਬਣਦੀ, ਗੁੱਡ ਨਿਊਜ਼ ਇਜ਼ ਨੋ ਨਿਊਜ਼, ਉਹ ਕਹਾਣੀ ਬਣੀ ਖੜੀ ਹੈ। ਸਭ ਚੱਲਦਾ ਸਰ, ਨੋ ਨਿਊਜ਼। ਥੈਂਕ ਯੂ ਬਾਦਸ਼ਾਹ ਜੀ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਸੋ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੇ ਸੁਨੀਲ ਜਾਖੜ ਸਾਹਿਬ ਦੇ ਨਾਲ ਸਾਡੀ ਗੱਲਬਾਤ ਸੁਣੀ। ਬਹੁਤ ਸਾਰੇ ਸਵਾਲ ਨੇ ਜਿਹੜੇ ਅਜੇ ਕਰਨ ਵਾਲੇ ਬਾਕੀ ਸੀ, ਪਰ ਕਿਉਂਕਿ ਸਮੇਂ ਦੀ ਕੁਝ ਘਾਟ ਹੁੰਦੀ ਹੈ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ, ਜਵਾਬ ਕਿੱਦਾਂ ਦੇ ਲੱਗੇ, ਸਵਾਲ ਕਿੱਦਾਂ ਦੇ ਲੱਗੇ, ਤੁਸੀਂ ਆਪਣੀਆਂ ਟਿੱਪਣੀਆਂ ਜ਼ਰੂਰ ਕਰਦੇ ਰਹਿਣਾ। ਪਰ ਹਾਂ, ਇੱਕ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਪੰਜਾਬੀਆਂ ਦਾ ਹੈ, ਇਹ ਪੰਜਾਬੀਆਂ ਦਾ ਰਹਿਣਾ ਚਾਹੀਦਾ। ਇੱਥੇ ਧਰਮ ਆਧਾਰਿਤ, ਜਾਤ ਆਧਾਰਿਤ ਵੰਡੀਆਂ, ਅਹੁਦੇਦਾਰੀਆਂ ਜੇ ਨਾ ਮਿਲਣ ਤਾਂ ਚੰਗਾ ਹੈ। ਉਮੀਦ ਕਰਦੇ ਹਾਂ ਕਿ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਜਾਗਣਗੇ, ਆਪਣੇ ਹਿੱਤਾਂ ਦੇ ਪ੍ਰਤੀ ਦੇਖ ਚਾਹ ਕੇ ਵੋਟਾਂ ਪਾਉਣ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।